ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਵਾਲ ਜਵਾਬ ਦਾ 16ਵਾਂ ਭਾਗ ਵਿਚਾਰ ਰਹੇ ਹਾਂ, ਜਿਹਦੇ ਵਿੱਚ 10 ਸਵਾਲ ਨੇ ਅਤੇ ਹਰ ਵਾਰੀ 10 ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕੀਤਾ ਜਾਂਦਾ ਹੈ। ਅੱਜ ਵੀ 16ਵਾਂ ਭਾਗ ਤੁਹਾਡੇ ਸਨਮੁਖ ਰੱਖਣ ਦੀ ਇਜਾਜ਼ਤ ਲੈ ਰਿਹਾ ਹਾਂ। ਸਵਾਲ ਨੰਬਰ 161 ਭਾਈ ਅਮਰੀਕ ਸਿੰਘ ਗੁਰਦਾਸਪੁਰ ਤੋਂ ਇਹਨਾਂ ਦਾ ਸਵਾਲ ਹੈ ਕਿ ਬਰਮ ਕਵਚ ਕੀ ਹੁੰਦਾ ਹੈ। ਪੁਰਾਣੇ ਸਮੇਂ ਦੇ ਅਨਪੜ੍ਹ ਲੋਕਾਂ ਦੇ ਵਿੱਚ ਅਨਪੜ੍ਹ ਕਿਸਮ ਦੇ ਸਾਧ ਸੰਤ ਅਖਵਾਉਣ ਵਾਲੇ ਪਖੰਡੀ ਲੋਕ ਉਹਨਾਂ ਨੂੰ ਲੁੱਟਣ ਵਾਸਤੇ ਅਜਿਹੇ ਬਹੁਤ ਸਾਰੇ ਢੰਗ ਤਰੀਕੇ ਅਪਣਾਉਂਦੇ ਸਨ, ਜਿਨ੍ਹਾਂ ਦੇ ਰਾਹੀਂ ਉਹਨਾਂ ਨੂੰ ਕਮਲੇ ਬਣਾ ਕੇ ਕਿਸੇ ਚੱਕਰ ਵਿਊਹ ਦੇ ਵਿੱਚ ਪਾ ਕੇ ਲੁੱਟ ਲਿਆ ਜਾਵੇ ਅਤੇ ਇਹ ਭਰਮ ਪਾਲ ਦਿੱਤਾ ਜਾਵੇ ਉਹਨਾਂ ਦੇ ਮਨਾਂ ਦੇ ਵਿੱਚ ਕਿ ਤੁਸੀਂ ਇਉਂ ਕਰਨ ਨਾਲ ਸੁਖੀ ਹੋਵੋਗੇ, ਤੁਹਾਡੇ ਦੁੱਖ ਕੱਟੇ ਜਾਣਗੇ, ਜਮਦੂਤ ਤੁਹਾਡੇ ਨੇੜੇ ਨਹੀਂ ਆਉਣਗੇ, ਬਿਮਾਰੀਆਂ ਤੋਂ ਬਚ ਜਾਓਗੇ, ਭੂਤ ਪ੍ਰੇਤ ਜਾਦੂ ਮੰਤਰ ਤੁਹਾਨੂੰ ਕੁਛ ਨਹੀਂ ਆਖੇਗਾ। ਇਸ ਤਰ੍ਹਾਂ ਦਾ ਬਰਮ ਕਵਚ ਵੀ ਇੱਕ ਉਹਨਾਂ ਨੇ ਲੋਕਾਂ ਦੇ ਮਨਾਂ 'ਚ ਬਿਠਾ ਦਿੱਤਾ। ਹਾਲਾਂਕਿ ਮੈਂ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼, ਡਾਕਟਰ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵ ਕੋਸ਼ ਆਦਿਕ ਸਾਰੇ ਵੇਖ ਕੇ ਪਰਖ ਕੇ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਕਿ ਇਸ ਨਾਮ ਦੀ ਕੋਈ ਵੀ ਚੀਜ਼ ਕਿਤੇ ਨਹੀਂ ਹੈ, ਪਰ ਇਹਨੂੰ ਬਰਮ ਮੈਨੇ ਰੱਬ, ਜਿਹੜਾ ਕਿ ਬਰਮ ਗੁਰਬਾਣੀ 'ਚ ਵੀ ਸ਼ਬਦ ਵਰਤਿਆ ਗਿਆ। ਇਹਨੂੰ ਪੁਰਾਤਨ ਹਿੰਦੂ ਮੈਥਾਲੋਜੀ ਦੇ ਵਿੱਚ ਵੀ ਬਰਮ ਸ਼ਬਦ ਦੀ ਵਰਤੋਂ ਆਈ ਹੈ। ਅਤੇ ਇਸ ਨੂੰ ਇਹ ਵਰਤਿਆ ਕਿ ਕਵਚ ਮੈਨੇ ਹੁੰਦਾ ਰਾਖੀ ਕਰਨ ਵਾਲਾ। ਜਿਵੇਂ ਫੌਜ ਦੇ ਵਿੱਚ ਲੋਹੇ ਦੀਆਂ ਜੰਜੀਰਾਂ ਦੇ ਵਿੱਚ ਇੱਕ ਮਜ਼ਬੂਤ ਜਾਲ ਬੁਣ ਕੇ ਉਹ ਇੱਕ ਫੌਜੀ ਜਿਹੜਾ ਕਿ ਮੋਹਰੇ ਹੋ ਕੇ ਲੜਨ ਵਾਲਾ, ਤਲਵਾਰ ਵਾਹੁਣ ਵਾਲਾ ਹੁੰਦਾ ਸੀ, ਉਸ ਨੂੰ ਤਾਰਾਂ ਦੀ ਜੰਜੀਰਾਂ ਵਾਲਾ ਇੱਕ ਕਵਚ ਪਵਾ ਦਿੱਤਾ ਜਾਂਦਾ ਸੀ, ਤਾਂ ਕਿ ਜੇ ਦੁਸ਼ਮਣ ਉਹਦੇ 'ਤੇ ਵਾਰ ਕਰੇ, ਇਸ ਲੜਨ ਵਾਲੇ ਯੋਧੇ ਦਾ ਘੱਟ ਤੋਂ ਘੱਟ ਸਰੀਰਕ ਨੁਕਸਾਨ ਹੋਵੇ ਅਤੇ ਇਹਦੀ ਜਾਨ ਬਚਦੀ ਰਹੇ ਅਤੇ ਇਹ ਲੜਦਾ ਹੋਇਆ ਜੰਗ ਜਿੱਤ ਸਕੇ। ਇਹ ਕਵਚ ਨਾਮ ਦੀ ਚੀਜ਼ ਹੈ, ਰਾਖੀ ਕਰਨ ਵਾਲਾ, ਬਚਾਓ ਕਰਨ ਵਾਲਾ। ਇਹਨਾਂ ਨੇ ਇਸ ਕਵਚ ਨੂੰ ਰੱਬ ਦੇ ਨਾਲ ਜੋੜ ਦਿੱਤਾ ਕਿ ਰੱਬ ਬਰਮ ਇਹ ਸਾਰਿਆਂ ਦੀ ਰਾਖੀ ਕਰਦਾ ਹੈ, ਜਿਹੜਾ ਉਹਦਾ ਨਾਮ ਜਪਦਾ ਹੈ, ਜਿਹੜਾ ਉਹਦਾ ਮੰਤਰ ਜਪਦਾ ਹੈ, ਜਿਹੜੀ ਸਾਧ ਦੇ ਦੱਸੇ ਅਨੁਸਾਰ ਜਿਹੜਾ ਆਪਣੀ ਕਿਰਿਆ ਕਰਦਾ ਹੈ। ਇਹ ਕਹਾਣੀਆਂ ਇਹਨਾਂ ਨੇ ਘੜ ਘੜ ਕੇ ਸਾਡੇ ਮਨਾਂ 'ਚ ਪਾ ਦਿੱਤੀਆਂ ਨੇ। ਗੁਰਬਾਣੀ ਦੇ ਫਲਾਣੀ ਪੰਗਤੀ, ਫਲਾਣਾ ਸ਼ਬਦ, ਉਹਦੇ ਇੰਨੀ ਵਾਰੀ 21 ਵਾਰੀ 101 ਵਾਰੀ ਇਸ਼ਨਾਨ ਕਰਕੇ, ਚੜ੍ਹਦੇ ਵੱਲ ਮੂੰਹ ਕਰਕੇ ਜਾਂ ਹੋਰ ਕਈ ਤਰੀਕਿਆਂ ਨਾਲ ਉਹਨਾਂ ਦੇ ਜਾਪ ਕਰਨ ਦਾ ਭਰਮ ਪਾਲਿਆ ਜਾਂਦਾ ਹੈ ਅਤੇ ਨਾ ਸਮਝ ਲੋਕ ਇਸ ਭਰਮ ਦੇ ਵਿੱਚ ਬਹਿ ਜਾਂਦੇ ਨੇ ਅਤੇ ਉਸ ਤਰ੍ਹਾਂ ਦੇ ਪਾਠ ਮੰਤਰ ਜਾਪ ਕਰਦੇ ਰਹਿੰਦੇ ਨੇ। ਮੈਂ ਖੁਦ ਸੁਨਿਆਰਿਆਂ ਦੇ ਕੋਲੇ ਬੈਠ ਕੇ ਆਪ ਵੇਖਿਆ। ਤਵੀਤ ਬਣਾ ਰਿਹਾ ਇੱਕ ਮੇਰਾ ਜਾਣ ਪਛਾਣ ਵਾਲਾ ਸੁਨਿਆਰਾ। ਮੈਂ ਕਿਸੇ ਕੰਮ ਵਾਸਤੇ ਉਹਦੇ ਕੋਲ ਗਿਆ ਅਤੇ ਜਦੋਂ ਬਹੁਤ ਸਾਰੇ ਤਵੀਤਾਂ ਦਾ ਉਹਦੇ ਕੋਲੇ ਢੇਰ ਲੱਗਿਆ ਹੋਇਆ ਮੈਂ ਵੇਖਿਆ, ਉਹਨੂੰ ਪੁੱਛਿਆ ਕਿ ਤਵੀਤ ਕੌਣ ਬਣਵਾ ਰਿਹਾ? ਕਹਿੰਦਾ ਇੱਕ ਬਾਬਾ ਜੀ ਬਣਵਾ ਰਹੇ ਨੇ। ਮੈਂ ਕਿਹਾ ਇਹਦੇ 'ਚ ਪਾਵੇਂਗਾ ਕੀ? ਕਹਿੰਦਾ ਪਰਚੀਆਂ ਜਿਹੀਆਂ ਲਿਖੀਆਂ ਪਈਆਂ ਨੇ, ਮੈਂ ਪਾਈ ਜਾਊਂਗਾ। ਉਹਨਾਂ 'ਤੇ ਕੁਝ ਵਿੰਗੀਆਂ ਟੇਢੀਆਂ ਲੀਕਾਂ ਵਾਹੀਆਂ ਹੋਈਆਂ ਸੀ ਕਾਗਜ਼ਾਂ ਦੇ ਉੱਤੇ ਅਤੇ ਕੁਝ ਇੱਕ ਅੱਖਰ ਲਿਖੇ ਹੋਏ ਸਨ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਸੀ। ਉਹ ਲਗਾਤਾਰ ਆਪਣੇ ਸੰਗੀਆਂ ਸਾਥੀਆਂ ਨਾਲ ਸੁਨਿਆਰਾ ਭਾਈ ਉਹਨਾਂ ਤਵੀਤਾਂ ਦੇ ਵਿੱਚ ਇੱਕ ਇੱਕ ਕਾਗਜ਼ ਛੋਟਾ ਜਿਹਾ ਪਾਈ ਜਾਂਦਾ ਸੀ ਅਤੇ ਉੱਤੋਂ ਉਹਨਾਂ ਨੂੰ ਬੰਦ ਕਰੀ ਜਾਂਦਾ ਸੀ ਅਤੇ ਸੀਲ ਵਗੈਰਾ ਲਾ ਦਿੰਦਾ ਸੀ। ਇਸ ਤਰ੍ਹਾਂ ਉਹ ਧਾਗੇ ਪਾ ਕੇ ਜਿਹੜੇ ਤਵੀਤ ਨੇ ਸਾਧ ਬਾਬਾ ਵੰਡ ਦਿੰਦਾ ਸੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਹੁਣ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ, ਭੂਤ ਪ੍ਰੇਤ ਜਾਦੂ ਮੰਤਰ ਆਦਿਕ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰੇਗਾ, ਜਦੋਂ ਕਿ ਉਹਦੇ ਵਿੱਚ ਕੁਛ ਵੀ ਨਹੀਂ ਹੈ, ਐਵੇਂ ਝਰੀਟਾਂ ਮਾਰੇ ਹੋਏ ਕਾਗਜ਼ ਬੰਦ ਕੀਤੇ ਹੋਏ ਨੇ ਤਵੀਤ ਦੇ ਅੰਦਰ। ਇਹ ਇੱਕ ਭਰਮ ਪਾ ਦਿੱਤਾ ਜਾਂਦਾ ਹੈ। ਉਸ ਭਰਮ ਦੇ ਨਾਲ ਜਿਹੜਾ ਨਾ ਸਮਝ ਸ਼ਰਧਾਲੂ ਹੈ ਉਹਦੇ ਅੰਦਰ ਇੱਕ ਇਹ ਖਿਆਲ ਪੈਦਾ ਹੋ ਜਾਂਦਾ ਕਿ ਹੁਣ ਮੈਂ ਠੀਕ ਰਵਾਂਗਾ ਅਤੇ ਹੁਣ ਮੈਂ ਚੜ੍ਹਦੀ ਕਲਾ 'ਚ ਰਵਾਂਗਾ, ਕਿਉਂਕਿ ਬਰਮ ਕਵਚ ਜਾਂ ਧਾਗਾ ਜਾਂ ਤਵੀਤ ਕੋਈ ਚੀਜ਼ ਮੇਰੀ ਰਾਖੀ ਕਰੇਗੀ। ਅੱਗੇ ਡਾਕਟਰੀ ਇਲਾਜ ਨਹੀਂ ਸੀ, ਹੋਰ ਜਾਣਕਾਰੀ ਦੇ ਸਾਧਨ ਨਹੀਂ ਸੀ, ਵਿੱਦਿਆ ਤੋਂ ਲੋਕੀ ਸੱਖਣੇ ਸਨ। ਜਿਹੜੇ ਅਖੌਤੀ ਸੰਤ ਸਾਧ ਆਦਿਕ ਕਿਸੇ ਨੂੰ ਕੁਝ ਕਹਿ ਦਿੰਦੇ ਸਨ, ਉਹਨੂੰ ਸੱਚ ਮੰਨ ਲੈਂਦੇ ਸਨ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬੀਤ ਜਾਂਦੀ ਸੀ। ਪਰ ਅੱਜ 21ਵੀਂ ਸਦੀ ਦਾ ਸਮਾਂ ਹੈ, ਵਿਗਿਆਨਕ ਯੁੱਗ ਹੈ, ਬਹੁਤ ਕੁਝ ਨਵਾਂ ਆ ਗਿਆ ਹੈ ਜਿਹੜਾ ਕਿ ਸਾਡੇ ਦਿਮਾਗ ਦੇ ਬੰਦ ਦਰਵਾਜ਼ੇ ਖੋਲ੍ਹ ਰਿਹਾ। ਪਰ ਅਜੇ ਵੀ ਸਿੱਖਾਂ ਦੇ ਵਿੱਚ ਖਾਸ ਕਰਕੇ, ਬਗਾਨਿਆਂ 'ਚ ਤੇ ਹੁਣ ਸਾਨੂੰ ਅਫਸੋਸ ਨਹੀਂ, ਕਿਉਂਕਿ ਉਹਨਾਂ ਦੇ ਕੋਲੇ ਵਿਗਿਆਨਕ ਧਰਮ ਨਹੀਂ ਹੈ। ਸਾਡਾ ਸਿੱਖ ਧਰਮ
ਵਿਗਿਆਨਕ ਧਰਮ ਹੋਣ ਦੇ ਬਾਵਜੂਦ ਵੀ ਇੱਥੇ ਪਖੰਡੀ ਲੁਟੇਰੇ ਸਾਧ ਅਜੇ ਵੀ ਬਰਮ ਕਵਚ ਵਰਗੀਆਂ ਅਣਹੋਣੀਆਂ ਤੇ ਹਾਸੋਹੀਣੀਆਂ ਗੱਲਾਂ ਕਰਦੇ ਨੇ, ਸਟੇਜਾਂ ਦੇ ਬੋਲਦੇ ਨੇ, ਰਿਕਾਰਡ ਕਰਕੇ ਨੈੱਟ ਤੇ ਪਾਉਂਦੇ ਨੇ ਤੇ ਲੋਕੀ ਬੇਵਕੂਫ ਬਣ ਕੇ ਉਹਨਾਂ ਦੀਆਂ ਝੂਠੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਨੇ। ਜੇ ਕਿਤੇ ਸੱਚਮੁੱਚ ਹੀ ਬਰਮ ਕਵਚ ਹੁੰਦਾ ਹੈ ਤੇ ਫੌਜੀਆਂ ਨੂੰ ਤੋਪਾਂ, ਟੈਂਕ, ਬੰਦੂਕਾਂ, ਮਿਜ਼ਾਈਲਾਂ ਇਹ ਰੱਖਣ ਦੀ ਲੋੜ ਨਹੀਂ। ਸਾਰੇ ਦੇਸ਼ ਦੇ ਲੋਕ ਆਪਣੀ ਰਾਖੀ ਵਾਸਤੇ ਬਰਮ ਕਵਚ ਆਪ ਹੀ ਧਾਰਨ ਕਰ ਲੈਣ। ਆ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਕਰੋਨਾ ਵਗੈਰਾ ਆਈ ਹੈ ਹੁਣ, ਤੇ ਇਹਨੇ ਕਿਸੇ ਬਰਮ ਕਵਚ ਨੇ ਇਹਦੀ ਰਾਖੀ ਨਹੀਂ ਕੀਤੀ। ਦੇਸ਼ ਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਕੱਲਾ ਹੀ ਮੰਤਰ ਪੜ੍ਹ ਲੈਂਦਾ, ਉਹ ਕਹਿ ਦਿੰਦਾ ਬਰਮ ਕਵਚ ਦਾ ਮੰਤਰ ਮੈਂ ਪੜ੍ਹ ਲਿਆ ਤੇ ਹੁਣ ਮੇਰੀ ਰਾਖੀ ਕਰੇਗਾ, ਪਰ ਅਜਿਹਾ ਕੁਝ ਵੀ ਨਹੀਂ ਹੈ। ਗੁਰਬਾਣੀ ਤਾਂ ਸਾਨੂੰ ਕੁਝ ਹੋਰ ਸਮਝਾ ਰਹੀ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਾਨੂੰ ਅਗਵਾਈ ਕਰਦੇ ਨੇ, ਭਾਈ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ ਸਭ ਕਰੇ ਕਰਾਇਆ। ਉਹ ਭਾਈ ਕਿਸੇ ਦੇ ਆ ਜਾਦੂ, ਮੰਤਰ, ਧਾਗਾ, ਤਵੀਤ ਇਹ ਕਿਸੇ ਦੇ ਹੱਥ ਵੱਸ ਨਹੀਂ ਹੈ। ਕੋਈ ਵੀ ਇਹਦੇ ਨਾਲ ਤੁਹਾਡਾ ਕੁਝ ਨਹੀਂ ਸੰਵਾਰ ਸਕਦਾ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਗੁਰੂ ਸਾਹਿਬ ਕਹਿ ਰਹੇ ਨੇ, ਜਰਾ ਮੈਨੇ ਬੁਢਾਪਾ, ਤੁਹਾਡੇ ਬੁਢਾਪੇ ਦਾ ਕਿਸੇ ਜਾਦੂ ਮੰਤਰ ਨਾਲ ਕੋਈ ਇਲਾਜ ਨਹੀਂ ਹੋਣਾ। ਮਰਾ ਮੈਨੇ, ਤੁਹਾਡੀ ਮੌਤ ਨੂੰ ਰੋਕਿਆ ਨਹੀਂ ਜਾ ਸਕਣਾ ਇਹਨਾਂ ਜਾਦੂਆਂ ਨਾਲ। ਤਾਪ ਮੈਨੇ ਬੁਖਾਰ ਵਗੈਰਾ ਜਿਹੜਾ ਆ ਜਾਂਦਾ ਹੈ। ਸਿਰਤ ਮੈਨੇ ਨਜ਼ਰ ਲੱਗ ਜਾਣੀ। ਸਰਾਪ ਤੁਹਾਨੂੰ ਜੇ ਕੋਈ ਦੇ ਰਿਹਾ ਹੈ, ਇਹ ਸਾਰਾ ਕੁਝ ਕਿਸੇ ਵਿਅਕਤੀ ਦੇ ਹੱਥ ਵੱਸ ਨਹੀਂ ਹੈ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਇਹ ਪ੍ਰਭੂ ਪਰਮਾਤਮਾ ਹੀ ਸਾਰਾ ਕੁਝ ਕਰ ਸਕਣ ਦੇ ਸਮਰੱਥ ਹੈ। ਕੋਈ ਵਿਅਕਤੀ ਅਜਿਹੀਆਂ ਕਰਾਮਾਤੀਆਂ ਸ਼ਕਤੀਆਂ ਦਾ ਮਾਲਕ ਨਹੀਂ ਹੈ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ, ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ। ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਇਸ ਨਿਯਮ ਨੂੰ ਸਮਝੋ ਜਿਹਦੇ ਨਾਲ ਤੁਹਾਡਾ ਪਾਰ ਨਿਸਤਾਰਾ ਹੋ ਸਕਦਾ ਹੈ। ਕੁਦਰਤ ਦੇ ਕਾਨੂੰਨ ਨੂੰ ਸਮਝੋ ਕਿ ਬਿਮਾਰੀ ਕਿਵੇਂ ਆਉਂਦੀ ਹੈ, ਤੁਹਾਡੇ ਕੰਮਾਂ 'ਚ ਰੁਕਾਵਟਾਂ ਕਿਵੇਂ ਪੈਂਦੀਆਂ ਨੇ, ਤੁਹਾਡੇ 'ਤੇ ਬੁਢਾਪਾ ਕਿਉਂ ਆਉਂਦਾ ਹੈ, ਤੁਸੀਂ ਬਿਮਾਰ ਕਿਉਂ ਹੁੰਦੇ ਹੋ। ਇਹਨਾਂ ਨਿਯਮਾਂ ਨੂੰ ਸਮਝੋਗੇ ਤਾਂ ਤੁਸੀਂ ਬਚ ਸਕੋਗੇ, ਵਰਨਾ ਤੁਹਾਡੇ 'ਤੇ ਇਹ ਬਿਮਾਰੀਆਂ, ਇਹ ਸਾਰੀਆਂ ਚੀਜ਼ਾਂ ਆਉਣੀਆਂ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਪੰਨਾ ਨੰਬਰ 817 ਤੇ ਫਰਮਾਨ ਕਰਦੇ ਨੇ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ। ਭਾਈ ਮਨ ਕਰਕੇ ਤਨ ਕਰਕੇ ਪ੍ਰਭੂ ਨੂੰ ਯਾਦ ਕਰੋ, ਸਤਸੰਗਤ ਦੇ ਵਿੱਚ ਜਾਓ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਜਦੋਂ ਤੁਸੀਂ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਉਚਰੋਗੇ, ਭਾਵ ਕੇ ਹਿਰਦੇ ਵਿੱਚ ਧਾਰਨ ਕਰੋਗੇ, ਤੁਹਾਡੇ ਹੋਰ ਤਾਂ ਜਿਹੜੇ ਕਲਾ ਕਲੇਸ਼ ਨੇ ਦੂਰ ਜਾਣ ਹੀ ਜਾਣਗੇ। ਜਿਨ੍ਹਾਂ ਜਮਦੂਤਾਂ ਵਗੈਰਾ ਤੋਂ ਤੁਸੀਂ ਡਰਦੇ ਹੋ ਉਹ ਵੀ ਦੌੜ ਜਾਣਗੇ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ। ਆਹ ਗੱਲ ਬੜੇ ਪਤੇ ਦੀ ਹੈ, ਧਿਆਨ ਰੱਖਣਾ। ਜਿਹੜਾ ਪ੍ਰਭੂ ਪਰਮਾਤਮਾ ਨੂੰ ਯਾਦ ਕਰਦਾ ਉਹ ਸਦਾ ਸੁਚੇਤ ਹੁੰਦਾ, ਸਦਾ ਜਾਗਦਾ, ਭਾਵ ਕਿ ਗਫਲਤ ਦੀ ਨੀਂਦ ਦੇ ਵਿੱਚ, ਅਣਗਹਿਲੀ ਦੇ ਵਿੱਚ ਉਹ ਸੁੱਤਾ ਨਹੀਂ ਰਹਿੰਦਾ, ਉਹ ਕਿਤੇ ਵੀ ਧੋਖਾ ਨਹੀਂ ਖਾਂਦਾ। ਤੰਤ ਮੰਤ ਨਹ ਜੋ ਹੀ ਤਿਤ ਚਾਖ ਨਾ ਲਾਗੈ। ਜਿਹੜਾ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਦਾ ਉਹਨੂੰ ਕੋਈ ਤੰਤ ਮੰਤ ਪਰੇਸ਼ਾਨ ਨਹੀਂ ਕਰ ਸਕਦਾ, ਉਹਨੂੰ ਨਜ਼ਰਾਂ ਪਰੇਸ਼ਾਨ ਨਹੀਂ ਕਰਦੀਆਂ। ਰਹਾਓ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨੁਰਾਗੈ। ਕਾਮ ਕ੍ਰੋਧ ਲੋਭ ਆਦਿਕ ਵੀ ਉਹਨੂੰ ਪਰੇਸ਼ਾਨ ਨਹੀਂ ਕਰਨਗੇ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸ਼ਰਨਾਗੈ। ਉਹ ਆਨੰਦ ਅਵਸਥਾ 'ਚ ਰਹੇਗਾ, ਸਦਾ ਚੜ੍ਹਦੀ ਕਲਾ 'ਚ ਰਹੇਗਾ, ਜਿਹੜੇ ਨੇ ਪ੍ਰਭੂ ਪਰਮਾਤਮਾ ਦੀ ਸ਼ਰਨ ਹਾਸਲ ਕਰ ਲਈ। ਹੁਣ ਸਮਾਜ ਦੇ ਵਿੱਚ ਤਾਂ ਕਹਾਣੀ ਆ ਕਿ ਲਛਮਣ ਰੇਖਾ ਕੱਢ ਦਿੱਤੀ, ਸੀਤਾ ਜੀ ਨੂੰ ਕਹਿ ਦਿੱਤਾ ਕਿ ਇਸ ਰੇਖਾ ਦੇ ਅੰਦਰ ਕੋਈ ਦਾਖਲ ਨਹੀਂ ਹੋ ਸਕੇਗਾ, ਪਰ ਤੁਸੀਂ ਆਪ ਇਸ ਰੇਖਾ ਤੋਂ ਬਾਹਰ ਨਹੀਂ ਜਾਣਾ। ਇਹ ਕਹਾਣੀ ਵੀ ਪ੍ਰਚਲਿਤ ਕਰ ਦਿੱਤੀ ਗਈ। ਇਸੇ ਤਰ੍ਹਾਂ ਹੋਰ ਬਹੁਤ ਕੁਝ ਸਮਾਜ ਦੇ ਵਿੱਚ ਪ੍ਰਚਲਿਤ ਕਰ ਦਿੱਤਾ ਤੇ ਸਾਡੇ ਬੇਅੰਤ ਭੈਣ ਭਰਾ ਨੇ ਅਜਿਹੇ ਚਲੀਹੇ ਵੀ ਕੱਟਦੇ ਰਹੇ ਨੇ, ਮੰਤਰ ਜਾਪ ਵੀ ਕਰਦੇ ਰਹੇ ਨੇ, ਪੁਰਾਣੇ ਸਮੇਂ 'ਚ ਤਾਂ ਧੂਣੀਆਂ ਵੀ ਤਾਪਦੇ ਰਹੇ ਨੇ। ਸ਼ੁਰੂ ਦੀ ਉਮਰ ਦੇ ਵਿੱਚ 18-20 ਸਾਲ ਦੀ ਉਮਰ ਦੇ ਵਿੱਚ ਮੈਂ 40 ਦਿਨ ਖੁਦ ਚਲੀਹੇ ਕੱਟੇ ਨੇ। ਉਹਨਾਂ ਚਲੀਹਿਆਂ ਦੇ ਰਾਹੀਂ ਮੈਂ ਇਹ ਵੇਖਣਾ ਚਾਹੁੰਦਾ ਸਾਂ ਕਿ ਇਹਨਾਂ ਯੰਤਰਾਂ ਮੰਤਰਾਂ ਜਾਪਾਂ ਦੇ ਵਿੱਚ ਕੋਈ ਸ਼ਕਤੀ ਹੈ ਕਿ ਨਹੀਂ ਹੈ,
ਪਰ ਉਹਦੇ ਵਿੱਚੋਂ ਆਪਣੇ ਸਰੀਰ ਨੂੰ ਬੇਅੰਤ ਮੁਸ਼ਕਲਾਂ 'ਚ ਪਾਉਣ ਦੇ ਬਾਵਜੂਦ ਵੀ ਮੈਨੂੰ ਕੋਈ ਸ਼ਕਤੀ ਪ੍ਰਾਪਤ ਨਹੀਂ ਹੋਈ। ਸਾਰਾ ਝੂਠ ਦਾ ਪਲੰਦਾ ਸੀ। ਤੇ ਮੈਂ ਜਿਨ੍ਹਾਂ ਨੇ ਇਹ ਮੈਨੂੰ ਮੰਤਰ ਦਿੱਤਾ ਸੀ, ਜਦੋਂ ਸਾਰੀ ਹਾਲਤ ਉਹਨਾਂ ਦੇ ਅੱਗੇ ਬਿਆਨ ਕੀਤੀ, ਬਸ ਉਹਨਾਂ ਨੇ ਉਹੀ ਗੱਲ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਕਹਿੰਦੇ ਨੇ ਕਿ ਤੁਹਾਡੀ ਸ਼ਰਧਾ ਨਹੀਂ ਸੀ। ਮੈਂ ਤਾਂ ਉਹਨਾਂ ਨੂੰ ਇਹੀ ਆਖਿਆ ਕਿ ਦੁਰ ਫਿਟੇ ਮੂੰਹ ਤੁਹਾਡਾ, ਮੈਂ 40 ਦਿਨ ਕਿੰਨੀਆਂ ਮੁਸੀਬਤਾਂ 'ਚ ਪਿਆ ਤੇ ਤੁਸੀਂ ਕਹਿੰਦੇ ਸ਼ਰਧਾ ਨਹੀਂ ਸੀ। ਇੰਨੀਆਂ ਮੁਸੀਬਤਾਂ ਦੇ ਬਾਵਜੂਦ ਵੀ ਜੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ, ਜਿਹੜੇ ਮੇਰੇ ਨਾਲੋਂ ਵੀ ਘੱਟ ਸ਼ਰਧਾ ਵਾਲੇ ਤੁਹਾਡੇ ਕੋਲੇ ਆਉਂਦੇ ਨੇ, ਮੱਥੇ ਟੇਕਦੇ ਨੇ, ਇਹ ਜਾਦੂ ਮੰਤਰ ਲੈ ਕੇ ਜਾਂਦੇ ਨੇ, ਤੇ ਉਹਨਾਂ ਦਾ ਭਲਾ ਕਿੱਥੋਂ ਹੋਵੇਗਾ। ਪਰ ਇਹਨਾਂ ਗੱਲਾਂ ਦਾ ਉਹ ਜਵਾਬ ਦੇਣ ਨੂੰ ਤਿਆਰ ਨਹੀਂ। ਅਣਜਾਣ ਲੋਕ ਉਹਨਾਂ ਕੋਲੇ ਠੱਗੇ ਜਾਣ ਵਾਸਤੇ ਹੋਰ ਆਈ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਬ੍ਰਹਮ ਕਵਚ ਆਦਿਕ ਤੁਹਾਡੀ ਰਾਖੀ ਕਰਨ ਵਾਲਾ ਕੁਝ ਵੀ ਨਹੀਂ ਹੈ, ਕੇਵਲ ਤੇ ਕੇਵਲ ਤੁਹਾਨੂੰ ਲੁੱਟਣ ਵਾਸਤੇ, ਕਮਲੇ ਬਣਾਉਣ ਵਾਸਤੇ ਇਹ ਸਾਰਾ ਕੁਝ ਇਹਨਾਂ ਲੋਕਾਂ ਨੇ ਉਭਾਰਿਆ ਹੋਇਆ, ਪ੍ਰਸਾਰਿਆ ਹੋਇਆ ਤੇ ਸਾਨੂੰ ਆਮ ਲੋਕਾਂ ਨੂੰ ਇਸ ਰਾਹ 'ਤੇ ਤੋਰਿਆ ਹੋਇਆ। ਅਫਸੋਸ ਕਿ ਬ੍ਰਾਹਮਣੀ ਕਰਮ ਕਾਂਡ ਗੁਰਬਾਣੀ ਦੇ ਵਿਰੋਧ ਦੇ ਬਾਵਜੂਦ ਗੁਰਬਾਣੀ ਪੁੱਜ ਕੇ ਖੰਡਨ ਕਰਦੀ ਹੈ ਇਹਨਾਂ ਕਰਮ ਕਾਂਡਾਂ ਦਾ, ਪਰ ਬੇਅੰਤ ਸਿੱਖ ਮਾਈ ਭਾਈ ਡੇਰਿਆਂ ਸਾਧਾਂ ਅੱਗੇ ਜਾ ਕੇ ਲੰਮੇ ਪੈਂਦੇ ਨੇ, ਉਹਨਾਂ ਤੋਂ ਮੰਤਰ ਲੈਂਦੇ ਨੇ ਤੇ ਮੰਤਰ ਵੀ ਗੁਰਬਾਣੀ ਦਾ ਬਣਾ ਕੇ ਹੀ ਉਹ ਸਾਧ ਲੋਕ ਦੇ ਦਿੰਦੇ ਨੇ ਤੇ ਸਾਡੇ ਭੈਣ ਭਰਾ ਚੁੱਪਚਾਪ ਉਹਨਾਂ ਨੂੰ ਪ੍ਰਵਾਨ ਕਰਦੇ ਨੇ ਤੇ ਉਹੋ ਜਿਹੇ ਮੰਤਰ ਜਪਦੇ ਨੇ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਨੇ। ਸਵਾਲ ਨੰਬਰ 162 ਭਾਈ ਅਮਰੀਕ ਸਿੰਘ ਗੁਰਦਾਸਪੁਰ ਤੋਂ ਪੁੱਛਦੇ ਨੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਇਸ ਦਾ ਕੀ ਅਰਥ ਹੈ। ਗੁਰੂ ਪਿਆਰ ਵਾਲਿਓ, ਸਾਡੇ ਵਿੱਚ ਇਹ ਕਮਜ਼ੋਰੀ ਲਗਾਤਾਰ ਚੱਲ ਰਹੀ ਹੈ ਸਿੱਖਾਂ ਦੇ ਵਿੱਚ ਕਿ ਅਸੀਂ ਗੁਰਬਾਣੀ ਪੜ੍ਹਨ ਤੋਂ ਆਪ ਕੰਨੀ ਕਤਰਾਉਂਦੇ ਹਾਂ, ਗੁਰਬਾਣੀ ਨੂੰ ਕੇਵਲ ਮੱਥਾ ਟੇਕਦੇ ਹਾਂ, ਭੇਟਾ ਪੂਜਾ ਅਰਪਣ ਕਰਦੇ ਹਾਂ, ਇਹਦੀ ਪਰਿਕਰਮਾ ਕਰਦੇ ਹਾਂ, ਮੰਤਰ ਜਾਪ ਵੀ ਕਰਦੇ ਹਾਂ, ਬਹੁਤ ਵਾਰੀ ਅਖੰਡ ਪਾਠ ਵੀ ਕਰਾਉਂਦੇ ਹਾਂ ਤੇ ਬਹੁਤ ਸਾਰੇ ਆਲੇ ਦੁਆਲੇ ਵਾਪਰ ਰਹੇ ਵਰਤਾਰੇ ਵਾਂਗ ਜਗਰਾਤੇ ਵੀ ਕਰਾਉਂਦੇ ਹਾਂ। ਮੇਰਾ ਭਾਵ ਹੈ ਰੈਣ ਸਵਾਈ ਕੀਰਤਨ, ਇਸ ਤਰ੍ਹਾਂ ਹੋਰ ਬਹੁਤ ਕੁਝ ਅਡੰਬਰ ਚੱਲ ਰਿਹਾ ਹੈ ਗੁਰਬਾਣੀ ਦੇ ਨਾਮ 'ਤੇ, ਪਰ ਗੁਰਬਾਣੀ ਨੂੰ ਸਮਝਣ ਦਾ ਉਪਰਾਲਾ ਕੋਈ ਵਿਰਲਾ ਨੇਕ ਇਨਸਾਨ ਕਰਦਾ ਹੈ, ਨਹੀਂ ਤੇ ਇਹਨੂੰ ਸਮਝਣ ਤੋਂ ਅਸੀਂ ਅਸਮਰੱਥ ਹੋ ਚੁੱਕੇ ਹਾਂ। ਜਿਹੜਾ ਇਹਨਾਂ ਨੇ ਸਵਾਲ ਕੀਤਾ ਹੈ, ਪ੍ਰਭ ਭਾਵੈ ਬਿਨ ਸਾਂਸ ਤੇ ਰਾਖੈ, ਮੈਂ ਇੱਕ ਪੂਰੀ ਅਸ਼ਟਪਦੀ ਜਿਹੜੀ ਕਿ ਸੁਖਮਨੀ ਸਾਹਿਬ ਦੇ ਪੰਨਾ 276 ਦੇ ਉੱਤੇ ਸੁਭਾਏਮਾਨ ਹੈ, ਇਹ 2-2.5 ਪੰਨਿਆਂ 'ਤੇ ਲਗਾਤਾਰ ਇਹ ਅਸ਼ਟਪਦੀਆਂ ਚੱਲਦੀਆਂ ਨੇ। ਮੈਂ ਇਹਨੂੰ ਸਾਰੀ ਨੂੰ ਪੜ੍ਹ ਕੇ ਅਤੇ ਸੰਖੇਪ ਅਰਥ ਕਰਕੇ ਤੁਹਾਡੇ ਸਾਹਮਣੇ ਰੱਖਾਂਗਾ। ਜੇ ਅਸੀਂ ਸਾਰਾ ਸ਼ਬਦ ਪੜ੍ਹ ਲਿਆ ਕਰੀਏ ਤਾਂ ਜਵਾਬ ਅੰਦਰੋਂ ਹੀ ਮਿਲ ਸਕਦਾ ਹੈ। ਜੇ ਅਸੀਂ ਇਸ ਅਸ਼ਟਪਦੀ ਨੂੰ, ਜਾਣੀ ਕਿ ਇੱਕ ਅਸ਼ਟਪਦੀ ਦੇ ਵਿੱਚ 8-8 ਪੌੜੀਆਂ ਨੇ, ਤਾਂ ਹੀ ਇਹਨੂੰ ਅਸ਼ਟਪਦੀਆਂ ਕਹਿੰਦੇ ਨੇ। ਇਹਨਾਂ ਅਸ਼ਟਪਦੀਆਂ ਨੂੰ ਜੇ ਸਾਰੀਆਂ ਨੂੰ ਪੜ੍ਹ ਲਈਏ ਤਾਂ ਇਹਦੇ ਵਿੱਚੋਂ ਹੀ ਜਵਾਬ ਮਿਲ ਸਕਦਾ ਹੈ। ਹੁਣ ਇੱਥੇ ਸਤਿਗੁਰੂ ਕਹਿ ਰਹੇ ਨੇ, ਕਰਨ ਕਰਾਵਨ ਕਰਨਾ ਜੋਗ, ਉਹ ਪ੍ਰਭੂ ਪਰਮਾਤਮਾ ਆਪਣੇ ਨਿਯਮ ਦੇ ਵਿੱਚ ਸਭ ਕੁਝ ਆਪ ਹੀ ਕਰਦਾ ਹੈ। ਜੋ ਤਿਸ ਭਾਵੈ ਸੋਈ ਹੋਗ, ਉਹਦੇ ਨਿਯਮ ਦੇ ਵਿੱਚ ਸਾਰਾ ਪਸਾਰਾ ਪਸਰਿਆ ਹੋਇਆ ਹੈ ਤੇ ਸਾਰੇ ਕਾਰਜ ਆਪਣੇ ਆਪ ਹੋ ਰਹੇ ਨੇ। ਭਾਵ ਹੈ ਅਸੀਂ ਮਨੁੱਖ ਨੇ ਜੋ ਕਰਨਾ ਹੈ, ਗੱਲ ਇਕੱਲੀ ਉਹਦੀ ਨਹੀਂ ਹੋ ਰਹੀ। ਇੱਥੇ ਅੱਗ, ਹਵਾ, ਪਾਣੀ, ਧਰਤੀ, ਸੂਰਜ ਆਦਿਕ ਇਹ ਸਾਰੇ ਜਿਹੜੇ ਵੱਡੇ ਪਸਾਰੇ ਨੇ, ਇਹ ਆਪਣੇ ਇੱਕ ਬੱਝੇ ਹੋਏ ਨਿਯਮ ਦੇ ਵਿੱਚ ਕੰਮ ਕਰ ਰਹੇ ਨੇ। ਖਿਨਮੈ ਥਾਪ ਉਥਾਪਣਹਾਰ, ਜੇ ਉਹਦੇ ਨਿਯਮ ਦੇ ਵਿੱਚ ਕੋਈ ਤਬਦੀਲੀ ਆਉਣੀ ਚਾਹੇ ਤਾਂ ਸਭ ਕੁਝ ਹੇਠਲਾ ਉੱਪਰ ਪਰਲੋ ਆ ਸਕਦੀ ਹੈ। ਅੰਤ ਨਹੀਂ ਕਿਛ ਪਾਰਾਵਾਰ, ਆਮ ਇਨਸਾਨ ਉਸ ਦੇ ਪਸਾਰੇ ਦੀ, ਉਹਦੇ ਨਿਯਮਾਂ ਦੀ ਅੰਤ ਨਹੀਂ ਪਾ ਸਕਦਾ। ਹੁਕਮੇ ਧਾਰ ਅਧਰ ਰਹਾਵੈ, ਉਹ ਆਪਣੇ ਹੁਕਮ ਨੂੰ ਸਾਰੇ ਕਿਤੇ ਲਾਗੂ ਕਰਦਾ ਹੈ। ਹੁਕਮੇ ਉਪਜੈ ਹੁਕਮ ਸਮਾਵੈ, ਹਰ ਚੀਜ਼ ਉਹਦੇ ਹੁਕਮ ਦੇ ਅੰਦਰ ਪੈਦਾ ਹੁੰਦੀ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਹੁਕਮੈ ਊਚ ਨੀਚ ਵਿਵਹਾਰ, ਉਹਦੇ ਨਿਯਮ ਦੇ ਵਿੱਚ ਹੀ ਮਨੁੱਖ ਉੱਚੇ ਦਰਜੇ 'ਤੇ ਪਹੁੰਚ ਸਕਦਾ ਹੈ ਤੇ ਉਹਦੇ ਨਿਯਮ ਨੂੰ ਨਾ ਸਮਝਣ ਵਾਲਾ ਨੀਚੇ ਚਲਾ ਜਾਂਦਾ ਹੈ, ਉਹਦਾ ਵਿਹਾਰ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਹੁਕਮੇ ਅਨੇਕ ਰੰਗ ਪ੍ਰਕਾਰ, ਉਹਦੇ ਹੁਕਮ ਦੇ ਵਿੱਚ ਹੀ ਸਾਡੇ ਸੁਭਾਅ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਜੀਵ ਜੰਤੂ ਤਰ੍ਹਾਂ ਤਰ੍ਹਾਂ ਦੇ ਪੈਦਾ ਹੁੰਦੇ ਨੇ, ਫੁੱਲ ਬੂਟੇ ਰੰਗ ਬਿਰੰਗੇ ਪੈਦਾ ਹੁੰਦੇ ਨੇ। ਭਾਵ ਕਿ ਕੁਦਰਤ ਦਾ ਬਹੁਤ ਵੱਡਾ ਪਸਾਰਾ ਪਸਰਿਆ ਹੋਇਆ ਹੈ। ਕਰ ਕਰ ਦੇਖੈ ਆਪਣੀ ਵਡਿਆਈ, ਉਹ ਪ੍ਰਭੂ ਪਰਮਾਤਮਾ ਸਾਰੇ ਜੀਵਾਂ 'ਚ, ਸਾਰੀ ਸ੍ਰਿਸ਼ਟੀ 'ਚ ਸੁਭਾਏਮਾਨ ਹੈ। ਮਾਨੋ ਉਹਦੀ ਵਡਿਆਈ ਅਸੀਂ ਦੇਖਦੇ ਹਾਂ, ਉਹ ਸਾਰੀ ਵਡਿਆਈ
ਅਸੀਂ ਜਦੋਂ ਕਰਦੇ ਹਾਂ ਤਾਂ ਉਹਦੀ ਵਾਹ ਵਾਹ ਕਰਨ ਨੂੰ ਦਿਲ ਕਰਦਾ ਹੈ। ਨਾਨਕ ਸਭ ਮੈਂ ਰਹਿਆ ਸਮਾਈ, ਉਹ ਹਰ ਥਾਂ ਤੇ ਆਪ ਸਮਾਇਆ ਹੋਇਆ ਹੈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਜੇ ਪ੍ਰਭੂ ਦੇ ਇਸ ਨਿਯਮ ਨੂੰ ਮਨੁੱਖ ਸਮਝ ਲਵੇ ਤਾਂ ਉਹ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਜੇ ਮਨੁੱਖ ਉਹਦੇ ਨਿਯਮ ਨੂੰ ਸਮਝ ਲਵੇ ਤਾਂ ਪੱਥਰ ਵਰਗੀ ਬੁੱਧੀ ਵਾਲਾ ਇਨਸਾਨ ਵੀ ਤਰ ਜਾਂਦਾ ਹੈ, ਭਾਵ ਕਿ ਉੱਚਾ ਉੱਠ ਜਾਂਦਾ ਹੈ। ਪ੍ਰਭ ਭਾਵੈ ਬਿਨ ਸਾਂਸ ਤੇ ਰਾਖੈ, ਜਿਹੜੇ ਮੁਰਦਿਆਂ ਵਰਗੇ ਹੋ ਚੁੱਕੇ ਨੇ, ਜਿਨ੍ਹਾਂ ਦੀ ਕੋਈ ਵੈਲਿਊ ਕੀਮਤ ਨਹੀਂ ਹੈ, ਰੁਲਦੇ ਫਿਰਦੇ ਨੇ, ਉਹਨਾਂ ਨੂੰ ਵੀ ਉਹ ਉੱਚੇ ਉਠਾ ਸਕਦਾ ਹੈ, ਜੀਵਤ ਹੋਣ ਦਾ ਅਹਿਸਾਸ ਕਰਵਾ ਸਕਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਜੇ ਉਹਦੇ ਨਿਯਮ ਨੂੰ ਸਮਝ ਲਈਏ ਤਾਂ ਅਸੀਂ ਗੁਣਵਾਨ ਬਣ ਸਕਦੇ ਹਾਂ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਜੇ ਉਹਦੇ ਨਿਯਮ ਨੂੰ ਸਮਝ ਲਈਏ ਤਾਂ ਅਸੀਂ ਅਪਵਿੱਤਰ ਲੋਕ ਪਵਿੱਤਰ ਹੋ ਸਕਦੇ ਹਾਂ, ਭਾਵ ਕਿ ਨੀਚ ਵੀ ਉੱਤਮ ਹੋ ਸਕਦੇ ਹਾਂ। ਆਪ ਕਰੈ ਆਪਨ ਵਿਚਾਰੈ, ਪਰ ਆਪਣੇ ਅੰਦਰ ਲੱਭਣਾ ਪਵੇਗਾ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ, ਦਿਮਾਗ ਦੀ ਵਰਤੋਂ ਕਰਨੀ ਪਵੇਗੀ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਇਹ ਸਾਰੇ ਕਾਸੇ ਦਾ ਆਪ ਨਿਰੰਕਾਰ ਦਾ ਬਣਾਇਆ ਨਿਯਮ ਹੈ, ਜਿਹੜਾ ਉਹਦੇ ਅਨੁਸਾਰ ਸਭ ਕੁਝ ਚੱਲ ਰਿਹਾ ਹੈ। ਖੇਲੈ ਬਿਗਸੈ ਅੰਤਰਜਾਮੀ, ਉਹ ਸਾਰਾ ਕੁਝ ਇੱਕ ਵੱਡਾ ਖੇਲ ਇਹਨੂੰ ਕਹਿ ਸਕਦੇ ਹਾਂ, ਜਿਹੜਾ ਸਾਰੀ ਕਾਇਨਾਤ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ। ਜੋ ਭਾਵੈ ਸੋ ਕਾਰ ਕਰਾਵੈ, ਹਰੇਕ ਇਨਸਾਨ ਆਪਣੀ ਸੋਚ ਸਮਝ ਦੇ ਮੁਤਾਬਕ ਕਾਰਜ ਕਰਦਾ ਹੈ, ਅਤੇ ਜਿਹੜੀਆਂ ਵੱਡੀਆਂ ਤਾਕਤਾਂ ਨੇ ਸੂਰਜ ਚੰਦ, ਉਹ ਉਸ ਨਿਯਮ ਦੇ ਵਿੱਚ ਕੰਮ ਕਰ ਰਹੀਆਂ ਨੇ। ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਿਸੇ ਹੋਰ ਨੂੰ ਉਹਦੇ ਬਰਾਬਰ ਨਾ ਸਮਝ ਲਿਓ, ਉਹ ਇੱਕੋ ਹੈ ਜਿਹੜਾ ਕਿ ਕਾਇਨਾਤ ਦੇ ਵਿੱਚ ਸਮਾਇਆ ਅਤੇ ਆਪਣੇ ਨਿਯਮ ਦੇ ਮੁਤਾਬਕ ਸਾਰੇ ਕਾਰਜ ਕਰ ਰਿਹਾ ਹੈ। ਕਹੋ ਮਾਨੁਖ ਤੇ ਕਿਆ ਹੋਏ ਆਵੈ, ਮਨੁੱਖ ਕੀ ਕਰ ਸਕਦਾ ਹੈ, ਉਹਦੀ ਸ੍ਰਿਸ਼ਟੀ ਦੇ ਵਿੱਚ ਬਦਲਾਅ ਨਹੀਂ ਲਿਆ ਸਕਦਾ, ਕੇਵਲ ਆਪਣੇ ਜੀਵਨ ਨੂੰ ਨਿਯਮ ਸਮਝ ਕੇ ਸੁਧਾਰ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੈ, ਉਹ ਨਿਯਮ ਜਿਹੜਾ ਚੱਲ ਰਿਹਾ ਹੈ ਕਾਇਨਾਤ ਦੇ ਵਿੱਚ, ਉਹਦੇ ਅਨੁਸਾਰ ਹੀ ਮਨੁੱਖ ਕੰਮ ਕਰਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਜਿੰਨਾ ਕਿ ਇਹਦੀ ਸਮਝ ਹੈ ਇਨਸਾਨ ਦੀ, ਓਨਾ ਕਿ ਇਹ ਪ੍ਰਾਪਤ ਕਰ ਲੈਂਦਾ, ਅਤੇ ਜੇ ਇਹਦੇ ਕੋਲੇ ਸਮਝ ਦੀ ਘਾਟ ਹੈ, ਇਹ ਬਹੁਤ ਨੀਵੇਂ ਦਰਜੇ 'ਤੇ ਚਲਾ ਜਾਂਦਾ ਹੈ। ਅਣਜਾਣਤ ਵਿਖਿਆ ਮੈਂ ਰਚਿਆ, ਹੁਣ ਇੱਥੇ ਦੂਜਾ ਪੱਖ ਆ ਗਿਆ। ਜਿਹੜਾ ਮੂਰਖ ਬੰਦਾ ਹੈ, ਨਾ ਸਮਝ ਇਨਸਾਨ ਹੈ, ਉਹ ਤਾਂ ਗਲਤ ਕੰਮਾਂ ਦੇ ਵਿੱਚ ਉਲਝ ਜਾਂਦਾ ਹੈ, ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਜੇ ਜਾਣਤ ਆਪਨ ਆਪ ਬਚੈ, ਜੇ ਉਹ ਕੁਝ ਜਾਣਦਾ ਹੁੰਦਾ, ਜੇ ਉਹਨੂੰ ਅਕਲ ਹੁੰਦੀ ਤਾਂ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਲੈਂਦਾ। ਭਰਮੇ ਭੂਲਾ ਦਹਿ ਦਿਸ ਧਾਵੈ, ਜੇ ਉਹ ਅਕਲਮੰਦ ਹੁੰਦਾ ਤਾਂ ਭਰਮਾਂ 'ਚ ਨਾ ਪੈਂਦਾ, ਭਟਕਦਾ ਨਾ ਫਿਰਦਾ। ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਮਨੁੱਖ ਤਾਂ ਮਨ ਕਰਕੇ, ਦਿਮਾਗ ਕਰਕੇ, ਕਲਪਨਾ ਕਰਕੇ ਭਟਕਣਾ 'ਚ ਪਿਆ ਹੋਇਆ, ਇੱਧਰ ਚਲਾ ਗਿਆ ਉੱਧਰ ਚਲਾ ਗਿਆ, ਪਰ ਪ੍ਰੈਕਟੀਕਲ ਤੌਰ 'ਤੇ ਕੰਮ ਕੋਈ ਵੀ ਨਹੀਂ ਕਰਦਾ, ਪ੍ਰਾਪਤੀ ਕੋਈ ਵੀ ਨਹੀਂ ਹੋ ਸਕਦੀ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਉਸ ਪ੍ਰਭੂ ਦੀ ਕਿਰਪਾ, ਭਾਵ ਕਿ ਉਹਦੇ ਨਿਯਮ ਨੂੰ ਜਦੋਂ ਸਮਝ ਲਿਆ ਤਾਂ ਫਿਰ ਨੇਕ ਇਨਸਾਨ ਬਣ ਜਾਵੇਗਾ। ਭਗਤ ਦਾ ਮਤਲਬ ਹੈ ਚੰਗਾ ਇਨਸਾਨ, ਚੰਗਾ ਗੁਰਸਿੱਖ, ਚੰਗਾ ਗੁਰਮੁਖ ਇਨਸਾਨ ਬਣ ਜਾਂਦਾ ਹੈ ਜਦੋਂ ਉਹਦੇ 'ਚ ਗੁਣ ਆ ਜਾਂਦੇ ਨੇ। ਨਾਨਕ ਤੇ ਜਨ ਨਾਮ ਮਿਲੇ, ਫਿਰ ਉਹ ਪ੍ਰਭੂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਹਿਰਦੇ 'ਚ ਵਸਾ ਲੈਂਦਾ ਹੈ, ਉਸ ਤਰ੍ਹਾਂ ਦੇ ਸਾਰੇ ਕਾਰਜ ਕਰਦਾ ਹੈ। ਹੁਣ ਇਹ ਬਹੁਤ ਲੰਮਾ ਸ਼ਬਦ ਹੈ, ਅਸ਼ਟਪਦੀ 277 ਪੰਨੇ 'ਤੇ ਤੁਸੀਂ ਆਪ ਪੜ੍ਹ ਕੇ ਤਸੱਲੀ ਕਰ ਸਕਦੇ ਹੋ। ਇਹਦੇ ਵਿੱਚ ਸਾਰਾ ਕੁਝ ਜਿਹੜਾ ਬਿਆਨ ਕੀਤਾ ਹੈ, ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਮਨੁੱਖ ਨੂੰ ਚੰਗੇ ਹੋਣ ਦਾ ਅਹਿਸਾਸ ਕਰਾਉਣ ਦਾ ਗੁਰੂ ਸਾਹਿਬ ਦਾ ਉਪਰਾਲਾ ਹੈ, ਕਾਵਕ ਢੰਗ ਹੈ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਹੀ ਢੰਗ ਸਾਰੇ ਕਵਿਤਾ ਦੇ ਰਾਹੀਂ ਉਪਦੇਸ਼ ਕਰਨ ਵਾਲੇ ਉਹ ਵਰਤੇ ਗਏ ਨੇ। ਇਹਨਾਂ ਨੂੰ ਇੱਕ ਪੰਕਤੀ ਵਿੱਚੋਂ ਨਾ ਚੁੱਕੀਏ, ਬਲਕਿ ਸਾਰਾ ਸ਼ਬਦ ਪੜ੍ਹਿਆ ਕਰੀਏ ਅਤੇ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝੀਏ, ਅਤੇ ਜੇ ਕੇਂਦਰੀ ਭਾਵ ਵੀ ਸਮਝ ਨਹੀਂ ਆਉਂਦਾ ਤਾਂ ਇੱਕੋ 'ਤੇ ਮੁੜ ਕੇ ਆ ਜਾਈਏ ਕਿ ਅਸੀਂ ਇੱਕੋ ਨਿਯਮ ਨੂੰ, ਇੱਕੋ ਪ੍ਰਭੂ ਪਰਮਾਤਮਾ ਨੂੰ ਮੰਨਣ ਵਾਲੇ ਹਾਂ, ਸਮਝਣ ਵਾਲੇ ਹਾਂ। ਉਹ ਪ੍ਰਭੂ ਪਰਮਾਤਮਾ ਇੱਕੋ ਜਿਹੜਾ ਸਾਡੇ ਅੰਦਰ ਵੀ ਵਸਦਾ, ਸ੍ਰਿਸ਼ਟੀ 'ਚ, ਕਾਇਨਾਤ ਦੇ ਵਿੱਚ ਵੀ ਵਸਦਾ ਹੈ, ਹਰ ਥਾਂ 'ਤੇ ਜ਼ਰੇ ਜ਼ਰੇ 'ਚ ਉਹ ਮੌਜੂਦ ਹੈ। ਜੇ ਉਸ ਨੂੰ ਅਸੀਂ ਸਮਝ ਲਿਆ ਤਾਂ ਸਮਝ ਲਓ ਕਿ ਅਸੀਂ ਰੱਬੀ ਨਿਯਮਾਂ ਨੂੰ ਸਮਝ ਕੇ ਉੱਪਰ ਉੱਠ ਜਾਵਾਂਗੇ। ਫਿਰ ਬਿਨ ਸਾਸ ਤੋਂ ਰੱਖਣ ਦਾ ਭਾਵ ਹੈ ਕਿ ਅਸੀਂ ਮੁਰਦਿਆਂ ਵਰਗੇ ਲੋਕ ਉੱਚੇ ਉੱਠ ਜਾਵਾਂਗੇ, ਜਿਵੇਂ ਕਿ ਭਾਰਤ ਦੇ ਲੋਕ ਰੁਲਦੇ ਫਿਰਦੇ ਸੀ, ਅਤੇ ਗੁਰੂ ਸਾਹਿਬਾਨ ਨੇ ਬਹੁਤ ਕਿਰਪਾ ਕਰਕੇ ਇਹਨਾਂ ਨੂੰ ਨਵਾਂ ਰਾਹ ਵਿਖਾਇਆ।
ਭਾਵੇਂ ਹਾਲੇ ਹੋਰ ਬਹੁਤ ਕੁਝ ਕਰਨ ਵਾਲਾ ਹੈ, ਪਰ ਬੇਅੰਤ ਕੰਮ ਗੁਰੂ ਸਾਹਿਬ ਨੇ ਕਰ ਦਿੱਤਾ ਹੋਇਆ। ਇਹਨਾਂ ਗੱਲਾਂ ਨੂੰ ਆਪਾਂ ਸਾਹਮਣੇ ਰੱਖਿਆ ਕਰੀਏ, ਸਾਰਾ ਸ਼ਬਦ ਪੜ੍ਹਿਆ ਕਰੀਏ। ਸਵਾਲ ਨੰਬਰ 163 ਭਾਈ ਗੁਰਦਿਆਲ ਸਿੰਘ ਜਰਮਨੀ ਤੋਂ। ਇਹਨਾਂ ਦਾ ਸਵਾਲ ਹੈ, ਸੰਤ ਕਿਸ ਨੂੰ ਕਹਿੰਦੇ ਹਨ? ਗੁਰਬਾਣੀ ਵਿੱਚ ਇਹਦੇ ਕੀ ਅਰਥ ਕਰੀਏ? ਗੁਰੂ ਪਿਆਰ ਵਾਲਿਓ, ਮੈਂ ਅਕਸਰ ਬੇਨਤੀ ਕਰਦਾ ਰਹਿਣਾ ਕਿ ਅਸੀਂ ਗੁਰਬਾਣੀ ਨੂੰ ਪੜ੍ਹੀਏ, ਆਪਣਾ ਮਾਨਸਿਕ ਵਿਕਾਸ ਕਰੀਏ। ਹੋਰ ਵੀ ਲਿਟਰੇਚਰ ਜੇ ਪੜ੍ਹ ਲਈਏ ਤਾਂ ਗੁਰਬਾਣੀ ਦੀ ਸੌਖਿਆਂ ਸਮਝ ਆ ਸਕਦੀ ਹੈ। ਕਾਰਨ ਇਹ ਹੈ ਕਿ ਗੁਰਬਾਣੀ ਦੇ ਵਿੱਚ ਕਵਿਤਾ ਰਾਹੀਂ ਉਪਦੇਸ਼ ਕੀਤਾ ਗਿਆ ਹੈ ਅਤੇ ਕੋਈ ਸ਼ਬਦ ਇਹੋ ਜਿਹੇ ਨੇ ਜਿਹੜੇ ਅੱਜ ਕੱਲ੍ਹ ਸਾਡੀ ਵਰਤੋਂ 'ਚ ਨਹੀਂ ਆਉਂਦੇ, ਜਾਂ ਫਿਰ ਜਿਹੜੇ ਵਰਤੋਂ 'ਚ ਆ ਰਹੇ ਨੇ ਉਹਨਾਂ ਦੇ ਅਰਥ ਚਾਲਬਾਜ਼ ਲੋਕਾਂ ਵੱਲੋਂ ਬਦਲ ਲਏ ਜਾਂਦੇ ਨੇ, ਆਪਣੇ ਮਤਲਬ ਵਾਸਤੇ ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਜੇ ਅਸੀਂ ਆਪ ਸਾਵਧਾਨ ਨਹੀਂ ਹੋਵਾਂਗੇ ਤਾਂ ਕਦਮ ਕਦਮ 'ਤੇ ਧੋਖਾ, ਠੱਗੀ, ਫਰੇਬ ਸਾਡੇ ਨਾਲ ਵਾਪਰ ਸਕਦਾ ਹੈ। ਸਾਨੂੰ ਜਿਵੇਂ ਆਮ ਦੁਨੀਆਦਾਰੀ ਦੇ ਕੰਮਾਂ ਦੇ ਵਿੱਚੋਂ ਲੋਕ ਲੁੱਟ ਲੈਂਦੇ ਨੇ, ਧੋਖਾ ਦੇ ਜਾਂਦੇ ਨੇ, ਇਸੇ ਤਰ੍ਹਾਂ ਧਰਮ ਦੇ ਖੇਤਰ ਦੇ ਵਿੱਚ ਵੀ ਚਿੱਟੇ ਚੋਲਿਆਂ ਵਾਲੇ, ਨੰਗੀਆਂ ਲੱਤਾਂ ਵਾਲੇ, ਸਾਧ ਸੰਤ ਅਖਵਾਉਣ ਵਾਲੇ, ਆਪਣੇ ਆਪ ਨੂੰ ਗੁਰੂ ਦੇ ਸੇਵਕ ਵੀ ਅਖਵਾਉਣ ਵਾਲੇ, ਪਰ ਗੁਰੂ ਦੀ ਬਰਾਬਰੀ ਕਰਨ ਵਾਲੇ, ਉਹ ਲੁੱਟ ਕੇ ਖਾ ਰਹੇ ਨੇ ਅਤੇ ਲੁੱਟ ਕੇ ਪਤਾ ਨਹੀਂ ਸਾਨੂੰ ਕਿਸ ਰਾਹ ਪਾ ਰਹੇ ਨੇ। ਗੁਰੂ ਪਿਆਰ ਵਾਲਿਓ, ਇੱਥੇ ਸੰਤ ਸ਼ਬਦ ਗੁਰਬਾਣੀ 'ਚ ਬਹੁਤ ਵਾਰੀ ਆਇਆ ਹੈ, ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਨੇ, ਅਸੀਂ ਸਾਰੇ ਮੰਨਦੇ ਹਾਂ ਕਿ ਸਾਨੂੰ ਸਿੱਖ ਬਣਾਇਆ ਸੀ, ਸਾਨੂੰ ਭਾਈ ਬਣਾਇਆ ਸੀ, ਅਤੇ ਕਿਤੇ ਅਸੀਂ ਖਾਲਸਾ ਸ਼ਬਦ ਦੀ ਵਰਤੋਂ ਵੀ ਕਰਦੇ ਹਾਂ। ਇਹਨਾਂ ਸਾਧਾਂ ਆਦਿਕ ਨੂੰ ਜਿਹੜੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ, ਇਹਨਾਂ ਨੂੰ ਸਿੱਖ ਸ਼ਬਦ ਤੋਂ ਨਫ਼ਰਤ ਕਿਉਂ ਹੋ ਗਈ? ਸਿੱਖ ਸ਼ਬਦ ਤੋਂ ਘਿਰਣਾ ਕਿਉਂ ਹੋ ਗਈ? ਇਹ ਸਿੱਖ ਅਖਵਾਉਣਾ ਕਿਉਂ ਪਸੰਦ ਨਹੀਂ ਕਰਦੇ? ਅਸੀਂ ਸਾਰੇ ਲੋਕ ਤਾਂ ਸਿੱਖ ਹਾਂ, ਪਰ ਲਾਹਣਤ ਹੈ ਸਾਡੇ ਵਰਗੇ ਉਹਨਾਂ ਲੋਕਾਂ 'ਤੇ ਜਿਹੜੇ ਦਾੜ੍ਹੀਆਂ ਰੱਖਦੇ ਨੇ, ਦਸਤਾਰਾਂ ਸਜਾਉਂਦੇ ਨੇ, ਕਿਰਪਾਨਾਂ ਪਾਉਂਦੇ ਨੇ ਅਤੇ ਆਪਣੀਆਂ ਦਸਤਾਰਾਂ ਅਤੇ ਆਪਣੀਆਂ ਦਾੜ੍ਹੀਆਂ ਸਾਧਾਂ ਦੇ ਪੈਰਾਂ ਦੇ ਉੱਤੇ ਰੱਖ ਦਿੰਦੇ ਨੇ। ਸਿੱਖੀ ਦੀ ਮਿੱਟੀ ਪਲੀਤ ਕਰਦੇ ਨੇ। ਜਿਹੜਾ ਬੰਦਾ ਸਿੱਖ ਨਹੀਂ ਅਖਵਾਉਣ ਨੂੰ ਤਿਆਰ, ਉਹ ਸੰਤ ਮਹੰਤ ਅਖਵਾਉਂਦਾ ਅਤੇ ਉਹਦੇ ਪੈਰਾਂ 'ਤੇ ਮੱਥੇ ਟੇਕਦੇ ਨੇ। ਇਹਦਾ ਮਤਲਬ ਹੈ ਗੁਰੂ ਸਾਹਿਬ ਨੇ ਸਿੱਖ ਬਣਾ ਕੇ ਸਾਨੂੰ ਗਲਤੀ ਕਰ ਦਿੱਤੀ ਹੈ। ਇਹ ਸੰਤ ਮਹੰਤ ਜਿਹੜੇ ਬਣ ਬੈਠੇ ਨੇ, ਇਹ ਸਾਡੇ ਨਾਲੋਂ ਉੱਚੇ ਹੋ ਗਏ ਨੇ, ਅਤੇ ਗੁਰੂ ਸਾਹਿਬ ਨੇ ਤਾਂ ਮਹੰਤ ਅਤੇ ਸੰਤ ਬਣਾਏ ਕੋਈ ਨਹੀਂ ਸੀ। ਇਹ ਤਾਂ ਪਹਿਲਾਂ 1920-21 ਦੇ ਜਿਹੜੇ ਮੋਰਚੇ ਲੱਗੇ ਸਨ ਗੁਰਦੁਆਰਿਆਂ ਦੀ ਆਜ਼ਾਦੀ ਵਾਲੇ, ਉਦੋਂ ਇਹਨਾਂ ਨੂੰ ਗੁਰਦੁਆਰਿਆਂ 'ਚੋਂ ਕੱਢਿਆ ਸੀ, ਬਹੁਤ ਅਪਮਾਨ ਹੋਇਆ ਸੀ ਇਹਨਾਂ ਦਾ, ਅਤੇ ਮਹੰਤ ਸ਼ਬਦ ਹੈ ਇਹ ਘਿਰਣਾ ਲਾਇਕ ਬਣ ਗਿਆ ਸੀ। ਅਤੇ ਅੱਜ ਮਹੰਤ ਤਾਂ ਕੋਈ ਨਹੀਂ ਅਖਵਾਉਂਦਾ, ਪਰ ਇਹਨਾਂ ਨੇ ਸੰਤ ਅਖਵਾਉਣਾ ਸ਼ੁਰੂ ਕਰ ਦਿੱਤਾ, ਇਹਨਾਂ ਨੇ ਬ੍ਰਹਮ ਗਿਆਨੀ ਅਖਵਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਵਿੱਦਿਆ ਮਾਰਤੰਡ 108 ਪੂਰਨ ਸੰਤ, ਕਿੰਨਾ ਸਾਰੇ ਲਕਬ ਆਪਣੇ ਆਪ ਨਾਮ ਨਾਲ ਜੋੜ ਲਏ ਨੇ। ਇਹ ਕਿਤੋਂ ਡਿਗਰੀ ਨਹੀਂ ਮਿਲਦੀ, ਜਿਹੜਾ ਵੀ ਦਿਲ ਕਰੇ ਕੋਈ ਵੀ ਨਾਮ ਆਪਣੇ ਨਾਲ ਫਿੱਟ ਕੀਤਾ ਜਾ ਸਕਦਾ ਹੈ। ਅਤੇ ਫਿਰ ਜਿਹੜੀਆਂ ਇਹ ਡਿਗਰੀਆਂ ਨੇ, ਇਹਨਾਂ ਦਾ ਫਾਇਦਾ ਕੀ ਹੋਇਆ? ਇਹਨਾਂ ਦਾ ਫਾਇਦਾ ਹੋਇਆ ਸਿੱਖਾਂ ਨਾਲੋਂ ਵੱਖਰੀ ਆਪਣੀ ਪਛਾਣ ਬਣਾਉਣੀ ਅਤੇ ਸਿੱਖਾਂ ਨੂੰ ਆਪਣੇ ਪੈਰਾਂ ਦੇ ਉੱਤੇ ਝੂਠੀਆਂ ਕਹਾਣੀਆਂ ਸੁਣਾ ਕੇ ਲੰਮੇ ਪਾਉਣਾ, ਕਰਾਮਾਤੀ ਸ਼ਕਤੀਆਂ ਦਾ ਢੰਡੋਰਾ ਪਿੱਟਣਾ, ਕੁਝ ਖਰੀਦੇ ਹੋਏ ਚੇਲਿਆਂ ਦੇ ਰਾਹੀਂ, ਅਖਬਾਰਾਂ ਦੇ ਰਾਹੀਂ ਅਤੇ ਹੋਰ ਪ੍ਰਚਾਰ ਦੇ ਸਾਧਨਾਂ ਦੇ ਰਾਹੀਂ ਆਪਣੇ ਆਪ ਨੂੰ ਕਰਾਮਾਤੀ ਮਹਾਂਪੁਰਖ ਸਿੱਧ ਕਰਨ ਦਾ ਝੂਠਾ ਉਪਰਾਲਾ ਕਰਨਾ। ਅਤੇ ਇਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਇੰਨਾ ਉੱਚਾ ਬਣਾਈ ਬੈਠੇ ਨੇ ਕਿ ਆਪ ਵੱਡੇ ਸੋਫੇ 'ਤੇ ਜਾਂ ਕਿਸੇ ਵੱਡੇ ਬੈੱਡ 'ਤੇ ਉੱਚੇ ਥਾਂ 'ਤੇ ਬੈਠਣਗੇ, ਆਪਣੇ ਲੱਤਾਂ ਦੇ ਉੱਤੇ ਕੋਈ ਰੇਸ਼ਮੀ ਕੱਪੜਾ, ਚਾਦਰ ਅਤੇ ਹੋਰ ਚੀਜ਼ਾਂ ਜਿਹੜੇ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੁਮਾਲੇ ਹੁੰਦੇ ਨੇ, ਉਸ ਤਰ੍ਹਾਂ ਦੇ ਆਪਣੇ ਆਪ ਨੂੰ ਬਣਾ ਕੇ ਸੰਗਤਾਂ ਦੇ ਵਿੱਚ ਪੇਸ਼ ਕਰਦੇ ਨੇ। ਚਾਦਰ ਆਪਣੀਆਂ ਲੱਤਾਂ 'ਤੇ ਪਾ ਕੇ ਬੈਠ ਜਾਂਦੇ ਨੇ ਉੱਚੇ ਥਾਂ 'ਤੇ, ਅਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਨਾ ਸਮਝ ਲੋਕ ਇਹਨਾਂ ਦੇ ਪੈਰਾਂ ਦੇ ਉੱਤੇ ਕੁਝ ਮਾਇਆ ਵੀ ਰੱਖਦੇ ਨੇ ਅਤੇ ਪੈਰਾਂ 'ਤੇ ਮੱਥੇ ਵੀ ਟੇਕਦੇ ਨੇ ਅਤੇ ਨੀਵੀਂ ਥਾਂ 'ਤੇ ਵੀ ਬੈਠਦੇ ਨੇ। ਇਹ ਸਾਧ ਉੱਚੀ ਥਾਂ 'ਤੇ ਅਤੇ ਆਮ ਜਿਹਨੂੰ ਸੰਗਤ ਕਿਹਾ ਜਾਂਦਾ ਅਤੇ ਉਹ ਨੀਵੀਂ ਥਾਂ 'ਤੇ ਬੈਠਦੀ ਹੈ। ਅੱਜ ਤੱਕ ਕਿਸੇ ਨੂੰ ਹੋਸ਼ ਨਹੀਂ ਆਈ ਕਿ ਅਸੀਂ ਭਾਈ ਹਾਂ। ਸਾਨੂੰ ਗੁਰੂ ਸਾਹਿਬ ਨੇ ਭਾਈ ਬਣਾਇਆ। ਮਰਦਾਨਾ ਜੀ ਭਾਈ, ਗੁਰਦਾਸ ਜੀ ਭਾਈ, ਬਹਿਲੋ ਜੀ ਭਾਈ, ਮਨੀ ਸਿੰਘ ਜੀ ਭਾਈ, ਪੰਜ ਪਿਆਰੇ ਭਾਈ, ਹੋਰ ਅਨੇਕਾਂ ਗੁਰਸਿੱਖ ਜਿਹੜੇ ਪੁਰਾਤਨ ਸਮਿਆਂ 'ਚ ਹੋਏ ਨੇ, ਸਾਰਿਆਂ ਨੂੰ ਭਾਈ ਕਹਿ ਕੇ ਸਤਿਕਾਰ ਨਾਲ ਬੁਲਾਇਆ ਜਾਂਦਾ ਸੀ।
ਤੇ ਅਸੀਂ ਅੱਜ ਭਾਈ ਅਖਵਾਉਣਾ ਉਹ ਬਣ ਗਿਆ ਕਿ ਭਾਈ ਤਾਂ ਨੀਵਾਂ ਹੁੰਦਾ ਹੈ ਤੇ ਸੰਤ ਮਹਾਂਪੁਰਖ ਬਹੁਤ ਉੱਚਾ ਹੁੰਦਾ ਹੈ। ਭਾਈ ਜਾਂ ਤਾਂ ਗੁਰਦੁਆਰੇ ਦਾ ਗ੍ਰੰਥੀ ਜਾਂ ਫਿਰ ਕੀਰਤਨੀਆ ਜਾਂ ਪਾਠੀ ਜਾਂ ਕਥਾਵਾਚਕ, ਤੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹ ਆਪਣੇ ਆਪ ਨੂੰ ਭਾਈ ਨਹੀਂ ਅਖਵਾਉਂਦੇ, ਉਹ ਸਰਦਾਰ ਜੀ ਅਖਵਾਉਂਦੇ ਨੇ, ਉਹ ਪ੍ਰਧਾਨ ਜੀ ਅਖਵਾਉਂਦੇ ਨੇ, ਉਹ ਸਕੱਤਰ ਜੀ ਅਖਵਾਉਂਦੇ ਨੇ। ਭਾਈ ਸ਼ਬਦ ਤੋਂ ਤਾਂ ਇਉਂ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਨਫ਼ਰਤ ਹੈ, ਉਹ ਵੀ ਪ੍ਰਧਾਨ ਜੀ ਅਖਵਾਉਂਦਾ, ਉੱਧਰੋਂ ਜਥੇਦਾਰ ਸਿੰਘ ਸਾਹਿਬ ਅਖਵਾਉਂਦਾ, ਪਰ ਭਾਈ ਕੋਈ ਵੀ ਅਖਵਾਉਣ ਨੂੰ ਤਿਆਰ ਨਹੀਂ। ਇਹ ਤਾਂ ਕੇਵਲ ਸਾਡੇ ਵਰਗੇ ਛੋਟੇ ਦਰਜੇ ਦੇ ਸਿੱਖਾਂ ਵਾਸਤੇ ਰਾਖਵਾਂ ਹੋ ਗਿਆ, ਉੱਚੇ ਦਰਜੇ ਦੇ ਭਾਈ ਬਣਨ ਨੂੰ ਤਿਆਰ ਨਹੀਂ, ਉਹ ਤਾਂ ਸਾਡੇ ਮਾਲਕ ਬਣੇ ਬੈਠੇ ਨੇ। ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਦੀਆਂ ਕਿਸੇ ਵੀ ਖੇਤਰ ਦੇ ਵਿੱਚ ਕੀਤੀਆਂ ਸੇਵਾਵਾਂ ਦੇ ਬਦਲੇ ਕੁਝ ਖਿਤਾਬ ਦਿੱਤੇ ਨੇ। ਉਹ ਖਿਤਾਬ ਵੀ ਭਾਈ ਦੇ ਸਨ ਜਾਂ ਫਿਰ ਨੈਸ਼ਨਲ ਪ੍ਰੋਫੈਸਰ ਸਿੱਖਇਜ਼ਮ ਦੇ, ਇਹ ਵੀ ਕੁਝ ਖਿਤਾਬ ਦਿੱਤੇ ਗਏ ਨੇ, ਪਰ ਸੰਤ ਮਹਾਂਪੁਰਖ ਜਾਂ ਬ੍ਰਹਮ ਗਿਆਨੀ ਦਾ ਕਦੇ ਵੀ ਕੋਈ ਖਿਤਾਬ ਨਹੀਂ ਦਿੱਤਾ ਗਿਆ। ਪ੍ਰਿੰਸੀਪਲ ਹਰਭਜਨ ਸਿੰਘ ਜੀ ਨੂੰ ਭਾਈ ਸਾਹਿਬ ਦਾ ਖਿਤਾਬ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਕਈ ਸਾਰੇ ਵੀਰ ਸਿੰਘ ਆਪਣੇ ਨਾਮ ਨਾਲ ਭਾਈ ਸ਼ਬਦ ਲਾਉਂਦੇ ਰਹੇ ਨੇ, ਕਾਨ੍ਹ ਸਿੰਘ ਨਾਭਾ ਭਾਈ ਬਣੇ ਰਹੇ ਨੇ। ਇਸੇ ਤਰ੍ਹਾਂ ਕੁਝ ਇੱਕ ਲਿਖਾਰੀ ਗਿਆਨੀ ਸ਼ਬਦ ਵੀ ਲਾਉਂਦੇ ਰਹੇ ਨੇ, ਪਰ ਸੰਤ ਮਹਾਂਪੁਰਖ ਤੇ ਬ੍ਰਹਮ ਗਿਆਨੀ ਦਾ ਲਕਬ ਆਪਣੇ ਨਾਲ ਕਿਸੇ ਨੇ ਵੀ ਨਹੀਂ ਜੋੜਿਆ। ਇਹ ਤਾਂ ਬਹੁਤ ਬਾਅਦ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਇਲਾਕੇ 'ਚ ਇਹ ਉੱਭਰਿਆ, ਤੇ ਇਹਨਾਂ ਅਖੌਤੀ ਲੋਕਾਂ ਨੇ ਆਪਣੇ ਆਪ ਨੂੰ ਸੰਤ ਅਖਵਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ, ਲੁੱਟ ਕੀਤੀ ਹੈ, ਕੁਰਾਹੇ ਪਾਇਆ ਹੈ। ਤੇ ਸਵਾਲ ਨੰਬਰ 164 ਭਾਈ ਗੁਰਜੰਟ ਸਿੰਘ ਮੋਹਾਲੀ ਤੋਂ। ਇਹਨਾਂ ਦਾ ਸਵਾਲ ਹੈ ਕਿ ਦਸਵੰਧ ਕੱਢਣਾ ਜ਼ਰੂਰੀ ਹੈ। ਜਦੋਂ ਅਸੀਂ ਪੁਰਾਤਨ ਸਮੇਂ ਦੇ ਵੱਲ ਝਾਤ ਮਾਰਦੇ ਹਾਂ, ਗੁਰੂ ਸਾਹਿਬ ਨੇ ਜਦੋਂ ਦਸਵੰਧ ਦੀ ਪਰੰਪਰਾ ਤੋਰੀ ਹੋਵੇਗੀ ਤਾਂ ਉਦੋਂ ਭਾਵ ਸੀ ਕਿ ਸਿੱਖ ਹਕੂਮਤ ਦੇ ਵਿਰੁੱਧ ਜੰਗ ਲੜ ਰਹੇ ਸਨ। ਗੁਰੂ ਸਾਹਿਬ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਉਹਨਾਂ ਦੀਆਂ ਜੋ ਆਪਣਾ ਤਨ ਮਨ ਸਮਾਜ ਦੇ ਭਲੇ ਵਾਸਤੇ ਅਰਪਣ ਕਰਕੇ ਘਰੋਂ ਨਿਕਲੇ ਹੋਏ ਸਨ, ਉਹਨਾਂ ਦੇ ਜ਼ਿੰਦਗੀ ਦੀਆਂ ਲੋੜਾਂ ਵਾਸਤੇ ਅੰਨ ਧਨ ਸਿੱਖ ਦੇ ਰਹੇ ਸਨ। ਉਹਨੂੰ ਦਸਵੰਧ ਦਾ ਰੂਪ, ਦਸਵੰਧ ਦਾ ਨਾਮ ਦਿੱਤਾ ਗਿਆ ਸੀ। ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਸਿੱਖ ਜ਼ਮੀਨਾਂ ਦੇ ਮਾਲਕ ਬਣ ਗਏ, ਧਨ ਦੌਲਤ ਦੇ ਮਾਲਕ ਬਣ ਗਏ, ਆਪਣੇ ਆਪ ਨੂੰ ਸਰਦਾਰ ਵੀ ਅਖਵਾਉਣ ਲੱਗ ਪਏ, ਵੱਡੀਆਂ ਸਰਕਾਰੀ ਨੌਕਰੀਆਂ ਵੀ ਮਿਲ ਗਈਆਂ। ਅਤੇ ਉਸ ਤੋਂ ਬਾਅਦ ਅੱਗੇ ਅੰਗਰੇਜ਼ਾਂ ਦਾ ਰਾਜ ਆ ਗਿਆ, ਤਾਂ ਵੀ ਭਾਵੇਂ ਸਿੱਖਾਂ ਦਾ ਰਾਜ ਤਾਂ ਚਲਾ ਗਿਆ, ਪਰ ਉਦੋਂ ਕੋਈ ਗਰੀਬੀ ਨਹੀਂ ਆਈ। ਸਿੱਖਾਂ ਨੇ ਜੋ ਕੁਝ ਆਪਣੇ ਕੋਲੇ ਸਾਧਨ ਪੈਦਾ ਕੀਤੇ ਸਨ ਉਹ ਗੋਰਿਆਂ ਨੇ ਖੋਹੇ ਨਹੀਂ, ਕੇਵਲ ਰਾਜ ਬਦਲੀ ਹੋਇਆ ਸੀ। ਬਾਕੀ ਜ਼ਮੀਨ ਜਾਇਦਾਦ ਧਨ ਦੌਲਤ ਕਿਸੇ ਦਾ ਕੁਰਕ ਨਹੀਂ ਕੀਤਾ। ਅਤੇ ਉਦੋਂ ਵੀ ਸਿੱਖਾਂ ਦਾ ਜੀਵਨ ਨੌਕਰੀਆਂ ਕਾਰਨ, ਖੇਤੀ ਕਾਰਨ ਵਧੀਆ ਚੱਲ ਰਿਹਾ ਸੀ। ਦਸਵੰਧ ਦੀ ਲੋੜ ਨਹੀਂ ਰਹੀ ਸੀ। ਪਰ ਜੋ ਗੁਰੂ ਸਾਹਿਬ ਦੇ ਜ਼ਮਾਨੇ 'ਚ ਬਣੀ ਹੋਈ ਭਾਵਨਾ ਸੀ, ਉਹ ਭਾਵਨਾ ਲਗਾਤਾਰ ਬਰਕਰਾਰ ਰਹੀ ਅਤੇ ਪੁਜਾਰੀ ਤਬਕੇ ਨੇ ਉਸ ਦਾ ਫਾਇਦਾ ਉਠਾਇਆ ਕਿ ਜੀ ਗੁਰੂ ਦੇ ਨਾਮ 'ਤੇ ਦਿੱਤਾ ਗਿਆ ਦਸਵੰਧ ਅਗਲੇ ਜਨਮ 'ਚ ਦਰਗਾਹ ਦੇ ਵਿੱਚ ਰੱਬ ਦੇ ਚਰਨਾਂ 'ਚ ਉਹ ਕਈ ਗੁਣਾ ਹੋ ਕੇ ਸਾਡਾ ਜੀਵਨ ਸਫਲਾ ਕਰਦਾ, ਸਾਨੂੰ ਸੁੱਖ ਦਿੰਦਾ, ਸਾਨੂੰ ਸਵਰਗ ਦਿੰਦਾ। ਇੱਥੇ ਯਾਦ ਰਵੇ ਕਿ ਜਿਤਨੀ ਦੇਰ ਤੱਕ ਧਰਤੀ ਦੇ ਉੱਤੇ ਪਾਪ ਦਾ ਪ੍ਰਚਾਰ ਹੈ, ਉਤਨੀ ਦੇਰ ਤੱਕ ਪਾਪ ਉਤਾਰਨ ਵਾਸਤੇ ਪੁੰਨ ਜ਼ਰੂਰ ਹੁੰਦਾ ਰਹੇਗਾ। ਭਾਵ ਕਿ ਪਾਪ ਕੀ ਹੈ? ਇਹ ਪਾਪ ਦੀ ਸਜ਼ਾ ਸਰਕਾਰ ਨੇ ਦੇਣੀ ਹੈ, ਅਤੇ ਸਰਕਾਰ ਨੂੰ ਕਿਸੇ ਦਾ ਦਾਨ ਜਾਂ ਦਸਵੰਧ ਨਹੀਂ ਚਾਹੀਦਾ। ਸਰਕਾਰਾਂ ਟੈਕਸ ਲਾਉਂਦੀਆਂ ਨੇ, ਲੋਕਾਂ ਤੋਂ ਟੈਕਸ ਵਸੂਲ ਕਰਕੇ ਆਪਣੇ ਖਰਚੇ ਪੂਰੇ ਕਰਦੀਆਂ ਨੇ, ਸਰਕਾਰੀ ਮੁਲਾਜ਼ਮਾਂ ਨੂੰ, ਜੱਜਾਂ ਨੂੰ ਤਨਖਾਹਾਂ ਦਿੰਦੀਆਂ ਨੇ। ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਦਾਨ ਦੇ ਨਾਮ 'ਤੇ ਬਹੁਤ ਲੁੱਟ ਮਚੀ ਹੋਈ ਹੈ, ਇੱਥੇ ਹੋਰ ਤਾਂ ਬਹੁਤ ਕੁਝ ਹੋਇਆ ਹੀ ਹੋਇਆ। ਅਤੇ ਮੈਂ ਤੁਹਾਨੂੰ ਇੱਕ ਪੈਰਾ ਆਪਣੀ ਕਿਤਾਬ ਦਾਨ ਦਸਵੰਧ ਜਾਂ ਵਪਾਰ ਇਹਦੇ ਵਿੱਚੋਂ ਪੜ੍ਹ ਕੇ ਸੁਣਾਉਣ ਲੱਗਿਆ। ਜਿੱਥੇ ਲੋਟੂ ਬਿਰਤੀ ਵਾਲੇ ਪੁਜਾਰੀ ਸਿੱਖ ਪੁਜਾਰੀਆਂ ਸਮੇਤ ਟੋਲੇ ਨੇ ਆਮ ਲੋਕਾਂ ਨੂੰ ਵਿੱਦਿਆ ਤੋਂ ਸੱਖਣੇ ਕੀਤਾ, ਉਪਰੰਤ ਸ਼ਰਧਾ ਵਾਲੀ ਮਾਰੂ ਦਲਦਲ ਵਿੱਚ ਸੁੱਟ ਦਿੱਤਾ। ਜਿੱਥੇ ਆਪਣੇ ਸੇਵਕਾਂ ਤੋਂ
ਪੁਜਾਰੀਆਂ ਨੇ ਅੰਨ ਵਸਤਰ ਤੇ ਜ਼ਮੀਨ ਤੱਕ ਦਾਨ ਵਿੱਚ ਖੋਹ ਲਏ। ਉੱਥੇ ਮਾਸੂਮ ਜਿੰਦਾਂ, ਕੋਮਲ ਕਲੀਆਂ, ਨਿੱਕੀਆਂ ਬਾਲੜੀਆਂ ਨਾਲ ਜ਼ਾਲਮ ਪੁਜਾਰੀਆਂ ਨੇ ਜੋ ਜਾਨਵਰਾਂ ਨਾਲੋਂ ਵੀ ਗੰਦਾ ਵਿਹਾਰ ਕੀਤਾ, ਉਸ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਅੱਖਾਂ ਵਿੱਚੋਂ ਅਥਰੂਆਂ ਦੀ ਧਾਰਾ ਵਹਿ ਤੁਰਦੀ ਹੈ। ਦੁੱਧ ਪੀਂਦੀਆਂ ਮਾਸੂਮ ਬੱਚੀਆਂ, ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀਆਂ ਅਣਭੋਲ ਮਲੂਕ, ਸੋਹਣੀਆਂ ਤਿਤਲੀਆਂ ਨਾਲ ਧਰਮ ਮੰਦਰਾਂ ਵਿੱਚ ਸਫੈਦ ਚੋਲਿਆਂ ਵਿੱਚ ਲਿਪਟੇ ਪੁਜਾਰੀਆਂ ਨੇ ਬਲਾਤਕਾਰ ਕੀਤੇ। ਉਹਨਾਂ ਦੀਆਂ ਭਿਆਨਕ ਚੀਕਾਂ 'ਤੇ ਵੀ ਤਰਸ ਨਾ ਆਇਆ। ਉਹ ਜੀਵਨ ਭਰ ਲਈ ਅਪਾਹਜ ਕਰ ਦਿੱਤੀਆਂ। ਇਸ ਮਾਰੂ ਸਦਮੇ ਨੂੰ ਯਾਦ ਕਰਕੇ ਉਹ ਸਦਾ ਵਿਲਕਦੀਆਂ ਰਹੀਆਂ। ਧਰਮ ਮੰਦਰਾਂ ਵਿੱਚੋਂ ਧੱਕ ਕੇ ਉਹਨਾਂ ਨੂੰ ਦੇਵਦਾਸੀਆਂ ਬਣਾ ਦਿੱਤਾ ਗਿਆ ਤੇ ਬੇਸ਼ਵਾਵਾਂ ਦੇ ਕੋਠਿਆਂ 'ਤੇ ਵੇਚ ਦਿੱਤੀਆਂ ਗਈਆਂ, ਕਿਉਂਕਿ ਹੋਰ ਮਲੂਕ ਬਾਲੜੀਆਂ ਪੁਜਾਰੀਆਂ ਦਾ ਜਬਰ ਸਹਿਣ ਕਰਨ ਲਈ ਅਰਪਣ ਕੀਤੀਆਂ ਜਾ ਰਹੀਆਂ ਸਨ, ਮਾਤਾ ਪਿਤਾ ਵੱਲੋਂ ਦਾਨ ਕੀਤੀਆਂ ਜਾ ਰਹੀਆਂ ਸਨ। ਇਸ ਤਰ੍ਹਾਂ ਮੰਦਰਾਂ ਦੇ ਵਿੱਚ ਜਿੱਥੇ ਧਨ ਦੌਲਤ ਪੁਰਾਣੇ ਸਮਿਆਂ 'ਚ ਦਾਨ ਕੀਤਾ ਗਿਆ, ਆਪਣੀਆਂ ਮਾਸੂਮ ਬੇਟੀਆਂ ਵੀ ਦਾਨ ਕੀਤੀਆਂ ਜਾਂਦੀਆਂ ਰਹੀਆਂ ਨੇ। ਗੁਰੂ ਪਿਆਰ ਵਾਲਿਓ, ਗੁਰੂ ਸਾਹਿਬ ਨੇ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਹੁਕਮ ਦਿੱਤਾ ਹੈ, ਨਾ ਕਿ ਦਸਵੰਧ ਦਾਨ ਤੇ ਪਲਣ ਵਾਲੇ ਮੁਫਤਖੋਰੇ ਸਾਧ ਪੈਦਾ ਨਹੀਂ ਕੀਤਾ। ਜੇ ਕਿਸੇ ਨੇ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ ਤਾਂ ਆਪਣੇ ਆਲੇ ਦੁਆਲੇ ਝਾਤ ਮਾਰੋ, ਆਪਣੀ ਰਿਸ਼ਤੇਦਾਰੀ 'ਚ, ਆਪਣੇ ਸ਼ਰੀਕੇ ਕਬੀਲੇ 'ਚ, ਆਪਣੇ ਜਾਣ ਪਛਾਣ ਵਾਲਿਆਂ 'ਚ, ਜਿੱਥੇ ਵੀ ਕੋਈ ਲੋੜਵੰਦ ਹੈ, ਆਪ ਖੁਦ ਹਾਜ਼ਰ ਹੋ ਕੇ ਪਹਿਲਾਂ ਪਰਖ ਪੜਚੋਲ ਕਰੋ। ਕਿਤੇ ਮੇਰੇ ਦਿੱਤੇ ਪੈਸੇ ਦੀ ਦੁਰਵਰਤੋਂ ਤਾਂ ਨਹੀਂ ਹੋ ਜਾਵੇਗੀ। ਤਾਂ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਹੈ, ਕਿਤਾਬਾਂ ਵਰਦੀਆਂ ਦਾ ਖਰਚਾ ਝੱਲਿਆ ਜਾ ਸਕਦਾ ਹੈ, ਕਿਸੇ ਦੀ ਇਲਾਜ ਕਰਵਾਇਆ ਜਾ ਸਕਦਾ ਹੈ। ਪਰ ਅੱਜ ਸਾਡੇ ਕੋਲੋਂ ਦਾਨ ਲੈ ਕੇ ਦਸਵੰਧ ਦੇ ਰੂਪ ਦੇ ਵਿੱਚ ਉਹਦੇ ਤੋਂ ਐਸ਼ ਕੀਤੀ ਜਾ ਰਹੀ ਹੈ। ਸਾਧਾਂ ਸੰਤਾਂ ਅਤੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਉੱਚੀਆਂ ਕਰੋੜਾਂ ਰੁਪਈਆਂ ਦੀਆਂ ਸੋਨਾ ਚਾਂਦੀ ਲਾ ਕੇ ਉਸਾਰੀਆਂ ਜਾ ਰਹੀਆਂ ਨੇ, ਤੇ ਕੋਈ ਖਾਲਿਸਤਾਨ ਦੇ ਨਾਮ 'ਤੇ ਮੰਗਦਾ ਹੈ, ਕੋਈ ਪਰਉਪਕਾਰ ਦੇ ਨਾਮ 'ਤੇ ਮੰਗਦਾ ਹੈ, ਕੋਈ ਕਾਰ ਸੇਵਾ ਦੇ ਨਾਮ 'ਤੇ ਮੰਗਦਾ ਹੈ, ਕੋਈ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਉਸਾਰਨ ਦੇ ਨਾਮ 'ਤੇ ਮੰਗਦਾ ਹੈ, ਤੇ ਕੋਈ ਬਿਮਾਰਾਂ ਦੇ ਇਲਾਜ ਦੇ ਨਾਮ 'ਤੇ ਮੰਗਦਾ ਹੈ, ਤੇ ਕੋਈ ਗਰੀਬ ਲੜਕੀਆਂ ਦੇ ਵਿਆਹਾਂ ਦੇ ਨਾਮ 'ਤੇ ਮੰਗਦਾ ਹੈ। ਹਰੇਕ ਪਾਸੇ ਅੱਜ ਲੰਗਰ ਦਾ ਨਾਮ, ਅੱਜ ਅਖੰਡ ਪਾਠਾਂ ਦੀਆਂ ਲੜੀਆਂ ਦੇ ਨਾਮ 'ਤੇ ਕਿੰਨੀ ਧਨ ਦੌਲਤ ਇਕੱਠੀ ਕੀਤੀ ਜਾ ਰਹੀ ਹੈ। ਇਉਂ ਲੱਗਦਾ ਹੈ ਕਿ ਸਿੱਖ ਭਿਖਾਰੀ ਬਣ ਚੁੱਕੇ ਨੇ। ਬਹਾਦਰਾਂ ਦੀ ਕੌਮ ਅੱਜ ਮਜ਼ਲੂਮਾਂ ਦੀ ਹਾਲਤ ਤੱਕ ਪਹੁੰਚ ਗਈ ਹੈ। ਕੇਵਲ ਮੰਗਤਿਆਂ ਦੀ ਕੌਮ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਹਰ ਪਾਸੇ ਮੰਗਤੇ ਹੀ ਮੰਗਤੇ ਨਜ਼ਰ ਆਉਂਦੇ ਨੇ, ਔਰ ਉਹ ਵੀ ਧਰਮ ਦੇ ਨਾਂ 'ਤੇ। ਇੱਕ ਸ਼ਬਦ ਜਿਹੜਾ ਕਿ 372 ਪੰਨੇ 'ਤੇ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ, ਇਹ ਭਾਵੇਂ ਉਸ ਸਮੇਂ ਦੇ, ਕਿਉਂਕਿ ਸਿੱਖਾਂ ਵਿੱਚ ਹਾਲੇ ਪੁਜਾਰੀ ਤਬਕਾ ਉਦੋਂ ਪੈਦਾ ਨਹੀਂ ਸੀ ਹੋਇਆ, ਭਾਵੇਂ ਉਸ ਸਮੇਂ ਦੇ ਪੁਜਾਰੀ ਤਬਕੇ ਨੂੰ ਸਾਹਮਣੇ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ ਗਿਆ, ਪਰ ਅੱਜ ਸਿੱਖ ਉਹਨਾਂ ਦੇ ਬਰਾਬਰ ਨਹੀਂ, ਬਲਕਿ ਮੈਨੂੰ ਤਾਂ ਲੱਗਦਾ ਕਿ ਉਹਨਾਂ ਪੁਰਾਣੇ ਪੁਜਾਰੀਆਂ ਨਾਲੋਂ ਵੀ ਵੱਡੇ ਪੁਜਾਰੀ ਬਣ ਚੁੱਕੇ ਨੇ, ਅੱਗੇ ਨਿਕਲ ਚੁੱਕੇ ਨੇ। ਗੁਰੂ ਸਾਹਿਬ ਕਹਿ ਰਹੇ ਨੇ, ਦਾਨ ਦੇ ਕਰ ਪੂਜਾ ਕਰਨਾ। ਤੁਸੀਂ ਭਾਈ ਦਾਨ ਵੀ ਦਿਓ ਤੇ ਸਾਡੀ ਪੂਜਾ ਵੀ ਕਰੋ। ਲੈਤ ਦੇਤ ਉਨ ਮੁੱਕਰ ਪਰਨਾ। ਇਹ ਸਾਰਾ ਤੁਹਾਡੇ ਕੋਲੋਂ ਲੈ ਕੇ ਅਸੀਂ ਮੁੱਕਰ ਵੀ ਜਾਵਾਂਗੇ। ਕੀ ਭਾਵ ਹੈ ਇਹਦਾ? ਮੈਂ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਪੁਜਾਰੀ ਕਹਿੰਦਾ ਹੈ ਕਿ ਤੁਸੀਂ ਮੇਰੇ 'ਤੇ ਆਸਾਨ ਨਾ ਕਰਿਓ ਦਾਨ ਦੇ ਕੇ, ਕਿਉਂਕਿ ਜੇ ਤੁਹਾਡਾ ਮੈਂ ਦਾਨ ਸਵੀਕਾਰ ਨਾ ਕਰਾਂ ਤਾਂ ਤੁਹਾਡਾ ਪਾਪ ਕਿਵੇਂ ਉਤਰੇਗਾ। ਮੈਂ ਦਾਨ ਆਪਣੀ ਲੋੜ ਵਾਸਤੇ ਨਹੀਂ ਲੈਂਦਾ, ਤੁਹਾਡਾ ਪਾਪ ਉਤਾਰਨ ਵਾਸਤੇ ਲੈ ਰਿਹਾ। ਪੁਜਾਰੀਆਂ ਨੇ ਇਹ ਗੱਲ ਪ੍ਰਚਾਰੀ ਹੋਈ ਸੀ ਸਮੇਂ ਦੇ ਮੁਤਾਬਕ, ਤੇ ਅੱਜ ਵੀ ਉਹੀ ਹਾਲਤ ਹੈ ਕਿ ਦਾਨ ਦਿਓ ਤੇ ਆਪਣੇ ਪਾਪ ਉਤਾਰੋ। ਸਾਡੀ ਤੁਸੀਂ ਲੋੜ ਪੂਰੀ ਨਹੀਂ ਕਰ ਰਹੇ, ਬਲਕਿ ਤੁਹਾਡੀ ਆਪਣੀ ਲੋੜ ਹੈ। ਜੇ ਤੁਸੀਂ ਦਾਨ ਨਹੀਂ ਦਿਓਗੇ ਤਾਂ ਪਾਪੀ ਬਣੇ ਰਹੋਗੇ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤੇ ਦਰ ਤੂੰ ਹੀ ਹੈ ਪਛਤਾਣਾ। ਹੇ ਬ੍ਰਾਹਮਣ, ਜਿਸ ਰਾਹ 'ਤੇ ਤੂੰ ਚੱਲਿਆ ਹੋਇਆ ਤੈਨੂੰ ਪਛਤਾਉਣਾ ਪਵੇਗਾ। ਆਪਣੇ ਲੋਕਾਂ ਨੂੰ ਤੂੰ ਤਬਾਹੀ ਵੱਲ ਧੱਕ ਰਿਹਾ ਹੈ। ਐਸੇ ਬ੍ਰਾਹਮਣ ਡੁੱਬੇ ਭਾਈ। ਅਜਿਹੇ ਪੁਜਾਰੀ ਆਦਿਕ ਗਰਕ ਹੋ ਜਾਂਦੇ ਨੇ। ਜਿਨ੍ਹਾਂ ਦਾ ਸਮਾਜ ਡੁੱਬਦਾ ਹੈ ਉਹ ਵਿੱਚ ਆਪ ਵੀ ਡੁੱਬ ਜਾਂਦੇ ਨੇ। ਨਿਰਾਪਰਾਧ ਚਿਤਵੈ ਬੁਰਿਆਈ। ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਉਹਨਾਂ ਨੂੰ ਗਲਤ ਸਿੱਧ ਕਰ ਰਹੇ ਨੇ, ਉਹਨਾਂ ਨੂੰ ਪਾਪੀ ਗਰਦਾਨ ਰਹੇ ਨੇ, ਉਹਨਾਂ ਦੇ ਅੰਦਰ ਦਹਿਲ ਪਾ ਰਹੇ ਨੇ ਕਿ ਆਹ ਕੰਮ ਕਰ ਗਿਆ ਤੇ ਤੂੰ ਪਾਪ ਹੋ ਗਿਆ। ਤੂੰ ਮੇਤੋਂ ਪੁੱਛ ਕੇ ਕੰਮ ਨਹੀਂ ਕੀਤਾ, ਤੂੰ ਪਾਪੀ ਬਣ ਗਿਆ।
ਤੂੰ ਵਰਤ ਨਹੀਂ ਰੱਖਿਆ, ਤੂੰ ਪੂਜਾ ਨਹੀਂ ਕੀਤੀ, ਤੂੰ ਹਥੌਲਾ ਨਹੀਂ ਕਰਵਾਇਆ, ਤੂੰ ਧਾਗਾ ਤਵੀਤ ਨਹੀਂ ਕਰਵਾਇਆ, ਤੂੰ ਮੰਤਰ ਜਾਪ ਨਹੀਂ ਕੀਤਾ ਤੇ ਤੂੰ ਛਿੱਕ ਮਾਰੀ ਤੋਂ ਅੱਗੇ ਲੰਘ ਗਿਆ, ਬਿੱਲੀ ਤੇਰਾ ਰਸਤਾ ਕੱਟ ਗਈ, ਇਹ ਸਾਰਾ ਕੁਝ ਤਾਂ ਤੈਨੂੰ ਪਾਪ ਲੱਗ ਗਿਆ। ਅਨੇਕਾਂ ਪਾਪਾਂ ਦੇ ਵਿੱਚ ਇਨਸਾਨ ਨੂੰ ਪੁਜਾਰੀ ਤਬਕੇ ਨੇ ਗਰਕ ਕਰ ਦਿੱਤਾ। ਅੰਤਰ ਲੋਭ ਫਿਰੈ ਹਲਕਾਏ, ਅੰਦਰ ਲੋਭ ਇੰਨਾ ਮਾਨੋ ਹਲਕੇ ਕੁੱਤੇ ਵਾਂਗ ਉਹ ਹਰੇਕ ਚੀਜ਼ ਹੜੱਪ ਕਰਨਾ ਚਾਹੁੰਦੇ ਨੇ। ਨਿੰਦਾ ਕਰੈ ਸਿਰ ਭਾਰ ਉਠਾਏ, ਉਹ ਆਪ ਦੂਜਿਆਂ ਨੂੰ ਬੁਰੇ ਕਹਿੰਦੇ ਨੇ ਪਰ ਇਹ ਪਾਪਾਂ ਦਾ ਭਾਰ ਆਪਣੇ ਸਿਰ ਤੇ ਲੱਦ ਰਹੇ ਨੇ। ਜਦੋਂ ਲੋਕ ਪਾਪੀ ਹੈ ਨਹੀਂ ਉਹਨਾਂ ਨੂੰ ਝੂਠ ਬੋਲ ਬੋਲ ਕੇ ਪਾਪੀ ਗਰਦਾਨਿਆ ਜਾ ਰਿਹਾ ਹੈ। ਮਾਇਆ ਮੂਠਾ ਚੇਤਾ ਨਾਹੀਂ, ਇਹ ਤਾਂ ਮਾਇਆ 'ਚ ਗਰਕੇ ਲੋਕ ਨੇ, ਰੱਬ ਦਾ ਚੇਤਾ ਇਹਨਾਂ ਨੂੰ ਨਹੀਂ ਹੈ। ਭਰਮੇ ਭੂਲਾ ਬਹੁਤੀ ਰਾਹੀਂ, ਇਹ ਤਾਂ ਲੋਕਾਂ ਨੂੰ ਆਪ ਭਰਮਾਂ 'ਚ ਪਿਆ ਇਨਸਾਨ ਭਰਮਾਂ 'ਚ ਪਾ ਕੇ ਲੁੱਟ ਰਿਹਾ ਹੈ। ਬਾਹਰ ਭੇਖ ਕਰੈ ਘਨੇਰੇ, ਇਹ ਬਾਹਰੋਂ ਧਰਮ ਦੇ ਭੇਖ ਪਹਿਰਾਵੇ ਬਹੁਤ ਕਰਦਾ, ਧਰਮ ਦੇ ਚੋਲੇ ਬੜੇ ਪਾਉਂਦਾ। ਅੰਤਰ ਵਿਖਿਆ ਉਤਰੀ ਘੇਰੇ, ਅੰਦਰ ਤਾਂ ਜ਼ਹਿਰ ਨਾਲ ਭਰਿਆ ਹੋਇਆ, ਤੁਹਾਡਾ ਸਭ ਕੁਝ ਹੜੱਪ ਕਰ ਜਾਣਾ ਚਾਹੁੰਦਾ ਹੈ। ਅਵਰ ਉਪਦੇਸੈ ਆਪ ਨਾ ਬੁੱਝੈ, ਇਹ ਹੋਰਨਾਂ ਨੂੰ ਤੇ ਪੁਜਾਰੀ ਤਬਕਾ ਬਹੁਤ ਉਪਦੇਸ਼ ਕਰਦਾ ਪਰ ਆਪ ਆਪਣੇ ਆਪ ਤੇ ਲਾਗੂ ਨਹੀਂ ਕਰਦਾ। ਜਿਹੜਾ ਲੋਕਾਂ ਨੂੰ ਬਣਨ ਵਾਸਤੇ ਕਹਿੰਦਾ ਉਹ ਕਦੀ ਖੁਦ ਵੀ ਤਾਂ ਕਰਕੇ ਵਿਖਾਵੇ। ਜੇ ਦਾਨ ਲੋਕਾਂ ਨੇ ਕਰਨਾ ਤੇ ਪੁਜਾਰੀ ਖੁਦ ਦਾਨ ਕਿਉਂ ਨਹੀਂ ਕਰਦੇ? ਤੁਹਾਡੇ ਸਾਡੇ ਕੋਲੋਂ ਦਾਨ ਲੈ ਕੇ ਆਪ ਹੜੱਪ ਕਰ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਤੁਸੀਂ ਦਾਨ ਕਰੋ। ਆਪ ਅਰਬਾਂ ਪਤੀ, ਕਰੋੜਾਂ ਪਤੀ, ਲੱਖਾਂ ਪਤੀ ਪੁਜਾਰੀ ਤਬਕਾ ਬਣ ਜਾਂਦਾ ਪਰ ਖੁਦ ਦਾਨ ਕਦੀ ਨਹੀਂ ਕਰਦਾ। ਗਰੀਬਾਂ ਦੀ ਲੋੜ ਪੂਰੀ ਕਰਨ ਵਾਸਤੇ ਇੱਕ ਧੇਲਾ ਵੀ ਨਹੀਂ ਖਰਚਦਾ। ਅਵਰ ਉਪਦੇਸੈ ਆਪ ਨਾ ਬੁੱਝੈ, ਐਸਾ ਬ੍ਰਾਹਮਣ ਕਹੀਂ ਨਾ ਸੀਜੈ, ਇਹਨੂੰ ਕੋਈ ਵੀ ਮਾਣ ਨਹੀਂ ਕਿਤੇ ਮਿਲਣਾ ਚਾਹੀਦਾ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਐ ਬ੍ਰਾਹਮਣ ਤੂੰ ਤੇ ਮੂਰਖ ਬਣ ਗਿਆ, ਤੂੰ ਪ੍ਰਭੂ ਪਰਮਾਤਮਾ ਨੂੰ ਯਾਦ ਕਰ, ਕਿਹੜੇ ਬੁਰੇ ਕੰਮਾਂ 'ਚ ਪੈ ਗਏ ਹੈ। ਦੇਖਤ ਸੁਨਤ ਤੇਰਾ ਹੈ ਨਾਲ, ਇਹ ਜਿਹੜਾ ਕੁਝ ਤੂੰ ਕਰ ਰਿਹਾ ਹੈ ਪ੍ਰਭੂ ਪਰਮਾਤਮਾ ਤਾਂ ਇੱਥੇ ਧਰਤੀ ਦੇ ਉੱਤੇ ਵਸਦਾ ਹੈ, ਕਣ ਕਣ 'ਚ ਵਸਦਾ ਹੈ, ਤੈਨੂੰ ਇਹਦਾ ਬੁਰਾ ਨਤੀਜਾ ਭੁਗਤਣਾ ਪਵੇਗਾ, ਤੇਰਾ ਸਮਾਜ ਗਰਕ ਹੋ ਜਾਵੇਗਾ। ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰਚਰਨੀ ਲਾਗ, ਜੇ ਤੇਰੇ ਰਤਾ ਮਾਸਾ ਦਿਮਾਗ ਕੰਮ ਕਰਦਾ ਹੈ, ਤੇਰੀ ਕਿਸਮਤ ਚੰਗੀ ਹੈ, ਇੱਥੇ ਕਿਸਮਤ ਤੋਂ ਭਾਵ ਹੈ ਅੱਗਾ ਸਮਾਰਨ ਦੀ ਗੱਲ, ਵਰਤਮਾਨ ਸਮਾਰਨ ਦੀ ਗੱਲ, ਆਪਣੇ ਲੋਕਾਂ ਦਾ ਭਲਾ ਕਰਨ ਦੀ ਗੱਲ, ਜਿਹਨੂੰ ਆਪਾਂ ਨੇ ਕਿਸਮਤ ਨਾਲ ਜੋੜ ਲਿਆ। ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰਚਰਨੀ ਲਾਗ, ਆਪਣਾ ਹੰਕਾਰ ਛੱਡ ਦੇ, ਉੱਚਾ ਹੋਣ ਦਾ ਭਰਮ ਨਾ ਪਾਲ, ਲੋਕਾਂ ਤੋਂ ਦਾਨ ਪੁੰਨ ਨਾ ਲੈ, ਦਸਾਂ ਨੋਹਾਂ ਦੀ ਕਿਰਤ ਕਰ, ਪਰਉਪਕਾਰ ਕਰ, ਸਿਆਣਾ ਬਣ, ਗੁਰੂ ਤੋਂ ਇਹ ਮੱਤ ਲੈ ਲੈ। ਗੁਰੂ ਪਿਆਰ ਵਾਲਿਓ, ਅਸੀਂ ਤਾਂ ਦਾਨ ਦੇ ਕਾਰਨ ਸਭ ਕੁਝ ਲੁਟਾ ਬੈਠੇ ਹਾਂ, ਬਹੁਤ ਕੁਝ ਲੁਟਾ ਬੈਠੇ ਹਾਂ। ਇੱਥੇ ਤਾਂ ਪੁਰਾਤਨ ਸਮਿਆਂ 'ਚ ਬਲ ਰਾਜਾ ਦਾਨ ਦੇ ਵਿੱਚ ਰਾਜ ਪਾਟ ਸਭ ਕੁਝ ਲੁਟਾ ਬੈਠੇ ਆ। ਹਰੀ ਚੰਦ ਰਾਜਾ, ਜਿਹਨੂੰ ਹਰੀਸ਼ ਚੰਦਰ ਵੀ ਕਹਿ ਦਿੰਦੇ ਨੇ, ਹਰੀਸ਼ ਚੰਦਰ ਰਾਜਾ ਬ੍ਰਾਹਮਣ ਦੀਆਂ ਕਲਾਬਾਜ਼ੀਆਂ 'ਚ ਆ ਕੇ ਆਪਣਾ ਰਾਜ ਪਾਟ ਲੁਟਾ ਬੈਠਾ। ਰਾਜਾ ਜਨਮੇਜਾ ਆਪਣਾ ਸਭ ਕੁਝ ਲੁਟਾ ਬੈਠਾ। ਹੋਰ ਕਿੰਨੀਆਂ ਉਦਾਹਰਨਾਂ ਇਹੋ ਜਿਹੇ ਪੁਰਾਤਨ ਸਾਹਿਤ ਦੇ ਵਿੱਚੋਂ ਮਿਲ ਜਾਂਦੀਆਂ ਨੇ ਕਿ ਪੁਜਾਰੀਆਂ ਦੇ ਆਖੇ ਲੱਗ ਕੇ ਭਰਥਰੀ ਰਾਜੇ ਨੇ ਆਪਣਾ ਸਾਰਾ ਕੁਝ ਲੁਟਾ ਕੇ ਜੋਗੀ ਬਣ ਗਿਆ। ਇਹ ਬਹੁਤ ਕੁਝ ਅਜਿਹਾ ਭਰਿਆ ਪਿਆ ਕਿ ਚਾਲਬਾਜ਼ ਪੁਜਾਰੀਆਂ ਨੇ ਸਾਤੋਂ ਸਭ ਕੁਝ ਖੋਹ ਲਿਆ। ਅੱਜ ਹਰ ਇੱਕ ਨੂੰ ਪੈਰਾਂ 'ਤੇ ਖੜ੍ਹੇ ਹੋਣ ਦਾ ਉਪਰਾਲਾ ਕਰੀਏ, ਉਹਨਾਂ ਨੂੰ ਵਿੱਦਿਆ ਦਈਏ, ਗਿਆਨ ਦਈਏ, ਤਾਂ ਕਿ ਸਾਰਾ ਸਮਾਜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਕਿਸੇ ਨੂੰ ਦਾਨ ਦਸਵੰਧ ਨਾ ਦੇਣਾ ਪਵੇ, ਨਾ ਕਿਸੇ ਅੱਗੇ ਹੱਥ ਅੱਡਣੇ ਪੈਣ। ਅਤੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦਾ ਭਲਾ ਕਰਨ, ਵਿੱਦਿਆ ਦੇਣ, ਰੁਜ਼ਗਾਰ ਦੇਣ, ਇਲਾਜ ਕਰਨ, ਹੋਰ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਪੂਰੀਆਂ ਕਰਨ। ਅਸੀਂ ਤਾਂ ਆਪ ਹੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਾਉਂਦੇ ਹਾਂ ਅਤੇ ਦਾਨ ਕਿੰਨਿਆਂ ਕੁ ਨੂੰ ਦੇ ਸਕਾਂਗੇ। ਇਹ ਸਾਰੀ ਇੱਕ ਸਾਧ ਟੋਲਿਆਂ ਨੇ ਲੁੱਟ ਮਚਾਈ ਹੋਈ ਹੈ। ਇਹਨਾਂ ਤੋਂ ਬਚਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਜੇ ਸਾਧ ਟੋਲੇ ਪਰਉਪਕਾਰ ਕਰਨਾ ਚਾਹੁੰਦੇ ਨੇ, ਉਹ ਕਿਸੇ ਕੋਲੋਂ ਭੀਖ ਮੰਗ ਕੇ ਦਾਨ ਨਾ ਕਰਨ। ਕੋਈ ਵੀ ਜਿਹਨੇ ਦਾਨ ਕਰਨਾ ਹੈ ਪਹਿਲਾਂ ਉਹ ਭੀਖ ਮੰਗਦਾ ਹੈ ਲੋਕਾਂ ਤੋਂ ਦਸਵੰਧ ਦੇ ਰੂਪ ਵਿੱਚ, ਅਤੇ ਫਿਰ ਕਹਿੰਦਾ ਹੁਣ ਮੈਂ ਦਾਨ ਕਰਦਾ। ਅਤੇ ਇੱਥੇ ਤਾਂ ਖੇਤਾਂ ਦੇ ਵਿੱਚ ਬੋਰੀਆਂ ਦੀਆਂ ਬੋਰੀਆਂ ਭਰ ਕੇ ਉਹ ਸਾਧ ਬਾਬੇ ਲੈ ਜਾਂਦੇ ਨੇ ਅਤੇ ਉਸ ਕਣਕ ਨੂੰ, ਉਸ ਅੰਨ ਨੂੰ ਉਹ ਮੰਡੀਆਂ 'ਚ ਵੇਚਦੇ ਨੇ ਅਤੇ ਉਹ ਕਿਤੇ ਲੋੜਵੰਦਾਂ ਤੱਕ ਘੱਟ ਹੀ ਪਹੁੰਚਦਾ ਹੈ। ਬਹੁਤ ਕੁਝ ਸੋਚਣ ਦੀ, ਸਮਝਣ ਦੀ, ਅਕਲਮੰਦ ਬਣਨ ਦੀ ਲੋੜ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਭੜਕੈ ਬੁੱਝੀ ਹੈ,
ਅਕਲ ਨਹੀਂ ਕੀਚੈ ਦਾਨ, ਨਾਨਕ ਆਖੈ ਰਾਹੇ ਹੋਰ ਗੱਲਾਂ ਸ਼ੈਤਾਨ। ਅਕਲਬੰਦੀ ਨਾਲ ਹਰੇਕ ਕੰਮ ਕਰਨਾ ਹੈ, ਕਿਸੇ ਦੇ ਪਿੱਛੇ ਨਹੀਂ ਲੱਗਣਾ, ਪਿਛਲੱਗ ਨਹੀਂ ਬਣਨਾ। ਆਪ ਆਪਣੀ ਅਕਲ ਦੀ ਵਰਤੋਂ ਕਰਕੇ, ਚੰਗੇ ਮੰਦੇ ਦੀ ਪਛਾਣ ਕਰਕੇ ਫੈਸਲਾ ਆਪ ਲੈਣਾ। ਪੁਜਾਰੀ ਬਹੁਤ ਕੁਝ ਕਹਿੰਦਾ, ਉਹ ਤੋਂ ਸਾਵਧਾਨ ਰਹਿਣਾ। ਸਵਾਲ ਨੰਬਰ 165 ਭਾਈ ਸੁਰਜੀਤ ਸਿੰਘ ਤਸੌਲੀ ਤੋਂ ਸਵਾਲ ਪੁੱਛਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਚੌਰ, ਚਾਨਣੀ, ਏਸੀ ਲਾਉਣਾ, ਪੱਖੇ ਲਾਉਣੇ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ? ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੂਰਤੀ ਬਣਾ ਲਿਆ ਹੈ। ਆਮ ਇਨਸਾਨ ਗੁਰਬਾਣੀ ਪੜ੍ਹਨ ਤੋਂ ਅਸਮਰੱਥ ਹੈ। ਉਹ ਖੇਚਲ ਨਹੀਂ ਕਰਦਾ ਕਿ ਮੈਂ ਬਾਣੀ ਪੜ੍ਹਾਂ। ਪੁਰਾਣੇ ਸਮਿਆਂ 'ਚ ਜਦੋਂ ਅਨਪੜ੍ਹਤਾ ਸੀ ਬਹੁਤ ਜ਼ਿਆਦਾ, ਉਸ ਸਮੇਂ ਥੋੜ੍ਹੇ ਬਹੁਤ ਪੜ੍ਹੇ ਲਿਖੇ ਵਿਅਕਤੀਆਂ ਨੇ ਇਹ ਪ੍ਰਚਾਰ ਦਿੱਤਾ ਕਿ ਗੁਰਬਾਣੀ ਪੜ੍ਹਨੀ ਬਹੁਤ ਔਖੀ ਹੈ। ਸੱਚੀ ਮੁੱਚੀ ਔਖੀ ਹੈ। ਅਨਪੜ੍ਹਾਂ ਵਾਸਤੇ ਤਾਂ ਔਖੀ ਹੈ, ਪਰ ਪੜ੍ਹਿਆਂ ਲਿਖਿਆਂ ਵਾਸਤੇ ਕੋਈ ਔਖੀ ਨਹੀਂ ਹੈ। ਇੱਕ ਡਰ ਬਿਠਾ ਦਿੱਤਾ, ਅਨਪੜ੍ਹਾਂ ਵਾਸਤੇ ਤਾਂ ਕੋਈ ਵੀ ਕਿਤਾਬ ਪੜ੍ਹਨੀ ਬਹੁਤ ਔਖੀ ਹੈ। ਫਿਰ ਇਹ ਡਰ ਪਾ ਦਿੱਤਾ ਪੁਜਾਰੀ ਵੱਲੋਂ ਕਿ ਜੇ ਕਿਤੇ ਗੁਰਬਾਣੀ ਦੇ ਵਿੱਚ ਅਸ਼ੁੱਧੀਆਂ ਹੋ ਗਈਆਂ, ਤੁਹਾਤੋਂ ਪਾਠ ਠੀਕ ਤਰੀਕੇ ਨਾਲ ਨਾ ਹੋਇਆ ਤਾਂ ਪਾਪ ਲੱਗ ਜਾਊਗਾ, ਅਤੇ ਉਹਦਾ ਦਹਿਲ ਵੀ ਪੈ ਗਿਆ। ਪਾਪ ਉਤਾਰਨ ਵਾਸਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਅਡੰਬਰ ਰਚਣੇ ਪੈਣ, ਦਾਨ ਪੁੰਨ ਕਰਨਾ ਪਵੇ, ਮੰਤਰ ਜਾਪ ਕਰਨੇ ਪੈਣ, ਅਤੇ ਫਿਰ ਸ਼ੁੱਧ ਪਾਠ ਕਰੀਏ ਤਾਂ ਕਿਵੇਂ ਕਰੀਏ? ਇਹ ਤੁਸੀਂ ਖਾਸ ਕਿਸੇ ਸੰਸਥਾ ਤੋਂ ਆਮ ਤੌਰ 'ਤੇ ਆਪਣੇ ਆਪ ਨੂੰ ਟਕਸਾਲ ਵਾਲਿਆਂ ਨੇ ਸਭ ਤੋਂ ਵਧੀਆ ਪਾਠ ਕਰਨ ਵਾਲੇ ਲੋਕਾਂ 'ਚ ਪ੍ਰਚਾਰਿਆ ਸੀ, ਜਦੋਂ ਕਿ ਇਹ ਝੂਠ ਹੈ। ਉਹ ਕੋਈ ਵਧੀਆ ਸੰਥਾ ਪਾਠ ਕਰਨ ਵਾਲੇ ਨਹੀਂ ਹੈਗੇ। ਉਹਨਾਂ ਦੀ ਆਪਣੀ ਪਰਸਨਲ ਮਰਿਆਦਾ ਹੈ। ਜਿਵੇਂ ਉਹਨਾਂ ਦੇ ਸਾਧਾਂ ਨੂੰ, ਮੁਖੀਆਂ ਨੂੰ ਸਮਝ ਆਈ, ਉਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਦਿੱਤਾ ਕਿ ਇੱਥੇ ਬਿੰਦੀ ਲਾਉਣੀ ਹੈ, ਇੱਥੇ ਨਹੀਂ ਲਾਉਣੀ, ਅਧਿਕ ਲਾਉਣੀ ਹੈ ਅਤੇ ਨਹੀਂ ਲਾਉਣੀ। ਇਹ ਸਾਰਾ ਕੁਝ ਉਹਨਾਂ ਦੀ ਪਰਸਨਲ ਮਰਜ਼ੀ ਸੀ। ਅਸੀਂ ਜੇ ਸੇਧ ਲੈਣੀ ਹੈ ਤਾਂ ਪ੍ਰੋਫੈਸਰ ਸਾਹਿਬ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਭਾਈ ਹਰਬੰਸ ਸਿੰਘ ਪਟਿਆਲੇ ਵਾਲੇ, ਇਹਨਾਂ ਦੇ ਟੀਕੇ ਕੀਤੇ ਹੋਏ ਨੇ। ਭਾਵੇਂ 100% ਕਿਸੇ ਨਾਲ ਕੋਈ ਸਹਿਮਤ ਨਾ ਵੀ ਹੋਵੇ, ਪਰ ਫਿਰ ਵੀ ਇਹਨਾਂ ਦੇ ਬਾਕੀਆਂ ਨਾਲੋਂ ਅਰਥ ਚੰਗੇ ਨੇ, ਅਤੇ ਉਦੋਂ ਅੱਗੇ ਦੀ ਗੱਲ ਅਸੀਂ ਆਪ ਸੋਚਣੀ ਅਤੇ ਸਮਝਣੀ ਹੁੰਦੀ ਹੈ। ਇਸ ਗੱਲ ਵੱਲੋਂ ਅਨਪੜ੍ਹਤਾ ਦੇ ਕਾਰਨ ਸਿੱਖ ਪਛੜ ਗਏ, ਅਤੇ ਫਿਰ ਆਮ ਸਿੱਖਾਂ ਵਾਸਤੇ ਪ੍ਰਭਾਵ ਪਾਉਣ ਨੂੰ ਕੀ ਰਹਿ ਗਿਆ ਸੀ ਪੁਜਾਰੀ ਕੋਲ? ਉਹ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰਮਾਲਿਆਂ 'ਚ ਲਪੇਟ ਕੇ ਪ੍ਰਦਰਸ਼ਿਤ ਕੀਤਾ ਜਾਵੇ। ਜਿਵੇਂ ਕਿਸੇ ਨੂੰ ਰਾਜੇ ਮਹਾਰਾਜੇ ਨੂੰ ਬਹੁਤ ਸੁੰਦਰ ਬਸਤਰ ਪਹਿਨਾ ਕੇ, ਕਲਗੀ ਲਾ ਕੇ, ਹਾਰ ਕੰਠੇ ਪਵਾ ਕੇ, ਉੱਚੇ ਪੀੜ੍ਹੇ 'ਤੇ, ਉੱਚੇ ਤਖਤ 'ਤੇ, ਉੱਚੇ ਥੜੇ 'ਤੇ ਬਿਠਾ ਕੇ ਲੋਕਾਂ ਦਾ ਉਹਦੇ ਅੱਗੇ ਜਮਘੱਟਾ ਜੋੜਿਆ ਜਾਂਦਾ ਸੀ, ਉਹਨੂੰ ਨਮਸਕਾਰਾਂ ਕਰਦੇ ਸੀ, ਦਰਸ਼ਨ ਕਰਨ ਆਉਂਦੇ ਸੀ। ਅਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਵਿਚਕਾਰ ਗੁਰਦੁਆਰਿਆਂ 'ਚ, ਘਰਾਂ 'ਚ ਇਸ ਤਰ੍ਹਾਂ ਪੇਸ਼ ਕਰ ਦਿੱਤਾ ਕਿ ਇਹਨੂੰ ਤੁਸੀਂ ਭੇਟਾ ਦਿਓ, ਮੱਥੇ ਟੇਕੋ ਅਤੇ ਇਹਦੇ ਦਰਸ਼ਨ ਕਰੋ, ਜਨਮ ਸਫਲਾ ਕਰੋ, ਚਰਨ ਧੂੜ ਮੱਥੇ ਨੂੰ ਲਾਓ, ਪ੍ਰਸ਼ਾਦ ਲਓ, ਲੰਗਰ ਲਓ। ਪਰ ਗੁਰਬਾਣੀ ਇਹ ਸਾਨੂੰ ਭੁੱਲ ਗਈ ਹੈ, ਇਹ ਵਿਸਰ ਗਈ ਹੈ। ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਕਿਹੋ ਜਿਹੀ ਜ਼ਿੰਦਗੀ ਜਿਉਣੀ ਹੈ, ਕਿਹੋ ਜਿਹੀ ਸਫਲਤਾ ਨਾਲ ਕਾਰਜ ਕਰਨੇ ਨੇ, ਇਹ ਕੁਝ ਵੀ ਨਹੀਂ ਦੱਸਿਆ ਗਿਆ। ਅਨਪੜ੍ਹਤਾ ਦੇ ਕਾਰਨ ਇਹ ਸਾਰਾ ਕੁਝ ਪਿਛਲੇ ਸਮੇਂ 'ਚ ਤਾਂ ਵਾਪਰਦਾ ਰਿਹਾ, ਪਰ ਅੱਜ ਅਨਪੜ੍ਹਤਾ ਦਾ ਯੁੱਗ ਨਹੀਂ ਹੈ। ਅੱਜ ਅਸੀਂ ਵਿਕਾਸ ਦੇ ਰਾਹ 'ਤੇ ਤੁਰੀਏ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ। ਵਿਗਿਆਨਕ ਕਾਢਾਂ ਕਿੰਨੀਆਂ ਨਿਕਲ ਗਈਆਂ, ਸਾਨੂੰ ਕਿੰਨੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ, ਸਾਡੀ ਜ਼ਿੰਦਗੀ 'ਚ ਕਿੰਨਾ ਬਦਲਾਅ ਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਬਦਲਾਅ ਨਹੀਂ ਆਇਆ। ਭਾਵ ਕਿ ਪੁਜਾਰੀ ਨੇ ਬਾਣੀ ਸਾਨੂੰ ਪੜ੍ਹਨ ਨਹੀਂ ਦਿੱਤੀ, ਅਤੇ ਆਪ ਅਸੀਂ ਪੜ੍ਹਨ ਦੀ ਹਿੰਮਤ ਨਹੀਂ ਕੀਤੀ। ਉਹਨੂੰ ਰੇਸ਼ਮੀ, ਕੀਮਤੀ, ਸੁਨਹਿਰੀ ਤਰ੍ਹਾਂ ਤਰ੍ਹਾਂ ਦੇ ਰਮਾਲਿਆਂ 'ਚ ਇਉਂ ਬਲੇਟ ਕਰ ਦਿੱਤਾ, ਬਲੇਟ ਕੇ ਰੱਖ ਦਿੱਤਾ, ਜਿਵੇਂ ਕਿਤੇ ਨਵ ਵਿਆਹ ਲਾੜਾ ਜਾਂ ਲਾੜੀ ਸੱਜ ਸਮਰ ਕੇ ਸਭ ਦੇ ਵਿਚਕਾਰ ਬੈਠੇ ਹੁੰਦੇ ਨੇ। ਗੁਰੂ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਅਤੇ ਪੜ੍ਹਨਾ ਜ਼ਰੂਰੀ ਸੀ। ਕਦੀ ਸੋਚ ਕੇ ਵੇਖੋ, ਪੁਰਾਤਨ ਸਮਿਆਂ 'ਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੱਥ ਲਿਖਤ ਭਾਈ ਗੁਰਦਾਸ ਨੇ ਇੱਕੋ ਲਿਖੀ ਸੀ। ਫਿਰ ਤਾਂ ਉਹਦੇ ਉਤਾਰੇ ਵੀ ਨਹੀਂ ਹੋਣੇ ਚਾਹੀਦੇ ਸੀ, ਕਿਉਂਕਿ ਭਾਈ ਗੁਰਦਾਸ ਵਾਲੀ ਬੀੜ ਤਾਂ ਇੱਕੋ ਹੀ ਸੀ। ਉਹਦੇ ਉਤਾਰੇ ਕਰਨ ਵਾਲੇ ਹੋਰ ਉਹ ਕੌਣ ਨੇ ਜਿਨ੍ਹਾਂ ਨੇ ਉਤਾਰੇ ਕੀਤੇ? ਜੇ ਇਹਨਾਂ ਪੁਜਾਰੀਆਂ ਦੀ ਮੰਨੀ ਜਾਵੇ ਫਿਰ ਤਾਂ ਉਤਾਰੇ ਵੀ ਨਹੀਂ ਹੋਣੇ ਚਾਹੀਦੇ ਸੀ। ਸਮਾਂ ਬੀਤਣ ਦੇ ਨਾਲ ਬੇਅੰਤ ਉਤਾਰੇ ਬਹੁਤ ਸਾਰੇ ਲੋਕਾਂ ਨੇ ਕੀਤੇ, ਅਤੇ ਕਿਤੇ ਕਿਤੇ ਵਿੱਚ ਗਲਤੀਆਂ ਵੀ ਉਤਾਰਾ ਕਰਨ ਵਾਲਿਆਂ ਤੋਂ ਹੋਈਆਂ, ਪਰ ਉਤਾਰੇ ਲਗਾਤਾਰ ਚੱਲਦੇ ਰਹੇ।
ਜਦੋਂ 1865 ਦੇ ਵਿੱਚ ਲਾਹੌਰ ਵਿਖੇ ਪ੍ਰਿੰਟਿੰਗ ਪ੍ਰੈਸ ਲੱਗੀ ਤਾਂ ਉਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਅਤੇ ਗੁਟਕੇ ਛਪਣੇ ਵੀ ਸ਼ੁਰੂ ਹੋਏ। ਅਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪੇਖਾਨੇ 'ਚ ਨਾ ਜਾਂਦੀਆਂ ਤਾਂ ਸਾਡੇ ਕੋਲੇ ਘਰ ਘਰ ਫਿਰ ਨਹੀਂ ਪਹੁੰਚਣੀਆਂ ਸੀ। ਉਪਰੰਤ ਇਹ ਅਜਿਹੇ ਢੰਗ ਨਾਲ ਵੀ ਬੀੜਾਂ ਛਪਣ ਲੱਗ ਪਈਆਂ ਕਿ ਉਹਨਾਂ ਨੂੰ ਛਾਪੇਖਾਨੇ 'ਚ ਭੇਜ ਕੇ ਕੱਟ ਵੱਢ ਕਰਨ ਦੀ ਫਿਰ ਲੋੜ ਨਾ ਰਹੀ। ਉਹਨੂੰ ਫੋਟੋ ਦੇ ਢੰਗ ਦੇ ਨਾਲ ਸਕੈਨ ਕਰਕੇ ਵੀ ਛਾਪਿਆ ਜਾਣ ਲੱਗ ਪਿਆ। ਅਤੇ ਅੱਜ ਇਹ ਅਵਸਥਾ ਪਹੁੰਚ ਗਈ, ਵਿਗਿਆਨ ਨੇ ਬਹੁਤ ਕੁਝ ਦੱਸ ਦਿੱਤਾ। ਅੱਜ ਮੋਬਾਈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਮੌਜੂਦ ਨੇ। ਨੈੱਟ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਢੰਗਾਂ ਦੇ ਪਾਠ ਮੌਜੂਦ ਨੇ, ਬੋਲੇ ਹੋਏ ਵੀ, ਲਿਖੇ ਹੋਏ ਵੀ, ਅਰਥ ਕੀਤੇ ਹੋਏ ਵੀ। ਇਹ YouTube ਤੋਂ ਤੁਸੀਂ ਲੱਭ ਸਕਦੇ ਹੋ ਅਤੇ ਉਹਨੂੰ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਸੀਡੀਆਂ 'ਚ, ਪੈਨ ਡਰਾਈਵ 'ਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾ ਕੇ ਆਪਣੇ ਕੋਲ ਰੱਖ ਸਕਦੇ ਹੋ। ਫਿਰ ਸੋਚ ਕੇ ਦੇਖੋ, ਰਮਾਲਿਆਂ ਦਾ ਅਡੰਬਰ ਹੈ ਜਿਹੜਾ ਉਹ ਗੁਰਦੁਆਰਿਆਂ ਤੱਕ ਸੀਮਤ ਰਹਿ ਗਿਆ। ਜਿਹੜੀ ਸਾਡੇ ਕੋਲੇ ਮੋਬਾਈਲ ਦੇ ਵਿੱਚ ਜਾਂ ਨੈੱਟ ਦੇ ਉੱਤੇ ਪਈ ਹੋਈ ਗੁਰਬਾਣੀ ਹੈ ਉਹ ਕੇਵਲ ਗੁਰਬਾਣੀ ਹੈ। ਉੱਥੇ ਕੋਈ ਰਮਾਲਾ, ਕੋਈ ਪੀੜਾ ਅਤੇ ਕੋਈ ਚੌਰ, ਕੋਈ ਚਾਨਣੀ ਉੱਥੇ ਨਹੀਂ ਹੈ। ਉਹ ਤਾਂ ਵਿਗਿਆਨ ਨੇ ਉਤਾਰ ਦਿੱਤਾ ਸਾਰਾ ਕੁਛ। ਅਗਲਾ ਕਾਰਜ ਤਾਂ ਤੁਸੀਂ ਆਪ ਕਰਨਾ ਹੈ ਕਿ ਉਸ ਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ। ਪੁਜਾਰੀ ਤਾਂ ਹੌਲੀ ਹੌਲੀ ਵੇਖਦਾ ਹੀ ਰਹਿ ਜਾਵੇਗਾ, ਉਹਦੇ ਕੋਲੇ ਕੁਛ ਵੀ ਨਹੀਂ ਰਹਿਣਾ। ਉਹ ਅੱਜ ਤੱਕ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪ੍ਰਦਰਸ਼ਨੀ ਕਰਕੇ ਹੀ ਆਮ ਜਗਿਆਸੂਆਂ ਦੇ ਬੋਝੇ ਵਿੱਚੋਂ ਪੈਸੇ ਕਢਾਉਂਦਾ ਰਿਹਾ। ਉਹਨੇ ਗਿਆਨ ਨਹੀਂ ਸਾਨੂੰ ਦਿੱਤਾ, ਕਿਉਂਕਿ ਗਿਆਨ ਉਹਦੇ ਕੋਲੇ ਆਪਣੇ ਕੋਲੇ ਵੀ ਨਹੀਂ ਸੀ। ਇੱਥੋਂ ਤੱਕ ਜਦੋਂ ਕਦੀ ਗੁਰੂ ਸਾਹਿਬ ਦਾ ਗੁਰਪੁਰਬ ਆਉਂਦਾ, ਕੋਈ ਹੋਰ ਵੱਡੇ ਦਿਨ ਆਉਂਦੇ ਨੇ, ਕੀਰਤਨ ਯਾਤਰਾ ਦੇ ਨਾਮ ਥੱਲੇ, ਸ਼ੋਭਾ ਯਾਤਰਾ ਦੇ ਨਾਮ ਥੱਲੇ ਅਨੇਕਾਂ ਤਰ੍ਹਾਂ ਦੀਆਂ ਯਾਤਰਾਵਾਂ ਦਾ ਨਾਮ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੇਹੜੀਆਂ 'ਤੇ, ਗੱਡੀਆਂ 'ਤੇ, ਕਾਰਾਂ 'ਤੇ ਰੱਖ ਕੇ ਘਰ ਘਰ ਲੈ ਕੇ ਘੁੰਮਿਆ ਜਾਂਦਾ ਹੈ, ਤਾਂ ਕਿ ਜੇ ਤੁਸੀਂ ਗੁਰਦੁਆਰੇ 'ਚ ਆ ਕੇ ਮਾਇਆ ਨਹੀਂ ਦਿੱਤੀ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਡੇ ਘਰ ਦੇ ਅੱਗੇ ਗੇਟ ਮੂਹਰੇ ਹੀ ਲਿਆਏ। ਹੁਣ ਤਾਂ ਬਾਹਰ ਨਿਕਲੋ, ਮੱਥਾ ਟੇਕਣ ਦੇ ਬਹਾਨੇ ਕੁਝ ਤਾਂ ਮਾਇਆ ਰੱਖ ਦਿਓ। ਪੁਜਾਰੀਆਂ ਨੇ ਇਹ ਚਾਲਾਂ ਵੀ ਚੱਲੀਆਂ ਨੇ। ਇੱਥੋਂ ਤੱਕ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ ਵੱਡਾ ਸਮਾਗਮ ਮਨਾਇਆ ਜਾ ਰਿਹਾ ਸੀ। ਸ਼ਾਇਦ 1996-97 ਦੀ ਇਹ ਘਟਨਾ ਹੈ। ਮੈਂ ਅਖਬਾਰਾਂ 'ਚੋਂ ਲੈ ਕੇ ਆਪਣੀਆਂ ਕਿਤਾਬਾਂ 'ਚ ਵੀ ਇਹ ਮੈਟਰ ਪਾਇਆ ਹੋਇਆ ਹੈ। ਇੱਕ ਘੋੜਾ ਗੱਡੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਅੰਮ੍ਰਿਤਸਰ ਦੇ ਵਿੱਚ ਯਾਤਰਾ ਕਰਵਾਈ ਜਾ ਰਹੀ ਸੀ ਅਤੇ ਉਦੋਂ ਚੋਣਾਂ ਦਾ ਸਮਾਂ ਸੀ। ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪਣੇ ਨੰਬਰ ਬਣਾਉਣੇ ਸੀ। ਜਥੇਦਾਰ ਨੂੰ, ਗ੍ਰੰਥੀ ਨੂੰ ਉਸ ਤਾਂਗੇ ਤੋਂ, ਬੱਗੀ ਤੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ, ਉਹਦੇ ਤੋਂ ਉਤਾਰ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਆਪ ਉਸ ਬੱਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠ ਕੇ ਜਾ ਕੇ। ਹੁਣ ਘੋੜੀ ਇੱਕੋ ਸੀ ਜਿਹੜੀ ਖਿੱਚ ਰਹੀ ਸੀ ਉਸ ਤਾਂਗੇ ਨੂੰ, ਅਤੇ ਬਾਦਲ ਜੀ ਦੇ 4-5 ਬਾਡੀਗਾਰਡ ਸਰਕਾਰ ਵੱਲੋਂ ਜੋ ਮਿਲੇ ਹੋਏ ਸੀ ਉਹ ਵੀ ਛਾਲਾਂ ਮਾਰ ਕੇ ਉਸ ਤਾਂਗੇ ਦੇ ਉੱਤੇ ਚੜ੍ਹ ਗਏ। ਅਤੇ ਬਕਾਇਦਾ ਵੀਡੀਓ ਬਣ ਕੇ ਇਹ ਸਾਹਮਣੇ ਆਈ ਸੀ, ਅਖਬਾਰਾਂ 'ਚ ਇਹਦੀਆਂ ਫੋਟੋਆਂ ਛਪੀਆਂ ਨੇ ਕਿ ਉਸ ਤਾਂਗੇ ਦੇ ਭਾਰ ਨਾ ਝੱਲਦੇ ਹੋਏ ਚੱਕੇ ਪਹੀਏ ਟੁੱਟ ਗਏ ਅਤੇ ਘੋੜੀ ਜ਼ਮੀਨ 'ਤੇ ਡਿੱਗ ਪਈ ਅਤੇ ਗੁਰੂ ਗ੍ਰੰਥ ਸਾਹਿਬ ਵੀ ਰੁੜ ਗਿਆ, ਬੇਅਦਬੀ ਹੋ ਗਈ ਅਤੇ ਕਿਸੇ ਨੇ ਕੋਈ ਅਫਸੋਸ ਨਹੀਂ ਕੀਤਾ। ਬਾਦਲ ਜੀ ਨੇ ਕੱਪੜੇ ਝਾੜੇ, ਗੁਰੂ ਗ੍ਰੰਥ ਸਾਹਿਬ ਨੂੰ ਫਿਰ ਇਕੱਠਾ ਕੀਤਾ, ਰਮਾਲਿਆਂ 'ਚ ਲਪੇਟਿਆ ਅਤੇ ਫਿਰ ਹੋਰ ਤਾਂਗਾ ਲਿਆਂਦਾ ਅਤੇ ਫਿਰ ਉਹਦੇ 'ਤੇ ਨਗਰ ਕੀਰਤਨ ਸੰਪੂਰਨ ਕਰ ਦਿੱਤਾ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰਾ ਕੁਝ ਪੈਸੇ ਕਮਾਉਣ ਨੂੰ, ਲੀਡਰੀਆਂ ਚਮਕਾਉਣ ਨੂੰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸਮਝਣ, ਸਮਝਾਉਣ ਨੂੰ ਸੀ, ਜ਼ਿੰਦਗੀ 'ਚ ਲਾਗੂ ਕਰਾਉਣ ਨੂੰ ਸੀ। ਇਹ ਪੈਸੇ ਕਮਾਉਣ ਨੂੰ ਨਹੀਂ ਸੀ। ਆ ਜਿਹੜਾ ਕੁਝ ਚਾਨਣੀ ਚੌਰ ਲੱਖਾਂ ਕਰੋੜਾਂ ਰੁਪਈਆ ਰੋੜਿਆ ਜਾ ਰਿਹਾ ਹੈ, ਇਹ ਸ਼ਰਧਾ ਦੇ ਨਾਮ 'ਤੇ ਸਿੱਖਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਗਿਆ। ਕੰਗਾਲ ਪੈਸੇ ਪੱਖੋਂ ਵੀ ਅਤੇ ਕੰਗਾਲ ਮਾਨਸਿਕ ਪੱਖੋਂ ਵੀ ਸਿੱਖਾਂ ਨੂੰ ਕਰ ਦਿੱਤਾ ਹੈ। ਇਹਦੇ ਅੰਦਰਲਾ ਜੋ ਗਿਆਨ ਦਾ ਖਜ਼ਾਨਾ ਸੀ, ਪਿਓ ਦਾਦੇ ਕਾ ਖੋਲ੍ਹ ਡਿੱਠਾ ਖਜ਼ਾਨਾ, ਤਾਂ ਉਹ ਮੇਰਾ ਮਨ ਭਇਆ ਨਿਧਾਨਾ। ਇਹ ਜਿਹੜੀਆਂ ਪੰਕਤੀਆਂ ਕੇਵਲ ਪੜ੍ਹਨ ਮਾਤਰ ਰਹਿ ਗਈਆਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗਿਆਨ ਹੈ ਉਹ ਆਮ ਸਿੱਖ ਨੂੰ ਨਹੀਂ ਹੈ। ਅਤੇ ਕਿਸੇ ਤੋਂ ਪਾਠ ਵੀ ਕਰਾਉਂਦੇ ਨੇ, ਕਿਸੇ ਤੋਂ ਹੀ ਕੀਰਤਨ ਕਰਾਉਂਦੇ ਨੇ, ਕਿਸੇ ਤੋਂ ਕਥਾ ਕਰਾਉਂਦੇ ਨੇ, ਕਿਸੇ ਤੋਂ ਅਰਦਾਸ ਕਰਾਉਂਦੇ ਨੇ,
ਤੇ ਆਪ ਤਾਂ ਕੁਛ ਵੀ ਆਮ ਸਿੱਖ ਕਰਨ ਨਹੀਂ ਜਾਣਦਾ। ਗੁਰੂ ਪਿਆਰ ਵਾਲਿਓ, ਵਿੱਦਿਆ ਦਾ ਯੁੱਗ ਹੈ। ਇਹਨਾਂ ਰਮਾਲਿਆਂ ਦੀਆਂ ਗੱਲਾਂ ਛੱਡੋ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੋਇਆ ਉਹਨੂੰ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦਾ ਯਤਨ ਕਰੋ। ਇਹ ਤਾਂ ਪੁਜਾਰੀਆਂ ਦੇ ਰਚੇ ਹੋਏ ਅਡੰਬਰ ਨੇ। ਜਿਵੇਂ ਮੂਰਤੀ ਨੂੰ ਸ਼ਿੰਗਾਰਿਆ ਜਾਂਦਾ ਹੈ, ਜਿਵੇਂ ਮੂਰਤੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬਸਤਰ ਪਹਿਨਾਏ ਜਾਂਦੇ ਨੇ, ਭੋਗ ਲਗਵਾਏ ਜਾਂਦੇ ਨੇ, ਪਰ ਹੜੱਪ ਤਾਂ ਸਾਰਾ ਕੁਝ ਪੁਜਾਰੀ ਹੀ ਕਰਦਾ ਨਾ, ਮੂਰਤੀ ਤਾਂ ਕੁਝ ਵੀ ਨਹੀਂ ਖਾਂਦੀ। ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਬਾਲ ਬੱਚਿਆਂ ਦਾ, ਪਰਿਵਾਰ ਦਾ ਕੋਈ ਬੈਂਕ ਖਾਤਾ ਇੱਥੇ ਨਹੀਂ ਖੁੱਲ੍ਹਿਆ ਹੋਇਆ ਕਿ ਜਿਹੜੀ ਮਾਇਆ ਅਸੀਂ ਗੁਰਦੁਆਰੇ 'ਚ ਗੁਰੂ ਦੇ ਨਾਮ 'ਤੇ ਦਿੰਦੇ ਹਾਂ ਉਹ ਗੁਰੂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਜਾਂਦੀ। ਉਹ ਤਾਂ ਅਸੀਂ ਹੀ ਉਹਨਾਂ ਦੇ ਬਾਲ ਬੱਚੇ ਆ, ਅਸੀਂ ਹੀ ਰਲ ਮਿਲ ਕੇ ਸਾਰਾ ਕੁਝ ਛਕਣਾ, ਪਰ ਇਹ ਸਾਰਾ ਕੁਝ ਜਾਵੇ ਲੋੜਵੰਦਾਂ ਤੱਕ, ਇਹ ਪੁਜਾਰੀਆਂ ਦੇ ਢਿੱਡ 'ਚ ਨਾ ਜਾਵੇ। ਇਸ ਨੂੰ ਸਮਝਣ ਦਾ ਯਤਨ ਕਰੋ, ਗਿਆਨਵਾਨ ਬਣੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਅਤੇ ਵਿਚਾਰਨ ਵਾਸਤੇ ਹੈ, ਆਪਣੀ ਜ਼ਿੰਦਗੀ 'ਚ ਲਾਗੂ ਕਰਨ ਵਾਸਤੇ ਹੈ। ਸਵਾਲ ਨੰਬਰ 166 ਭਾਈ ਕਸ਼ਮੀਰ ਸਿੰਘ ਉੱਤਰਾਖੰਡ ਤੋਂ। ਇਹਨਾਂ ਦਾ ਸਵਾਲ ਹੈ ਕਿ ਅਖੰਡ ਪਾਠ ਕਦੋਂ ਸ਼ੁਰੂ ਹੋਏ, ਕੀ ਇਸ ਦੀ ਲੋੜ ਹੈ? ਗੁਰਮੁਖ ਪਿਆਰਿਓ, ਆਪਾਂ ਆਪਣੇ ਦਿਮਾਗ ਨੂੰ ਵਿਕਸਿਤ ਕਰੀਏ। ਹਰ ਇੱਕ ਚੀਜ਼ ਦੀ ਆਊਟਪੁੱਟ ਹੋਣੀ ਚਾਹੀਦੀ ਹੈ, ਭਾਵ ਕਿ ਜੋ ਵੀ ਕੰਮ ਅਸੀਂ ਕਰਦੇ ਹਾਂ ਉਹਦੀ ਪ੍ਰਾਪਤੀ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਮਜ਼ਦੂਰਾਂ ਵਾਂਗ, ਖੋਤਿਆਂ ਵਾਂਗ ਭਾਰਤਾਂ ਧੋਂਦੇ ਰਹੀਏ, ਅਸੀਂ ਮਿਹਨਤ ਤਾਂ ਬਹੁਤ ਕਰਦੇ ਰਹੀਏ ਪਰ ਉਹਦੀ ਪ੍ਰਾਪਤੀ ਕੋਈ ਵੀ ਨਾ ਹੋਵੇ, ਤਾਂ ਫਿਰ ਉਹ ਮਿਹਨਤ ਸਮਝੋ ਸਾਡੇ ਮੂਰਖਤਾ ਦਾ ਇੱਕ ਸਬੂਤ ਹੈ ਕਿ ਅਸੀਂ ਕੰਮ ਤਾਂ ਬਹੁਤ ਕੀਤਾ ਪਰ ਉਹਦਾ ਫਲ ਕੋਈ ਨਹੀਂ ਮਿਲਿਆ। ਇਸੇ ਤਰ੍ਹਾਂ ਅਖੰਡ ਪਾਠ ਦਾ ਫਲ ਜੇ ਮਿਲਦਾ ਹੈ ਤਾਂ ਉਹ ਕੇਵਲ ਤੇ ਕੇਵਲ ਰੁਜ਼ਗਾਰ 'ਤੇ ਲੱਗੇ ਹੋਏ ਪੁਜਾਰੀਆਂ ਨੂੰ, ਕੀਰਤਨੀਆਂ ਨੂੰ, ਪਾਠੀਆਂ ਨੂੰ ਇਹ ਫਲ ਮਿਲਦਾ ਹੈ, ਭਾਵ ਕਿ ਭੇਟਾ ਪੂਜਾ ਬੈਠੇ ਬਿਠਾਇਆਂ ਨੂੰ ਉਹਨਾਂ ਨੂੰ ਰੁਜ਼ਗਾਰ ਦੇ ਤੌਰ 'ਤੇ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਅੱਜ ਰੁਜ਼ਗਾਰ ਦਾ ਵਸੀਲਾ ਬਣ ਚੁੱਕਿਆ ਹੈ। ਇਹ ਇੱਕ ਜੋ ਵਿਚਾਰਧਾਰਾ ਹੈ, ਸਾਨੂੰ ਜ਼ਿੰਦਗੀ ਦੀ ਸੇਧ ਦੇਣੀ ਹੈ, ਉਹਦੇ ਵਿੱਚ ਇਹਨੂੰ ਅਸੀਂ ਨਹੀਂ ਵਰਤ ਰਹੇ, ਇਹਦੇ ਤੋਂ ਕੋਈ ਸੇਧ ਨਹੀਂ ਲੈ ਰਹੇ। ਇਹ ਬਹੁਤ ਦੁਖਦਾਈ ਪਹਿਲੂ ਹੈ। ਚਾਰੇ ਪੈਸਾ ਸਾਡਾ ਉਜੜ ਰਿਹਾ ਹੈ, ਕਰੋੜਾਂ ਅਰਬਾਂ ਰੁਪਈਆ ਸਾਡਾ ਬਰਬਾਦ ਹੋ ਰਿਹਾ ਹੈ। ਕਿਤੇ ਲੰਗਰਾਂ 'ਤੇ ਪੈਸਾ ਰੁੜ ਗਿਆ, ਕਿਤੇ ਤੀਰਥ ਯਾਤਰਾਵਾਂ 'ਤੇ ਪੈਸਾ ਰੁੜ ਗਿਆ, ਕਿਤੇ ਦਾਨ ਪੁੰਨਾਂ 'ਤੇ ਰੁੜ ਗਿਆ, ਅਤੇ ਕਿਤੇ ਅਖੰਡ ਪਾਠਾਂ 'ਤੇ, ਕੋਤਰੀਆਂ 'ਤੇ, ਲੜੀਆਂ 'ਤੇ ਰੁੜ ਗਿਆ। ਬਹੁਤ ਕੁਝ ਪੈਸਾ ਸਾਡਾ ਸਿੱਖਾਂ ਕੋਲੇ ਬੇਅੰਤ ਸੀ, ਪਰ ਉਹ ਪੈਸਾ ਚੰਗੇ ਪਾਸੇ ਨਹੀਂ ਲੱਗਿਆ। ਕੇਵਲ ਉਹਨੂੰ ਬਰਬਾਦ ਕਰਨ ਵਾਸਤੇ ਪੁਜਾਰੀ ਤਬਕੇ ਨੇ ਅਤੇ ਸਾਡੇ ਰਾਜਨੀਤੀਵਾਨਾਂ ਨੇ ਸਾਨੂੰ ਇਸ ਰਾਹ 'ਤੇ ਤੋਰ ਦਿੱਤਾ। ਆਪਣੀ ਅਕਲ ਦੀ ਅਸੀਂ ਵਰਤੋਂ ਨਹੀਂ ਕਰ ਸਕੇ, ਅਸੀਂ ਵਿੱਦਿਆ ਹਾਸਲ ਨਹੀਂ ਕੀਤੀ, ਅਸੀਂ ਜ਼ਿੰਦਗੀ ਦੇ ਤਜਰਬੇ ਹਾਸਲ ਨਹੀਂ ਕੀਤੇ। ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਸਾਨੂੰ ਨਹੀਂ ਪਤਾ ਲੱਗਿਆ। ਅਸੀਂ ਕੇਵਲ ਇੱਕ ਸੀਮਤ ਦਾਇਰੇ 'ਚ ਰਹਿ ਗਏ, ਉਹਦੇ ਵਿੱਚੋਂ ਪ੍ਰਾਪਤੀ ਕੋਈ ਵੀ ਨਹੀਂ ਹੋਈ। ਕੋਹਲੂ ਦੇ ਬਲਦ ਵਾਂਗ ਜਿੱਥੇ 500 ਸਾਲ ਪਹਿਲਾਂ ਦੁਨੀਆ ਖਲੋਤੀ ਸੀ, ਅੱਜ ਵੀ ਉੱਥੇ ਹੀ ਖਲੋਤੇ ਹਾਂ। ਪੁਰਾਣੇ ਸਮਿਆਂ 'ਚ ਮੰਤਰ ਜਾਪ ਕੀਤੇ ਜਾਂਦੇ ਸੀ ਕਿਉਂਕਿ ਅਨਪੜ੍ਹਤਾ ਸੀ, ਅਗਿਆਨਤਾ ਸੀ। ਅੱਜ ਮੰਤਰ ਜਾਪ ਜੇ ਸਕੂਲਾਂ 'ਚ ਬੱਚੇ ਕਰਨ ਲੱਗ ਪੈਣ ਤਾਂ ਮਾਸਟਰ ਉਹਨਾਂ ਨੂੰ ਮੂਰਖ ਸਮਝ ਕੇ ਜਾਂ ਤਾਂ ਸਕੂਲ 'ਚੋਂ ਕੱਢ ਦੇਵੇਗਾ ਜਾਂ ਫਿਰ ਉਹਨਾਂ ਨੂੰ ਮੰਤਰ ਛੱਡ ਕੇ ਜੋ ਸਿਲੇਬਸ ਹੈ ਉਹ ਪੜ੍ਹਨ ਵਾਸਤੇ ਹਦਾਇਤ ਕਰੇਗਾ। ਜਿਹੜਾ ਬੱਚਾ ਟੀਚਰ ਦਾ ਕਹਿਣਾ ਨਹੀਂ ਮੰਨੇਗਾ ਉਹ ਉੱਥੇ ਸਕੂਲ 'ਚ ਰਹਿ ਨਹੀਂ ਸਕੇਗਾ, ਉਹ ਅੱਗੇ ਤਰੱਕੀ ਨਹੀਂ ਕਰ ਸਕੇਗਾ। ਅਤੇ ਸਾਡੇ ਜਿਹੜੇ ਟੀਚਰ ਨੇ, ਪਹਿਲੀ ਗੱਲ ਤਾਂ ਉਹ ਨਾ ਸਮਝ ਨੇ। ਸਾਡੇ ਕਥਾਵਾਚਕ, ਸਾਡੇ ਗ੍ਰੰਥੀ, ਸਾਡੇ ਕੀਰਤਨੀਏ, ਸਾਡੇ ਪਾਠੀ, ਇਹਨਾਂ ਦੀ ਕਿਸੇ ਥਾਂ ਤੋਂ ਕੋਈ ਟ੍ਰੇਨਿੰਗ ਨਹੀਂ ਹੋਈ ਅਤੇ ਇਹ ਵਿਦਵਾਨ ਬਣ ਕੇ ਨਹੀਂ ਆਏ। ਕੇਵਲ ਸਾਰੇ ਪਾਸੋਂ ਜ਼ਿੰਦਗੀ 'ਚੋਂ ਜਿਹੜੇ ਫੇਲ ਲੋਕ ਨੇ, ਕਿਸੇ ਨੌਕਰੀ ਨਹੀਂ ਮਿਲੀ, ਕਿਤੇ ਆਪਣਾ ਰੁਜ਼ਗਾਰ ਨਹੀਂ ਕਰ ਸਕੇ, ਕੋਈ ਹੋਰ ਜ਼ਿੰਮੇਵਾਰੀ ਵਾਲਾ ਅਹੁਦਾ ਇਹਨਾਂ ਨੂੰ ਨਹੀਂ ਮਿਲਿਆ, ਵਿੱਦਿਆ ਤੋਂ ਸਖਣੇ ਰਹਿ ਗਏ, ਤਾਂ ਫਿਰ ਗੁਰਦੁਆਰਾ ਤਾਂ ਓਟ ਹੀ ਲਵੇਗਾ ਨਾ। ਗੁਰਦੁਆਰੇ 'ਚ ਜਾ ਕੇ ਬੈਠ ਜਾਓ, ਥੋੜ੍ਹੇ ਬਹੁਤਾ ਪਾਠ ਕਰਨਾ ਸਿੱਖ ਲਓ ਅਤੇ ਥੋੜ੍ਹੇ ਬਹੁਤੇ ਵਰਕੇ ਪਲਟਣੇ ਸਿੱਖ ਲਓ, ਅਰਦਾਸ ਕਰਨੀ ਸਿੱਖ ਲਓ ਅਤੇ ਸੰਗਤਾਂ ਦੇ ਵਿੱਚ ਸ਼ਰਧਾ ਦੇ ਨਾਮ 'ਤੇ ਲੁੱਟ ਕਰਨੀ ਸਿੱਖ ਲਓ। ਇਸ ਤਰ੍ਹਾਂ ਇਹ ਅਖੰਡ ਪਾਠ ਸ਼ੁਰੂ ਹੋਏ ਨੇ। ਇਹ ਪਹਿਲਾਂ ਹੋਏ ਨੇ ਮਿਸਲਾਂ ਦੇ ਟਾਈਮ 'ਤੇ ਸ਼ੁਰੂ, ਪਰ ਉਦੋਂ ਬਹੁਤ ਦਾਇਰਾ ਇਹਨਾਂ ਦਾ ਸੀਮਤ ਸੀ। ਕਦੀ ਸੋਚ ਕੇ ਵੇਖੋ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ, ਪਰ ਉਹਨਾਂ ਦੀ ਸ਼ਹੀਦੀ ਦਾ ਕੋਈ ਅਖੰਡ ਪਾਠ, ਕੋਈ ਸਹਿਜ ਪਾਠ ਹੋਇਆ ਹੋਵੇ ਇਤਿਹਾਸ ਦੇ ਵਿੱਚੋਂ ਤੁਹਾਨੂੰ ਨਹੀਂ ਮਿਲੇਗਾ। ਇਸੇ ਤਰ੍ਹਾਂ 6ਵੇਂ ਪਾਤਸ਼ਾਹ ਦਾ ਜਨਮ ਹੋਇਆ
क्योंकि जदों गुरु ग्रंथ साहब की बीड़ बन चुकी सी मैं उदों तो ये गल कर रहा। 6वें पातशाह का जन्म होया ਤਾਂ ਉਦੋਂ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਸਹਿਜ ਪਾਠ ਜਾਂ ਅਖੰਡ ਪਾਠ ਰੱਖਿਆ ਹੋਵੇ ਨਹੀਂ ਕਿਤੇ ਵੀ ਲੱਭਦਾ। ਬਾਕੀ ਗੁਰੂ ਸਾਹਿਬਾਨਾਂ ਦਾ ਜਨਮ ਹੋਇਆ ਜਾਂ ਜੋਤੀ ਜੋਤ ਸਮਾਏ ਕਿਤੇ ਵੀ ਕੋਈ ਅਖੰਡ ਪਾਠ ਦਾ ਜ਼ਿਕਰ ਤੱਕ ਨਹੀਂ ਮਿਲਦਾ। 9ਵੇਂ ਪਾਤਸ਼ਾਹ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਸ਼ਹੀਦੀ ਮਨਾਉਂਦੇ ਹੋਏ ਤੇ ਅਖੰਡ ਪਾਠ ਕਰਵਾਇਆ ਹੋਵੇ ਕਿਤੇ ਵੀ ਤੁਹਾਨੂੰ ਇਤਿਹਾਸ 'ਚ ਇੱਕ ਅੱਖਰ ਵੀ ਨਹੀਂ ਮਿਲੇਗਾ। ਇਸੇ ਤਰ੍ਹਾਂ ਬਹੁਤ ਲੰਮੇ ਸਮੇਂ ਤੱਕ ਗੁਰੂ ਸਾਹਿਬਾਨ ਅਤੇ ਸਾਡੇ ਬੇਅੰਤ ਯੋਧੇ ਸਿੱਖ ਜੰਗ ਯੁੱਧ ਲੜਦੇ ਹੋਏ ਆਪਣਾ ਜੀਵਨ ਸਮਾਪਤ ਕਰ ਗਏ, ਸ਼ਹੀਦੀਆਂ ਪਾ ਗਏ, ਪਰ ਕਿਸੇ ਵਾਸਤੇ ਅਖੰਡ ਪਾਠ ਦੀ ਕੋਈ ਪਰੰਪਰਾ ਨਹੀਂ ਸੀ। ਕਦੀ ਸੋਚ ਕੇ ਦੇਖੋ 30,000 ਦੇ ਨੇੜੇ ਤੇੜੇ ਸਿੱਖ ਕੋਪਰ ਹੀੜੇ ਦੇ ਮੈਦਾਨ ਵਿੱਚ ਮਲੇਰਕੋਟਲੇ ਦੇ ਨੇੜੇ 1762 ਦੇ ਵਿੱਚ ਸ਼ਹੀਦ ਹੋ ਗਏ ਤੇ ਕਿੰਨੇ ਕੁ ਅਖੰਡ ਪਾਠ ਕਰਾਏ ਹੋਣਗੇ ਉਹਨਾਂ ਵਾਸਤੇ। 25 ਤੋਂ 30,000 ਮਾਈ ਭਾਈ ਉੱਥੇ ਲੇਖੇ ਲੱਗ ਗਏ। ਉਹਨਾਂ ਵਾਸਤੇ ਸਾਰਿਆਂ ਨੇ ਆਪੋ ਆਪਣੇ ਘਰਾਂ 'ਚ ਅਖੰਡ ਪਾਠ ਕਰਾਏ ਹੋਣਗੇ ਮੁਕਤੀ ਵਾਸਤੇ। ਇਸੇ ਤਰ੍ਹਾਂ 12 ਤੋਂ 13,000 ਦੇ ਨੇੜੇ ਤੇੜੇ ਛੋਟੇ ਘੱਲੂ ਘਾਰੇ ਵਿੱਚ ਸਿੱਖ ਸ਼ਹੀਦ ਹੋ ਗਏ ਸਨ ਅਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਅਖੰਡ ਪਾਠ ਕਰਾਏ ਹੋਣਗੇ। ਇੱਕ ਅੱਖਰ ਵੀ ਕਿਤੇ ਨਹੀਂ ਮਿਲੇਗਾ। ਜ਼ਕਰੀਆ ਖਾਨ ਨੇ ਲਾਹੌਰ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਅਤੇ ਉੱਥੇ ਉਹਨਾਂ ਨੂੰ ਕੈਦ ਕਰਕੇ ਲਿਆਂਦਾ ਜਾਂਦਾ ਸੀ। ਨਖਾਸ ਚੌਂਕ ਦੇ ਵਿੱਚ ਬੇਅੰਤ ਸਿੱਖ ਸ਼ਹੀਦ ਹੋਏ, ਕਿਤੇ ਭਾਈ ਮਨੀ ਸਿੰਘ, ਕਿਤੇ ਭਾਈ ਤਾਰੂ ਸਿੰਘ, ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਹੋਰ ਬੇਅੰਤ ਸਿੱਖਾਂ ਦੇ ਨਾਮ ਇਤਿਹਾਸ ਵਿੱਚ ਦਰਜ ਨਹੀਂ ਮਿਲਦੇ ਸਾਨੂੰ। ਤਾਂ ਉਹਨਾਂ ਦੇ ਨਾਮ 'ਤੇ ਕਿੱਥੇ ਅਖੰਡ ਪਾਠ ਹੋਏ ਸੀ? ਕਦੀ ਵੀ ਨਹੀਂ ਮਿਲਣਗੇ ਤੁਹਾਨੂੰ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਦੋਂ ਪੰਜਾਬ ਦੇ ਵਿੱਚ ਅਮਨ ਅਮਾਨ ਹੋ ਗਿਆ ਤਾਂ ਉਦੋਂ ਅਮੀਰ ਸਿੱਖਾਂ ਨੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਵਾਸਤੇ ਕਈਆਂ ਨੇ ਸੱਚੀ ਭਾਵਨਾ ਨਾਲ ਵੀ ਅਤੇ ਕਈਆਂ ਨੇ ਵਿਖਾਵੇ ਖਾਤਰ ਵੀ ਆਪਣੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਰੱਖਣੀਆਂ ਸ਼ੁਰੂ ਕੀਤੀਆਂ ਅਤੇ ਬੀੜਾਂ ਇੰਨੀਆਂ ਹੈ ਨਹੀਂ ਸੀ। ਉਹਨਾਂ ਦੇ ਉਤਾਰੇ ਕਰਵਾਏ ਅਤੇ ਉਤਾਰਾ ਕਰਨ ਵਾਲਿਆਂ ਨੂੰ ਕੁਝ ਨਾ ਕੁਝ ਭੇਟਾ ਮਾਇਆ ਦੇ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਕਾਪੀਆਂ ਕਰਨ ਵਾਲਿਆਂ ਦਾ ਹੱਥ ਲਿਖਤਾਂ ਤਿਆਰ ਕਰਕੇ ਬੀੜਾਂ ਬਣਾ ਕੇ ਅਮੀਰ ਸਿੱਖਾਂ ਨੂੰ ਦੇਣ ਵਾਲਿਆਂ ਦਾ ਰੁਜ਼ਗਾਰ ਚੱਲ ਪਿਆ। ਫਿਰ ਉਹਨਾਂ ਨੇ ਨੌਕਰੀ 'ਤੇ ਅਮੀਰ ਸਿੱਖਾਂ ਨੇ ਕੁਝ ਗ੍ਰੰਥੀ ਵੀ ਰੱਖਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਤਾਂ ਕੰਮ ਧੰਦੇ ਬਹੁਤ ਕਰਦੇ ਹਾਂ, ਤੁਸੀਂ ਸਵੇਰੇ ਸ਼ਾਮ ਆਓ ਅਤੇ ਥੋੜ੍ਹਾ ਜਿਹਾ ਪਾਠ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਅਰਦਾਸ ਕਰ ਦਿਓ, ਸਾਨੂੰ ਇੱਕ ਦੋ ਸ਼ਬਦ ਸੁਣਾ ਦਿਓ ਅਤੇ ਅਸੀਂ ਕੰਮਾਂ 'ਤੇ ਜਾਵਾਂਗੇ ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਾਹੇ ਸੁਖਾਸਨ ਕਰੋ ਅਤੇ ਚਾਹੇ ਪ੍ਰਕਾਸ਼ ਰਹਿਣ ਦਿਓ ਅਤੇ ਆਪਣੇ ਘਰ ਚਲੇ ਜਾਓ ਅਤੇ ਸ਼ਾਮ ਨੂੰ ਫਿਰ ਆ ਕੇ ਸੁਖਾਸਨ ਕਰ ਦਿਓ ਅਤੇ ਪਰਿਵਾਰ ਨੂੰ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸੁਣਾ ਦਿਓ। ਇਸ ਤਰ੍ਹਾਂ ਦੀਆਂ ਕੁਝ ਸੰਖੇਪ ਜੀਆਂ ਪਰੰਪਰਾਵਾਂ ਅਮੀਰ ਸਿੱਖਾਂ ਦੇ ਘਰਾਂ 'ਚ ਹੋਣ ਲੱਗ ਪਈਆਂ। ਵੇਖਾ ਵੇਖੀ ਇਹ ਸਾਰਾ ਕੁਝ ਅੱਗੇ ਤੋਂ ਅੱਗੇ ਚੱਲਦਾ ਗਿਆ ਅਤੇ ਇਹ ਨਹੀਂ ਕਿਸੇ ਨੇ ਸੋਚਿਆ ਕਿ ਇਹਦੇ 'ਚੋਂ ਕੱਢਿਆ ਕੀ ਹੈ, ਇਹਦੀ ਪ੍ਰਾਪਤੀ ਕੀ ਹੈ, ਇਹਦੀ ਆਊਟਪੁੱਟ ਕੀ ਹੈ। ਇਹ ਕੁਛ ਵੀ ਕਿਸੇ ਨੇ ਨਹੀਂ ਸੋਚਿਆ। ਅੱਗੇ ਤੋਂ ਅੱਗੇ ਜਦੋਂ ਛਾਪੇਖਾਨੇ ਦੀਆਂ ਮਸ਼ੀਨਾਂ ਆ ਗਈਆਂ ਅਤੇ ਬੀੜਾਂ ਥਾਂ ਥਾਂ 'ਤੇ ਪਹੁੰਚਣ ਲੱਗੀਆਂ, ਗੁਰਦੁਆਰਿਆਂ ਦੀ ਉਸਾਰੀ ਵੀ ਹੋਣ ਲੱਗ ਪਈ। ਗੁਰਦੁਆਰੇ ਉਸਾਰਨ ਵਾਸਤੇ ਇੱਟਾਂ, ਸੀਮੈਂਟ, ਸਰੀਆ, ਬਜਰੀ ਬਹੁਤ ਕੁਝ ਆਮ ਮਿਲਣ ਲੱਗ ਪਿਆ। ਢੋਆ ਢੁਆਈ ਦੇ ਸਾਧਨ ਬਣ ਗਏ ਤਾਂ ਗੁਰਦੁਆਰੇ ਵੀ ਬਣਨੇ ਸ਼ੁਰੂ ਹੋ ਗਏ ਅਤੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਥਾਂ ਥਾਂ 'ਤੇ ਛਾਪੇਖਾਨੇ ਰਾਹੀਂ ਪਹੁੰਚਣ ਲੱਗ ਪਈਆਂ ਅਤੇ ਫਿਰ ਹੌਲੀ ਹੌਲੀ ਇਹ ਪਰੰਪਰਾ ਹਰ ਸਿੱਖ ਦੇ ਦਿਮਾਗ ਦੇ ਵਿੱਚ ਬੈਠ ਗਈ ਕਿ ਅਖੰਡ ਪਾਠ ਕਰਵਾਉਣਾ ਇਹ ਬਹੁਤ ਚੰਗਾ ਹੁੰਦਾ, ਬੜਾ ਪੁੰਨ ਕਰਮ ਹੁੰਦਾ, ਕਿਉਂਕਿ ਪੁਜਾਰੀਆਂ ਨੇ ਰੋਜ਼ਾਨਾ ਇਹੋ ਹੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ 'ਚ ਪਾ ਦਿੱਤਾ। ਨਹੀਂ ਤਾਂ ਆਪਣੇ ਘਰਾਂ 'ਚ ਤੁਸੀਂ ਪੋਥੀਆਂ ਰੱਖੋ 2 ਹਿੱਸਿਆਂ 'ਚ, 4 ਹਿੱਸਿਆਂ 'ਚ, ਭਾਵੇਂ ਅਰਥਾਂ ਵਾਲੀਆਂ ਜਿੰਨੇ ਹਿੱਸਿਆਂ 'ਚ ਤੁਸੀਂ ਲੈਣਾ ਚਾਹੋ ਉਹ ਪੋਥੀਆਂ ਰੱਖ ਕੇ ਉਹਦਾ ਆਪ ਸਮਝ ਕੇ ਪਾਠ ਕਰੋ। ਕਿਸੇ ਤੋਂ ਕਿਰਾਏ ਦਾ ਪਾਠ ਨਾ ਕਰਵਾਓ, ਮੁੱਲ ਦਾ ਪਾਠ ਨਾ ਕਰਵਾਓ। ਇਹਦੇ ਤੋਂ ਅੱਜ ਤੱਕ ਸਾਨੂੰ ਪ੍ਰਾਪਤੀ ਕੋਈ ਨਹੀਂ ਹੋਈ ਅਤੇ ਪੈਸੇ ਦੀ ਅਤੇ ਸਮੇਂ ਦੀ ਬਰਬਾਦੀ ਬਹੁਤ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀਆਂ 2 ਪੰਕਤੀਆਂ ਵੀ ਆਮ ਸਿੱਖਾਂ ਨੂੰ ਯਾਦ ਨਹੀਂ, ਜੇ ਯਾਦ ਵੀ ਕਰ ਲਈਆਂ ਤਾਂ ਉਹਨਾਂ ਦੇ ਅਰਥਾਂ ਦਾ ਪਤਾ ਨਹੀਂ ਹੈ। ਇਹ ਪੁਜਾਰੀ ਤਬਕਾ ਜੋ ਵਿਚਕਾਰ ਪੈਦਾ ਹੋ ਗਿਆ, ਇਸ ਤੋਂ ਆਪਣੇ ਆਪ ਨੂੰ ਬਚਾਓ ਅਤੇ ਇਹ ਦੇਖੋ ਕਿ ਗੁਰੂ ਸਾਹਿਬ ਸਾਡੇ ਵਾਸਤੇ ਕੀ ਪੂਰਨੇ ਪਾ ਕੇ ਗਏ ਨੇ। ਗੁਰਬਾਣੀ ਰਾਹੀਂ ਸਾਨੂੰ ਕਿਹੋ ਜਿਹੇ ਸਿੱਖ ਬਣਾਉਣਾ ਚਾਹੁੰਦੇ ਸਨ, ਉਹ ਗੁਰਬਾਣੀ ਪੜ੍ਹ ਕੇ ਸਮਝ ਕੇ ਹੀ ਤੁਹਾਨੂੰ ਪਤਾ ਲੱਗੇਗਾ। ਜੇ ਕਿਤੇ ਸਾਡੀ ਥਾਂ 'ਤੇ, ਮੇਰੀ ਥਾਂ 'ਤੇ ਕੋਈ ਹੋਰ ਬੰਦਾ
ਪ੍ਰਸ਼ਾਦਾ ਛਕ ਲਵੇ ਅਤੇ ਅਰਦਾਸ ਕਰ ਦੇਵੇ ਅਤੇ ਕੀ ਮੇਰਾ ਢਿੱਡ ਭਰ ਜਾਵੇਗਾ? ਜੇ ਕੋਈ ਹੋਰ ਬੰਦਾ ਮੇਰੀ ਥਾਂ 'ਤੇ ਸਕੂਲ ਕਾਲਜ 'ਚ ਪੜ੍ਹਾਈ ਕਰਦਾ ਰਹੇ ਅਤੇ ਬਾਅਦ 'ਚ ਮੇਰੇ ਨਾਂ 'ਤੇ ਅਰਦਾਸ ਕਰ ਦੇਵੇ, ਕੀ ਮੈਂ ਪੜ੍ਹਿਆ ਲਿਖਿਆ ਬਣ ਜਾਵਾਂਗਾ? ਕੋਈ ਬੰਦਾ ਵੱਡਾ ਕਾਰੋਬਾਰ ਕਰਨਾ ਸ਼ੁਰੂ ਕਰ ਲਵੇ ਅਤੇ ਉਹ ਆਪਣੇ ਕਾਰੋਬਾਰ ਦੇ ਦੌਰਾਨ ਉਹ ਅਰਦਾਸ ਮੇਰੇ ਨਾਂ 'ਤੇ ਕਰ ਦੇਵੇ ਤਾਂ ਮੇਰੇ ਤੋਂ ਬਹੁਤੇ ਸਾਰੇ ਪੈਸੇ ਲੈ ਲਵੇ ਅਰਦਾਸ ਕਰਾਈ ਦੇ, ਕੀ ਉਹ ਕਾਰੋਬਾਰ ਮੇਰੇ ਨਾਲ ਹੋ ਜਾਵੇਗਾ? ਨਹੀਂ ਹੋਣਾ। ਇਹ ਤਾਂ ਆਪ ਸਾਰਾ ਕੁਝ ਕਰਨਾ ਪਵੇਗਾ ਤਾਂ ਹੀ ਕੁਝ ਪ੍ਰਾਪਤੀ ਹੋਵੇਗੀ। ਅਖੰਡ ਪਾਠਾਂ ਤੋਂ, ਸਹਿਜ ਪਾਠਾਂ ਤੋਂ, ਇਹਨਾਂ ਲੜੀਆਂ ਤੋਂ ਆਪਾਂ ਬਚੀਏ, ਆਪ ਪਾਠ ਕਰੀਏ, ਆਪ ਗੁਰਬਾਣੀ ਨੂੰ ਸਮਝੀਏ, ਆਪਣੀ ਜ਼ਿੰਦਗੀ 'ਚ ਲਾਗੂ ਕਰੀਏ। ਸਵਾਲ ਨੰਬਰ 167 ਭਾਈ ਕਸ਼ਮੀਰ ਸਿੰਘ ਉੱਤਰਾਖੰਡ, ਇਹਨਾਂ ਦਾ ਸਵਾਲ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਜਿਹੜਾ ਦੋਹਰਾ ਹੈ ਜਾਂ ਇਹ ਪੌੜੀ ਹੈ, ਇਹ ਅਰਦਾਸ ਦੇ ਵਿੱਚ ਕਦੋਂ ਸ਼ਾਮਲ ਹੋਈ? ਗੁਰੂ ਪਿਆਰੇ ਵਾਲਿਓ, ਸਾਡੇ ਆਲੇ ਦੁਆਲੇ ਜੋ ਵਾਤਾਵਰਣ ਹੈ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲਾ ਹੈ। ਜਿਹੜੇ ਸਿੱਖ ਬਣਦੇ ਸਨ ਉਹ ਵੀ ਪੁਰਾਣੇ ਸਮਿਆਂ 'ਚ ਹਿੰਦੂ ਸਮਾਜ ਦੇ ਵਿੱਚੋਂ ਹੀ ਆਉਂਦੇ ਸਨ ਅਤੇ ਇੱਕਦਮ ਭਾਵੇਂ ਪਹਿਰਾਵਾ ਭਾਵ ਕੇ ਖੰਡੇ ਕੀ ਪਹੁਲ ਲੈ ਕੇ ਉਹ ਸਿੰਘ ਤਾਂ ਸੱਜ ਜਾਂਦੇ ਸੀ, ਪਰ ਮਨ ਦੀ ਬਣਤਰ, ਪਿਛਲਾ ਸੁਭਾਅ ਇਹ ਤੁਰਤ ਨਹੀਂ ਬਦਲਦਾ। ਇਹਦੇ ਵਾਸਤੇ ਲੰਮੇ ਅਭਿਆਸ ਦੀ ਅਤੇ ਪੜ੍ਹਾਈ ਲਿਖਾਈ ਦੀ, ਸਮਾਜਿਕ ਤਾਣੇ ਬਾਣੇ ਦੀ ਇਹਦੀ ਲੋੜ ਹੁੰਦੀ ਹੈ। ਇਹਦੇ ਤੋਂ ਬਿਨਾਂ ਮਨੁੱਖ ਪੁਰਾਣੀਆਂ ਪਰੰਪਰਾਵਾਂ ਵੀ ਨਿਭਾਈ ਜਾਂਦਾ ਹੈ ਅਤੇ ਨਵੇਂ ਪਹਿਰਾਵੇ ਅਤੇ ਵੇਸ਼ ਭੂਸ਼ਾ ਉਹ ਵੀ ਅਪਣਾ ਲੈਂਦਾ ਹੈ, ਉਹ ਵੀ ਨਵੇਂ ਕੱਪੜੇ, ਨਵੇਂ ਚਿੰਨ੍ਹ ਧਾਰਨ ਕਰ ਲੈਂਦਾ ਹੈ। ਤੋ ਇਸੇ ਤਰ੍ਹਾਂ ਹਿੰਦੂ ਸਮਾਜ ਦੇ ਵਿੱਚ ਜੋ ਬ੍ਰਾਹਮਣ ਵੱਲੋਂ ਦੇਵੀ ਦੇਵਤੇ ਪ੍ਰਚਲਿਤ ਕੀਤੇ ਗਏ ਸੀ ਕਿ ਤੁਹਾਡੀ ਇਹ ਰੱਖਿਆ ਕਰਨਗੇ, ਸਹਾਇਤਾ ਕਰਨਗੇ, ਔਖੇ ਵੇਲੇ ਤੁਸੀਂ ਇਹਨਾਂ ਨੂੰ ਯਾਦ ਕਰੋਗੇ, ਇਹਨਾਂ ਦਾ ਨਾਮ ਲਓਗੇ, ਮੰਤਰ ਪੜ੍ਹੋਗੇ, ਤੁਹਾਡੇ ਕੋਲ ਅਸੀਮ ਸ਼ਕਤੀਆਂ ਆ ਜਾਣਗੀਆਂ। ਪਰ ਕੋਈ ਇਨਸਾਨ ਇਹ ਸੋਚਣ ਵਾਸਤੇ ਤਿਆਰ ਨਹੀਂ ਹੈ ਜਾਂ ਉਹਦਾ ਮਾਨਸਿਕ ਵਿਕਾਸ ਨਹੀਂ ਹੋਇਆ ਕਿ ਪੁਰਾਤਨ ਸਮਿਆਂ ਦੇ ਵਿੱਚ ਇੱਥੇ ਸ਼ੂਦਰਾਂ ਦੇ ਉੱਤੇ ਹਜ਼ਾਰਾਂ ਸਾਲਾਂ ਤੱਕ ਜ਼ੁਲਮ ਹੋਏ ਨੇ। ਕਿਸੇ ਦੇਵੀ ਨੇ ਪ੍ਰਗਟ ਹੋ ਕੇ ਉਹਨਾਂ 'ਤੇ ਜ਼ੁਲਮ ਹੋਣੋਂ ਨਹੀਂ ਰੋਕੇ। ਇੱਥੇ ਔਰਤਾਂ ਨੂੰ ਲਤਾੜਿਆ ਗਿਆ, ਜਬਰ ਜਨਾਹ ਕੀਤੇ ਗਏ ਨੇ, ਉਹਨਾਂ ਨੂੰ ਦੇਵਦਾਸੀਆਂ ਬਣਾਇਆ ਗਿਆ, ਅਪਮਾਨਿਤ ਕੀਤਾ ਗਿਆ। ਉਹ ਬੇਸ਼ਵਾ ਗਮਨੀ ਦੇ ਉੱਤੇ ਕੋਠਿਆਂ 'ਤੇ ਭੇਜ ਦਿੱਤੀਆਂ ਗਈਆਂ ਨੇ। ਕਿਸੇ ਦੇਵੀ ਦੇਵਤੇ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ। ਇਸੇ ਤਰ੍ਹਾਂ ਜਾਤਾਂ ਦੀਆਂ ਵੰਡੀਆਂ ਪਈਆਂ ਨੇ, ਕੋਈ ਦੇਵਤਾ ਨਹੀਂ ਬੌੜਿਆ। ਅਤੇ ਫਿਰ ਵਿਦੇਸ਼ੀ ਜਰਵਾਣਿਆਂ ਨੇ ਇੱਥੇ ਲਗਾਤਾਰ ਬੇਅੰਤ ਵਾਰੀ ਹਮਲੇ ਕੀਤੇ, ਦੇਸ਼ ਨੂੰ ਪੈਰਾਂ ਹੇਠ ਰੋਲਿਆ ਅਤੇ ਉਹਨਾਂ ਦੇਵੀ ਦੇਵਤਿਆਂ ਨੇ ਆ ਕੇ ਕਦੀ ਕੋਈ ਸਹਾਇਤਾ ਨਹੀਂ ਕੀਤੀ। ਭਾਵੇਂ ਇੱਥੇ ਮੁਗਲ ਆਏ, ਪਠਾਨ ਆਏ, ਲੋਧੀ ਆਏ ਅਤੇ ਜਾਂ ਫਿਰ ਗੋਰੇ ਆਏ ਅਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਭਾਵੇਂ ਇੱਥੇ ਜ਼ੋਰ ਜ਼ੁਲਮ ਕੀਤੇ, ਜਬਰ ਜਨਾਹ ਕੀਤੇ, ਪਰ ਕੋਈ ਦੇਵੀ ਦੇਵਤਾ ਆਪਣੀ ਸ਼ਕਤੀ ਲੈ ਕੇ ਇੱਥੇ ਪ੍ਰਗਟ ਨਹੀਂ ਹੋਇਆ। ਅਤੇ ਭਾਰਤ ਸਰਕਾਰ ਅੱਜ ਵੀ ਬਹੁਤ ਸਾਰੇ ਲੋਕਾਂ 'ਤੇ ਅਨੇਕ ਪ੍ਰਕਾਰ ਦੇ ਜਬਰ ਕਰ ਰਹੀ ਹੈ। ਇਨਸਾਫ ਨਹੀਂ ਮਿਲਦਾ ਅਤੇ ਲੋਕ ਤੜਫ ਰਹੇ ਨੇ, ਬਿਲਕ ਰਹੇ ਨੇ ਅਤੇ ਅਜੇ ਵੀ ਕੋਈ ਦੇਵੀ ਦੇਵਤਾ ਪ੍ਰਗਟ ਨਹੀਂ ਹੁੰਦਾ। ਪਰ ਭੋਲੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਤੁਸੀਂ ਆਹ ਮੰਤਰ ਪੜ੍ਹੋ, ਆਹ ਚਲੀਹੇ ਕੱਟੋ, ਇਹ ਲੰਮੀ ਧਾਰਮਿਕ ਯਾਤਰਾ ਕਰੋ, ਆਹ ਪਹਿਰਾਵਾ ਪਹਿਨ ਲਓ ਅਤੇ ਇਸ ਤਰ੍ਹਾਂ ਦੇ ਮੰਤਰ ਜਾਪ ਕਰੋ ਅਤੇ ਫਿਰ ਤੁਹਾਡੇ ਆਪਣੇ ਆਪ ਸੰਕਟ ਕੱਟੇ ਜਾਣਗੇ। ਅਤੇ ਸਿੱਖਾਂ ਦੇ ਵਿੱਚ ਵੀ ਅਜਿਹਾ ਕੁਝ ਪ੍ਰਚਲਿਤ ਹੋ ਚੁੱਕਿਆ ਹੋਇਆ ਹੈ। ਇਹ ਜਿਹੜੀ ਪ੍ਰਥਮ ਭਗਉਤੀ ਵਾਲੀ ਗੱਲ ਹੈ, ਹੈਰਾਨੀ ਹੁੰਦੀ ਹੈ। ਗੁਰਬਾਣੀ ਤਾਂ ਕਹਿ ਰਹੀ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਅਸੀਂ ਇੱਕੋ ਨੂੰ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ ਮੰਨਦੇ। ਨਾ ਦੇਵ ਦਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ, ਏਕ ਤੂੰ। ਅਸੀਂ ਦੇਵੀਆਂ ਦੇਵਤਿਆਂ ਨੂੰ ਨਹੀਂ ਮੰਨਦੇ। ਗੁਰਬਾਣੀ ਕਹਿ ਰਹੀ ਹੈ, ਨਾ ਦੇਵ ਦਨ ਵਾ ਨਰਾ, ਨਾ ਕਿਸੇ ਮਨੁੱਖ ਨੂੰ ਮੱਥੇ ਟੇਕਦੇ ਹਾਂ, ਨਾ ਦੇਵਤੇ ਨੂੰ, ਨਾ ਰਾਖਸ਼ ਨੂੰ, ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ। ਨਾ ਸਿੱਧ ਸਾਧਕਾ ਧਰਾ, ਨਾ ਰਿੱਧਾਂ ਸਿੱਧਾਂ ਜੋਗੀਆਂ ਆਦਿਕ ਨੂੰ ਅਸੀਂ ਸਾਧਾਂ ਸੰਤਾਂ ਨੂੰ ਨਹੀਂ ਮੰਨਦੇ। ਅਸੀਂ ਕੇਵਲ ਇੱਕ ਕਰਤਾ ਪੁਰਖ ਨੂੰ ਮੰਨਦੇ ਹਾਂ। ਇਹ ਸਾਰੇ ਅਸਤ ਨੇ, ਭਾਵ ਕਿ ਜੰਮੇ ਅਤੇ ਮਰ ਗਏ। ਬਹੁਤਾ ਲੰਮਾ ਸਮਾਂ ਇਹ ਧਰਤੀ ਦੇ ਉੱਤੇ ਨਹੀਂ ਵਿਚਰ ਸਕੇ, ਨਾ ਹੀ ਲੋਕਾਂ ਦੇ ਇਹਨਾਂ ਨੇ ਸੰਕਟ ਦੂਰ ਨਹੀਂ ਕੀਤੇ ਅਤੇ ਨਾ ਅੱਜ ਕਰ ਸਕਦੇ ਨੇ। ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਸਦਾ ਵਾਸਤੇ ਸਿਥਰ ਹੇ ਰੱਬ ਜੀ ਤੂੰ ਆਪ ਹੈ, ਏਕ ਤੂੰ ਹੀ, ਏਕ ਤੂੰ ਹੀ, ਬਸ ਇੱਕ ਤੂੰ ਹੀ ਹੋ, ਤੂੰ ਹੈ, ਅਸੀਂ ਇੱਕ ਤੈਨੂੰ ਮੰਨਦੇ ਹਾਂ। ਹੁਣ ਇਸ ਭਾਵਨਾ ਨੂੰ ਭੁਲਾ ਕੇ ਬਚਿੱਤਰ ਨਾਟਕ ਦੇ ਵਿੱਚੋਂ ਚਲਾਕ ਪੁਜਾਰੀਆਂ ਨੇ ਪ੍ਰਥਮ ਭਗਉਤੀ ਵਾਲੀ ਚੁੱਕ ਕੇ ਪੰਗਤੀ ਪੌੜੀ, ਜਦੋਂ ਕਿ ਬਚਿੱਤਰ ਨਾਟਕ ਦੇ ਵਿੱਚ ਪੂਰੀਆਂ
54 ਪੌੜੀਆਂ ਮੌਜੂਦ ਨੇ, ਉਹ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਨੇ। ਚੰਡੀ ਚੰਡਕਾ ਦੇਵੀ ਦਾ ਨਾਮ ਹੈ। ਉੱਥੇ ਲਈ ਭਗਉਤੀ ਦੁਰਗ ਸ਼ਾਹ ਵਰਜਾਗਣ ਭਾਰੀ। ਦੁਰਗਾ ਦੇਵੀ ਨੇ ਹੱਥ ਦੇ ਵਿੱਚ ਭਗਉਤੀ ਭਾਵ ਕੇ ਤਲਵਾਰ ਪਕੜ ਲਈ। ਸਾਡੇ ਭਰਾ ਕਹਿੰਦੇ ਨੇ ਇਹ ਦੁਰਗਾ ਵਾਸਤੇ ਨਹੀਂ ਹੈ ਜੀ, ਇਹ ਤਾਂ ਭਗਉਤੀ ਕਿਰਪਾਨ ਨੂੰ ਕਿਹਾ ਗਿਆ ਹੈ। ਉਹ ਭਲਿਓ ਮਾਨਸੋ, ਅਸੀਂ ਕਿਰਪਾਨ ਦੇ ਪੁਜਾਰੀ ਬਣ ਗਏ। ਕਿਰਪਾਨ ਇੱਕ ਹਥਿਆਰ ਹੈ, ਜੰਗ ਯੁੱਧ ਵੇਲੇ ਕੰਮ ਆ ਸਕਦਾ ਸੀ, ਅਤੇ ਉਸ ਦੀ ਪੂਜਾ ਕਿਵੇਂ ਅਸੀਂ ਕਰਾਂਗੇ? ਅਤੇ ਫਿਰ ਗੁਰੂ ਨਾਨਕ ਨੇ ਅਤੇ ਬਾਕੀ ਸਾਰੇ ਗੁਰੂਆਂ ਨੇ ਕਿਰਪਾਨ ਦੀ ਪੂਜਾ ਕੀਤੀ ਹੈ ਕਿ ਦੇਵੀ ਦੀ ਪੂਜਾ ਕੀਤੀ ਹੈ? ਤੁਸੀਂ ਤਾਂ ਕੁਝ ਵੀ ਸਪਸ਼ਟ ਨਹੀਂ ਕਰ ਸਕੇ ਅੱਜ ਤੱਕ। ਅਸੀਂ ਇਸ ਚੱਕਰ 'ਚ ਕਿਉਂ ਪਈਏ ਜਦੋਂ ਕਿ ਗੁਰਬਾਣੀ ਸਾਨੂੰ ਸਾਰੀ ਸੇਧ ਦਿੰਦੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਅਸੀਂ ਕਿਸੇ ਨੂੰ ਨਹੀਂ ਮੰਨਣਾ। ਇੱਥੇ ਪ੍ਰਥਮ ਭਗਉਤੀ ਸਿਮਰਕ ਹੈ। ਸਭ ਤੋਂ ਪਹਿਲਾਂ ਹੈਰਾਨੀ ਹੁੰਦੀ ਹੈ, ਪਰਮਾਤਮਾ ਨੂੰ, ਰੱਬ ਨੂੰ ਯਾਦ ਕਰਨ ਦੀ ਥਾਂ 'ਤੇ ਸਭ ਤੋਂ ਪਹਿਲਾਂ ਭਗਵਤੀ ਦੇਵੀ ਦਾ ਨਾਮ ਅਰਦਾਸ ਦੇ ਵਿੱਚ ਲਿਖਿਆ ਗਿਆ। ਅਤੇ ਸਿੱਖ ਕਿੰਨੇ ਲੰਮੇ ਸਮੇਂ ਤੋਂ ਅੱਜ ਤੱਕ ਭਗਵਤੀ ਦੇਵੀ ਅੱਗੇ ਅਰਦਾਸ ਕਰਦੇ ਆ ਰਹੇ ਨੇ। ਸਗੋਂ ਇਸ ਪੌੜੀ ਦੇ ਵਿੱਚ ਤਾਂ ਸਾਰੇ ਗੁਰੂਆਂ ਨੂੰ ਭਗਵਤੀ ਦੇਵੀ ਦੇ ਚਰਨਾਂ ਵਿੱਚ ਖੜੋ ਕੇ ਅਰਦਾਸ ਕਰਦੇ ਹੋਏ ਸਿੱਧ ਕੀਤਾ ਗਿਆ ਹੈ ਦਸਮ ਗ੍ਰੰਥ ਦੇ ਰਾਹੀਂ। ਅਤੇ ਸਿੱਖਾਂ ਨੇ ਨਾ ਸਮਝੀ ਦੇ ਕਾਰਨ ਇਹਨੂੰ ਆਪਣੀਆਂ ਅਰਦਾਸਾਂ ਦਾ ਹਿੱਸਾ ਬਣਾ ਲਿਆ ਹੋਇਆ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਪ੍ਰਥਮ ਭਗਉਤੀ ਸਿਮਰਕ ਹੈ, ਗੁਰੂ ਨਾਨਕ ਲਈ ਧਿਆਏ, ਲਈ ਮੈਨੇ ਇਸਤਰੀ ਲਿੰਗ ਹੁੰਦਾ ਹੈ। ਇਹ ਪ੍ਰਥਮ ਭਗਵਤੀ ਦੇਵੀ ਨੂੰ ਗੁਰੂ ਨਾਨਕ ਨੇ ਧਿਆ ਲਿਆ, ਗੁਰੂ ਨਾਨਕ ਨੇ ਦੇਵੀ ਨੂੰ ਮੰਨ ਲਿਆ, ਮੱਥਾ ਟੇਕ ਲਿਆ। ਅਤੇ ਫਿਰ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਰਾਮਦਾਸੈ ਹੋਈ ਸਹਾਏ, ਇਹ ਦੇਵੀ ਗੁਰੂ ਅੰਗਦ ਸਾਹਿਬ ਦੀ ਵੀ ਸਹਾਇਤਾ ਕਰਦੀ ਰਹੀ ਹੈ, ਗੁਰੂ ਅਮਰਦਾਸ ਦੀ ਵੀ ਸਹਾਇਤਾ ਕੀਤੀ ਹੈ, ਗੁਰੂ ਰਾਮਦਾਸ ਦੀ ਸਹਾਇਤਾ ਵੀ ਇਹੀ ਦੇਵੀ ਕਰਦੀ ਹੈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਗੁਰੂ ਅਰਜਨ ਸਾਹਿਬ ਨੇ ਵੀ ਇਸ ਦੇਵੀ ਨੂੰ ਮੰਨਿਆ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਦੇਵੀ ਨੂੰ ਧਿਆਇਆ, ਅਤੇ ਗੁਰੂ ਹਰਿ ਰਾਏ ਸਾਹਿਬ ਨੇ ਵੀ ਇਸੇ ਦੇਵੀ ਨੂੰ ਮੰਨਿਆ। ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ ਸਾਹਿਬ ਨੇ ਵੀ ਇਹੀ ਧਿਆਈ ਹੈ ਦੇਵੀ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਦੇ ਧਿਆਉਣ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ। ਤੇਗ ਬਹਾਦਰ ਸਿਮਰੀ ਹੈ, ਘਰ ਨੌ ਨਿਧ ਆਵੈ ਧਾਏ, ਗੁਰੂ ਤੇਗ ਬਹਾਦਰ ਨੇ ਵੀ ਇਸੇ ਦੇਵੀ ਨੂੰ ਸਿਮਰਿਆ। ਅਸੀਂ ਭਾਵੇਂ ਅੱਜ ਅਰਥ ਕਰਦੇ ਹੋਏ ਤੋੜ ਮਰੋੜ ਕੇ ਇਹ ਕਹਿ ਦਿੰਦੇ ਹਾਂ, ਦੇਖੋ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਉਣ ਦੇ ਨਾਲ ਦੁੱਖ ਕੱਟੇ ਜਾਂਦੇ ਨੇ, ਜਦੋਂ ਕਿ ਸ਼ੁਰੂ ਦੇ ਵਿੱਚ ਦੇਵੀ ਨੂੰ ਧਿਆਉਣ ਦੀ ਗੱਲ ਹੋਈ ਹੈ ਕਿ ਸਾਰੇ ਗੁਰੂਆਂ ਨੇ ਦੇਵੀ ਦੀ ਆਰਾਧਨਾ ਕੀਤੀ। ਗੁਰੂ ਤੇਗ ਬਹਾਦਰ ਦੇ ਧਿਆਉਣ ਦੇ ਨਾਲ ਦੁੱਖ ਨਹੀਂ ਕੱਟੇ ਗਏ। ਇਸ ਅਰਦਾਸ ਦੀ ਪੌੜੀ ਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸੇ ਦੇਵੀ ਦੀ ਆਰਾਧਨਾ ਕੀਤੀ। ਗੁਰੂ ਪਿਆਰ ਵਾਲਿਓ, ਸੋਚਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਅਸੀਂ ਕਦੋਂ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਲਿਆਵਾਂਗੇ ਅਤੇ ਇਹਨਾਂ ਚੀਜ਼ਾਂ ਨੂੰ ਕਦੋਂ ਸਮਝਾਂਗੇ ਕਿ ਦੇਵੀਆਂ ਦੇਵਤਿਆਂ ਦੇ ਅੱਗੇ ਅਰਦਾਸ ਕਰਦੇ ਹੱਥ ਜੋੜ ਕੇ ਖਲੋਤੇ ਗੁਰੂ ਸਾਹਿਬਾਨ ਨੂੰ ਵੀ ਅਸੀਂ ਸਿੱਧ ਕਰ ਦਿੱਤਾ ਹੈ। ਅਰਥ ਥੋੜ੍ਹੇ ਬਹੁਤੇ ਬਦਲ ਕੇ ਆਪਣੇ ਮਨ ਨੂੰ ਤਸੱਲੀ ਦੇ ਲਈ ਜਾਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਦਿੱਤਾ, ਪਰ ਇਹ ਜਿਹੜੀ ਪੌੜੀ ਹੈ ਇਹ ਤਾਂ ਚੰਡੀ ਦੀ ਵਾਰ 'ਚੋਂ ਲਈ ਗਈ ਹੈ। ਪਹਿਲੀ ਪੌੜੀ ਹੈ ਚੰਡੀ ਦੀ ਵਾਰ ਦੀ, ਅਤੇ ਤੁਸੀਂ ਆਪ ਪੜ੍ਹ ਕੇ ਵੇਖ ਲਓ। ਸਾਰੀ ਚੰਡੀ ਦੀ ਵਾਰ ਦੇ ਵਿੱਚ ਦੈਂਤਾਂ ਦਾ ਅਤੇ ਚੰਡੀ ਦਾ ਜੰਗ ਹੋ ਰਿਹਾ ਹੈ ਅਤੇ ਚੰਡੀ ਦੈਂਤਾਂ ਨੂੰ ਮਾਰਦੀ ਹੈ। ਕੁਝ ਕੁ ਥਾਵਾਂ 'ਤੇ ਤਾਂ ਇਹ ਚੰਡੀ ਦੀ ਵਾਰ ਦੇ ਵਿੱਚ ਸਿੰਘ ਨਾਮ ਵਾਲੇ ਪਾਤਰਾਂ ਨੂੰ ਵੀ ਦੇਵੀ ਕਤਲ ਕਰਦੀ ਹੈ। ਅਸਿੱਧੇ ਰੂਪ ਦੇ ਵਿੱਚ ਇਉਂ ਕਹਿ ਲਈਏ ਕਿ ਸਿੱਖੀ 'ਤੇ ਵੱਡਾ ਹਮਲਾ ਹੈ। ਉਹ ਹਮਲਾ ਲਗਾਤਾਰ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ਅਸੀਂ ਨਿਰੰਕਾਰ ਨੂੰ ਮੰਨਣ ਵਾਲੇ, ਗੁਰਬਾਣੀ ਤੋਂ ਸੇਧ ਲੈਣ ਵਾਲੇ ਇਸ ਭਗਵਤੀ ਦੇਵੀ ਨੂੰ ਅਰਦਾਸ ਦੇ ਰਾਹੀਂ ਰੋਜ਼ ਯਾਦ ਕਰਦੇ ਹਾਂ, ਰੋਜ਼ ਧਿਆਉਂਦੇ ਹਾਂ, ਅਤੇ ਸਾਰੇ ਗੁਰੂਆਂ ਨੂੰ ਵੀ ਇਹਦੇ ਚਰਨਾਂ ਦੇ ਵਿੱਚ ਖਿਲਾਰ ਦਿੱਤਾ ਹੈ। ਇਦੋਂ ਵੱਧ ਨਾ ਸਮਝੀ ਵਾਲੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਇਹ ਕਦੋਂ ਸ਼ਾਮਲ ਹੋਈ, ਕਿਵੇਂ ਸ਼ਾਮਲ ਹੋਈ, ਇਹਦੀਆਂ ਤਰੀਕਾਂ ਤਾਂ ਦੱਸਣੀਆਂ ਸੰਭਵ ਨਹੀਂ ਹਨ। ਪਰ 1945 ਦੇ ਵਿੱਚ ਜਦੋਂ ਸਿੱਖ ਰਹਿਤ ਮਰਿਆਦਾ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਹੈ, ਉਦੋਂ ਤੋਂ ਤਾਂ ਪੱਕੀ ਤਰ੍ਹਾਂ ਇਹ ਅਰਦਾਸ ਦੇ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ ਅਤੇ ਉਸ ਰਹਿਤ ਮਰਿਆਦਾ ਨੂੰ ਸਾਰੇ ਗੁਰਦੁਆਰਿਆਂ 'ਚ ਲਾਗੂ ਕਰਨ ਦਾ ਯਤਨ ਕੀਤਾ ਗਿਆ ਹੈ। ਅਤੇ ਹੋਰ ਵੀ ਬਹੁਤ ਸਾਰੇ ਆਪੋ ਆਪਣੇ ਜਿਹਨੂੰ ਸਾਧ ਸੰਤ ਡੇਰੇਦਾਰ ਮਹਾਂਪੁਰਖ ਕਹਿੰਦੇ ਨੇ, ਉਹਨਾਂ ਦੇ ਨਾਮ ਵੀ ਕਈਆਂ ਥਾਵਾਂ 'ਤੇ ਅਰਦਾਸਾਂ ਵਿੱਚ ਜੋੜ ਲਏ ਜਾਂਦੇ ਨੇ। 10 ਗੁਰੂ ਸਾਹਿਬਾਨ ਨੂੰ ਤਾਂ ਇੱਕ
ਮਨੌਤ ਦੇ ਤੌਰ 'ਤੇ ਲੋਕਾਂ ਦੀਆਂ ਅੱਖੀਂ ਘੱਟਾ ਪਾਉਣ ਵਾਸਤੇ ਥੋੜ੍ਹਾ ਬਹੁਤਾ ਨਾਮ ਉਹਨਾਂ ਦਾ ਵਿੱਚ ਲੈ ਲਿਆ ਜਾਂਦਾ ਹੈ। ਬਾਕੀ ਤਾਂ ਹੋਰ ਚੀਜ਼ਾਂ ਦੀ ਪੂਜਾ ਅਤੇ ਮਾਨਤਾ ਹੀ ਹੋ ਰਹੀ ਹੈ। ਗੁਰਬਾਣੀ ਤੋਂ ਸਿੱਖ ਬਹੁਤ ਦੂਰ ਹੋ ਗਏ, ਨਾ ਸਮਝੀ ਦੇ ਵਿੱਚ ਬਹੁਤ ਕੁਝ ਮੰਨਣ ਲੱਗ ਪਏ। ਅੱਜ ਕਿਹੜੀਆਂ ਥਾਵਾਂ 'ਤੇ ਸਿੱਖ ਮੱਥੇ ਟੇਕਦੇ ਨੇ ਆਪਾਂ ਸਹਿਜੇ ਹੀ ਆਲੇ ਦੁਆਲੇ ਵੇਖ ਸਕਦੇ ਹਾਂ, ਪਰਖ ਸਕਦੇ ਹਾਂ ਅਤੇ ਆਪਣੀ ਅਕਲ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਗੁਰੂ ਪਿਆਰ ਵਾਲਿਓ, ਇਸ ਭਗਉਤੀ ਨਾਮ ਦੀ ਜਿਹੜੀ ਅਰਦਾਸ ਹੈ ਇਹਦੇ ਤੋਂ ਆਪਾਂ ਖਹਿੜਾ ਛਡਾਈਏ। ਅਕਾਲ ਪੁਰਖ ਵਾਹਿਗੁਰੂ ਅੱਗੇ ਜੇ ਅਰਦਾਸ ਕਰਨੀ ਹੈ ਤਾਂ ਉਸੇ ਅੱਗੇ ਕਰੀਏ। ਇਸ ਪੌੜੀ ਨੂੰ ਪੜ੍ਹਨਾ ਜ਼ਰੂਰੀ ਨਹੀਂ ਹੈ। ਗੁਰਬਾਣੀ ਦੇ ਵਿੱਚ ਬੇਅੰਤ ਅਜਿਹੀਆਂ ਪੌੜੀਆਂ ਨੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਅਰਦਾਸ ਉਹਨਾਂ ਦੇ ਰਾਹੀਂ ਕੀਤੀ ਜਾ ਸਕਦੀ ਹੈ। ਸਵਾਲ ਨੰਬਰ 168 ਭਾਈ ਭਗਵੰਤ ਸਿੰਘ ਮਲੇਰਕੋਟਲੇ ਤੋਂ। ਇਹਨਾਂ ਦਾ ਸਵਾਲ ਹੈ ਕਿ ਰਾਤ ਸਮੇਂ ਸੋਹਲੇ ਦਾ ਪਾਠ ਕਰਨ ਨਾਲ ਕੋਈ ਗੁਪਤ ਪਹਿਰਾ ਲੱਗਦਾ ਹੈ। ਬਹੁਤੇ ਸਾਧ ਸੰਤ ਇਹੀ ਕਹਿੰਦੇ ਨੇ ਕਿ ਸੋਹਲੇ ਦਾ ਪਾਠ ਕਰਕੇ ਸੌਵੋ ਤਾਂ ਫਿਰ ਗੁਪਤ ਸ਼ਹੀਦ ਤੁਹਾਡੇ 'ਤੇ ਪਹਿਰੇਦਾਰੀ ਕਰਨਗੇ, ਕੋਈ ਖਤਰਾ ਨਹੀਂ ਰਹੇਗਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਗੁਰੂ ਪਿਆਰ ਵਾਲਿਓ, ਪਹਿਲਾਂ ਬ੍ਰਹਮ ਕਵਚ ਜੋ ਸਵਾਲ ਕੀਤਾ ਗਿਆ ਸੀ ਇਸੇ ਐਪੀਸੋਡ ਦੇ ਵਿੱਚ ਪਹਿਲਾ ਹੀ ਇਹ ਸਵਾਲ ਸੀ, ਉਹਦੇ ਵਿੱਚ ਮੈਂ ਬਹੁਤ ਵਿਸਥਾਰ ਨਾਲ ਜਵਾਬ ਦਿੱਤਾ ਹੋਇਆ ਹੈ। ਕੇਵਲ ਗੱਲ ਇਹ ਹੈ ਕਿ ਸਾਨੂੰ ਭਰਮਾਂ 'ਚ ਵਹਿਮਾਂ 'ਚ ਪਾ ਕੇ ਸਾਧਾਂ ਸੰਤਾਂ ਨੇ ਕੁਰਾਹੇ ਪਾਇਆ। ਅਸੀਂ ਆਪਣੀ ਅਕਲ ਦੀ ਵਰਤੋਂ ਕਰਨ ਜੋਗੇ ਨਹੀਂ ਰਹੇ, ਹਰ ਇੱਕ ਦੇ ਪਿਛਲੱਗ ਬਣ ਗਏ ਹਾਂ। ਕਿੱਡੀ ਮੂਰਖਤਾ ਭਰੀ ਜੱਬਲ ਗੱਲ ਕੋਈ ਬੰਦਾ ਕਹਿ ਦੇਵੇ ਉਹਨੂੰ ਵੀ ਸਿਰ ਸੁੱਟ ਕੇ ਮੰਨ ਲੈਂਦੇ ਹਾਂ। ਅੱਖਾਂ ਖੋਲ੍ਹ ਕੇ ਦਿਮਾਗ ਦੀ ਵਰਤੋਂ ਕਰਕੇ ਅਸੀਂ ਆਪਣੀ ਜ਼ਿੰਦਗੀ ਜਿਉਣ ਜੋਗੇ ਨਹੀਂ ਰਹੇ। ਕਰੀਬ ਬੇਅੰਤ ਵੱਡੀ ਗਿਣਤੀ ਇਹਨਾਂ ਹੀ ਰਾਹਾਂ 'ਤੇ ਚੱਲ ਪਈ ਹੋਈ ਹੈ ਅਤੇ ਆਪਣੇ ਜ਼ਿੰਦਗੀ ਨੂੰ ਘੱਟੇ ਰੋਲ ਰਹੀ ਹੈ। ਕੋਈ ਉਹਨਾਂ ਕੋਲੇ ਅਜਿਹਾ ਫੈਸਲਾ ਲੈਣ ਦੀ ਯੋਗਤਾ ਨਹੀਂ ਹੈ ਕਿ ਠੀਕ ਕੀ ਹੈ, ਗਲਤ ਕੀ ਹੈ, ਮੈਂ ਆਪ ਪਰਖ ਪੜਚੋਲ ਕਰ ਸਕਾਂ। ਪੁਰਾਣੇ ਸਮਿਆਂ 'ਚ ਜੰਗਲਾਂ 'ਚ ਵਾਸਾ ਸੀ, ਜਿਹੜੇ ਪਿੰਡਾਂ 'ਚ ਵੀ ਰਹਿੰਦੇ ਸਨ ਉਹਨਾਂ ਦੇ ਵੀ ਕੱਚੇ ਘਰ ਹੁੰਦੇ ਸਨ। ਕੋਈ ਦਰਵਾਜ਼ੇ ਵਿੰਡੋ ਬਾਰੀਆਂ ਬਹੁਤ ਵਧੀਆ ਨਹੀਂ ਹੁੰਦੇ ਸੀ, ਮਜ਼ਬੂਤੀ ਉੱਕਾ ਹੀ ਨਹੀਂ ਹੁੰਦੀ ਸੀ। ਕਿਸੇ ਕੰਧ ਨੂੰ, ਕਿਸੇ ਵਾੜ ਨੂੰ, ਝਾੜੀਆਂ ਨੂੰ ਕੋਈ ਅੱਗ ਲਾ ਦੇਵੇ ਸਭ ਕੁਝ ਤਬਾਹ ਹੋ ਜਾਂਦਾ ਸੀ। ਹਨੇਰੀ ਆ ਜਾਵੇ ਬਹੁਤੇ ਘਰ ਢਹਿ ਜਾਂਦੇ ਸੀ। ਮੀਂਹ ਦੇ ਵਿੱਚ ਬਹੁਤ ਬਰਬਾਦੀ ਹੁੰਦੀ ਸੀ। ਜੇ ਕੋਈ ਚੋਰ ਅਚੱਕਾ ਅੰਦਰ ਦਾਖਲ ਹੋਣਾ ਚਾਹੇ ਤਾਂ ਬਹੁਤ ਵਧੀਆ ਦਰਵਾਜ਼ੇ ਕੁੰਡੇ ਆਦਿਕ ਨਹੀਂ ਹੁੰਦੇ ਸੀ ਅਤੇ ਕੋਈ ਅੱਜ ਵਾਂਗੂ ਉਹਨਾਂ ਨੂੰ ਪਕੜਨ ਦੇ ਸਾਧਨ ਨਹੀਂ ਸੀ। ਪੁਲਿਸ ਦਾ ਆਉਣਾ ਜਾਣਾ ਨਾ ਦੇ ਬਰਾਬਰ ਸੀ। ਇਹਨਾਂ ਹਾਲਤਾਂ ਦੇ ਵਿੱਚ ਡਰੇ ਹੋਏ ਲੋਕਾਂ ਨੂੰ ਤਸੱਲੀ ਦੇ ਕੇ ਆਰਾਮ ਨਾਲ ਸੁਲਾ ਦੇਣਾ ਅਤੇ ਇਹਨਾਂ ਸੋਹਿਲਾ ਸਾਹਿਬ ਦਾ ਅਤੇ ਬ੍ਰਹਮ ਕਵਚ ਦਾ ਕੰਮ ਸਾਧਾਂ ਸੰਤਾਂ ਨੇ ਸਾਡੇ ਦਿਮਾਗ 'ਚ ਪਾ ਦਿੱਤਾ। ਹੁਣ ਇੱਥੇ ਇਹ ਯਾਦ ਰੱਖਣਾ ਬਣਦਾ, ਜਦੋਂ ਸਿੱਖਾਂ ਦੀਆਂ ਫੌਜਾਂ ਜੰਗਲਾਂ ਦੇ ਵਿੱਚ ਰਹਿੰਦੀਆਂ ਸੀ ਉਦੋਂ ਵੀ ਉਹ ਰਾਤ ਨੂੰ ਸੌਂਦੇ ਸੀ, ਪਰ ਬ੍ਰਹਮ ਕਵਚ ਲੈ ਕੇ ਨਹੀਂ ਸੀ ਸੌਂਦੇ, ਬਲਕਿ 2-4 ਪਹਿਰੇਦਾਰ ਉਹਨਾਂ ਸੁੱਤੇ ਹੋਏ ਮਾਈ ਭਾਈ ਦੇ ਆਲੇ ਦੁਆਲੇ ਨਿਗਰਾਨੀ ਕਰਦੇ ਸੀ। ਜੇ ਉਹਨਾਂ ਨੂੰ ਕਿਤੋਂ ਬਿੜਕ ਆਉਂਦੀ ਹੈ, ਆਵਾਜ਼ ਆਉਂਦੀ ਹੈ, ਖਤਰਾ ਮਹਿਸੂਸ ਹੁੰਦਾ ਅਤੇ ਸਾਰਿਆਂ ਨੂੰ ਉਠਾਉਂਦੇ ਸੀ, ਸਾਵਧਾਨ ਕਰਦੇ ਸੀ ਕਿ ਭਾਈ ਰਾਤ ਨੂੰ ਹਮਲਾ ਹੋ ਚੱਲਿਆ ਅਤੇ ਆਪਣੀ ਜਾਨ ਬਚਾਉਣ ਦਾ ਆਪਾਂ ਉਪਰਾਲਾ ਕਰੀਏ। ਤਾਂ ਇਹ ਜਿਹੜੇ ਲੋਕ ਬ੍ਰਹਮ ਕਵਚ ਪੜ੍ਹ ਕੇ ਮੰਤਰ ਸੌਂ ਜਾਂਦੇ ਸੀ, ਉਹ ਫਿਰ ਜਾਂ ਤਾਂ ਸਹੀ ਸਲਾਮਤ ਜੇ ਦੁਸ਼ਮਣ ਨਹੀਂ ਆਇਆ ਤਾਂ ਬ੍ਰਹਮ ਕਵਚ ਦਾ ਆਸਰਾ ਉਹਨਾਂ ਨੂੰ ਤਸੱਲੀ ਹੋ ਜਾਂਦੀ ਸੀ ਕਿ ਉਹਨੇ ਬਚਾ ਲਿਆ। ਅਤੇ ਜੇ ਕੋਈ ਦੁਸ਼ਮਣ ਆ ਹੀ ਗਿਆ ਅਤੇ ਬ੍ਰਹਮ ਕਵਚ ਦੀ ਗੂੜ੍ਹੀ ਨੀਂਦ ਦੇ ਵਿੱਚ ਉਹ ਸੋਹਿਲਾ ਸਾਹਿਬ ਦੇ ਮੰਤਰ ਜਾਪ ਦੇ ਨਾਲ ਉਹ ਸੌਂ ਗਿਆ ਅਤੇ ਵੱਢਿਆ ਗਿਆ, ਮਾਰਿਆ ਗਿਆ ਅਤੇ ਕਿਸੇ ਨੇ ਨਹੀਂ ਬਚਾਉਣਾ। ਇਸ ਤਰ੍ਹਾਂ ਪੁਰਾਤਨ ਸਮਿਆਂ 'ਚ ਬੇਅੰਤ ਸਿੱਖ ਅਨੇਕਾਂ ਅਚਨਚੇਤੀ ਹਮਲਿਆਂ ਦੇ ਵਿੱਚ ਮਾਰੇ ਜਾਂਦੇ ਰਹੇ ਨੇ, ਸ਼ਹੀਦ ਹੁੰਦੇ ਜਾਂਦੇ ਰਹੇ ਨੇ ਅਤੇ ਉਹਨਾਂ ਨੂੰ ਕਿਸੇ ਬ੍ਰਹਮ ਕਵਚ ਨੇ ਜਾਂ ਸੋਹਿਲਾ ਸਾਹਿਬ ਦੇ ਪਾਠ ਨੇ ਨਹੀਂ ਬਚਾਇਆ। ਅਤੇ ਫਿਰ ਉਹ ਰਾਤ ਨੂੰ ਹੀ ਸੋਹਿਲਾ ਸਾਹਿਬ ਦਾ ਪਾਠ ਕਿਉਂ ਬਚਾਉਂਦਾ? ਉਹ ਤਾਂ ਦਿਨੇ ਵੀ ਸਾਡੇ ਦੁਆਲੇ ਹੋਣਾ ਚਾਹੀਦਾ। ਗੁਰਬਾਣੀ ਤਾਂ ਕਹਿੰਦੀ ਹੈ ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗੇ ਨਾ ਭਾਈ। ਅਤੇ ਗੁਰੂ ਪਿਆਰ ਵਾਲਿਓ, ਇਹ ਤਾਂ ਕੇਵਲ ਮੁਹਾਵਰੇ ਮਾਤਰ ਹੁੰਦੇ ਨੇ, ਮਨ ਨੂੰ ਤਕੜਾ ਕਰਨ ਦੀਆਂ ਗੱਲਾਂ ਹੁੰਦੀਆਂ ਨੇ। ਤਾਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਤਕੜੇ ਹੋਣਾ ਪਵੇਗਾ, ਸਿਆਣੇ ਬਣਨਾ ਪਵੇਗਾ। ਗੁਰੂ ਸਾਹਿਬ ਨੂੰ ਆਪਣੀਆਂ ਜਾਨਾਂ ਤੱਕ ਵਾਰਨੀਆਂ ਪਈਆਂ ਨੇ, ਮਾਰੂ ਹਮਲੇ ਹੋਏ ਨੇ, ਜੰਗ ਲੜਨੇ ਪਏ ਨੇ ਅਤੇ ਕਈ ਵਾਰੀ ਆਪਣੇ ਟਿਕਾਣੇ ਬਦਲਣੇ ਪਏ ਨੇ, ਮੁਸੀਬਤਾਂ ਝੱਲਣੀਆਂ ਪਈਆਂ ਨੇ। ਉਦੋਂ ਕੋਈ ਬ੍ਰਹਮ ਕਵਚ ਨਹੀਂ ਆਇਆ ਅਤੇ ਉਦੋਂ ਕੋਈ ਸੋਹਿਲਾ ਸਾਹਿਬ ਦੇ ਪਾਠ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ। ਇਹ ਕੇਵਲ ਝੂਠੀਆਂ ਤਸੱਲੀਆਂ ਦੇ ਕੇ ਪੁਜਾਰੀ ਤਬਕੇ ਨੇ ਸਾਨੂੰ ਬੇਵਕੂਫ ਬਣਾਇਆ
ਤੇ ਅਸੀਂ ਹੈਪਨੋਟਾਈਜ਼ ਹੋ ਜਾਂਦੇ ਹਾਂ। ਤੇ ਫਿਰ ਜਦੋਂ ਇਹ ਬ੍ਰਹਮ ਕਵਚ ਆਦਿਕ ਵਰਗਾ ਜਾਂ ਸੋਹਿਲਾ ਸਾਹਿਬ ਦਾ ਪਾਠ ਵਰਗਾ ਕੋਈ ਪਾਠ ਕਰਕੇ ਸੌਂ ਜਾਂਦੇ ਹਾਂ ਤੇ ਸਾਨੂੰ ਲੱਗਦਾ ਹੁਣ ਸਾਡੇ ਦੁਆਲੇ ਬਹੁਤ ਸਾਰੇ ਪਹਿਰੇ ਖੜ੍ਹੇ ਹੋ ਗਏ ਨੇ ਤੇ ਸਾਡੀ ਰਾਖੀ ਹੋ ਰਹੀ ਹੈ, ਹੁਣ ਸਾਨੂੰ ਕੋਈ ਖਤਰਾ ਨਹੀਂ ਹੈ। ਮੈਂ ਆਪ ਜੰਗ ਯੁੱਧ ਦੇ ਵਿੱਚ 1965 ਦੀ ਲੜਾਈ ਦੇ ਵਿੱਚ ਹਿੱਸਾ ਲਿਆ। ਪਾਕਿਸਤਾਨ ਦੇ ਸਿਆਲਕੋਟ ਸੈਕਟਰ ਦੇ ਵਿੱਚ ਸਾਡੀ ਜ਼ਿੰਮੇਵਾਰੀ ਸੀ। ਉੱਥੇ ਵੀ ਰਾਤ ਸਮੇਂ ਜਦੋਂ ਅਸੀਂ ਸੌਣ ਲੱਗਦੇ ਸੀ ਤੇ ਸਾਨੂੰ ਪੁਰਾਣੇ ਜੋ ਵੱਡੀ ਉਮਰ ਵਾਲੇ ਹੌਲਦਾਰ, ਸੂਬੇਦਾਰ ਆਦਿਕ ਸਾਡੇ ਇੰਚਾਰਜ ਹੁੰਦੇ ਸੀ, ਉਹ ਵੀ ਸਾਨੂੰ ਕਹਿ ਦਿੰਦੇ ਸੀ ਕਿ ਸੋਹਿਲਾ ਸਾਹਿਬ ਦਾ ਪਾਠ ਕਰੋ। ਮੈਂ ਇੱਕ ਦਿਨ ਸਹਿਜ ਭਾਏ ਪੁੱਛ ਲਿਆ ਕਿ ਜੇ ਰਾਤ ਨੂੰ ਬੰਬਾਰਮੈਂਟ ਹੋਣ ਲੱਗ ਜਾਏ ਜੀ ਫਿਰ ਕੀ ਕਰੀਏ? ਕਹਿਣ ਲੱਗੇ ਫਿਰ ਬਚਣਾ ਪਵੇਗਾ, ਮੋਰਚਿਆਂ 'ਚ ਵੜ ਕੇ ਸੌਵੋ, ਬਾਹਰ ਨਾ ਸੌਵੋ। ਮੈਂ ਕਿਹਾ ਜੀ ਫਿਰ ਸੋਹਿਲਾ ਸਾਹਿਬ ਦਾ ਪਾਠ। ਉਹ ਕਹਿੰਦਾ ਇਹ ਵੀ ਕਰ ਲਿਆ ਕਰੋ, ਮੋਰਚਿਆਂ 'ਚ ਵੀ ਵੜ ਜਿਆ ਕਰੋ। ਇਹ ਸਾਰੀਆਂ ਗੱਲਾਂ ਤੇ ਸਾਨੂੰ ਹੈਪਨੋਟਾਈਜ਼ ਕਰਨ ਦੇ ਇੱਕ ਢੰਗ ਨੇ ਤਾਂ ਕਿ ਇਹਨਾਂ ਲੋਕਾਂ ਦੇ ਮਨਾਂ 'ਚੋਂ ਭਾਵੇਂ ਝੂਠੀ ਤਸੱਲੀ ਦੇ ਰਾਹੀਂ ਸਹੀ ਡਰ ਮੁੱਕ ਜਾਵੇ। ਤੇ ਫਿਰ ਉਹ ਗੱਲ ਹੁੰਦੀ ਹੈ ਕਿ ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ। ਸੋਹਿਲਾ ਸਾਹਿਬ ਪੜ੍ਹ ਕੇ ਸੌਂ ਜਾ, ਬ੍ਰਹਮ ਕਵਚ ਦਾ ਮੰਤਰ ਪੜ੍ਹ ਕੇ ਸੌਂ ਜਾ ਤੇ ਰਾਤ ਨੂੰ ਜੋ ਕੁਝ ਮਰਜ਼ੀ ਵਾਪਰਦਾ ਰਹੇ ਤੇ ਫਿਰ ਤੂੰ ਮੌਤ ਨੂੰ ਗਲੇ ਲਾ ਲਵੀਂ ਤੇ ਡਰੀ ਬਿਲਕੁਲ ਨਾ। ਇਹ ਸਾਡੇ ਮਨਾਂ 'ਚ ਗੱਲਾਂ ਬਿਠਾ ਦਿੱਤੀਆਂ ਗਈਆਂ। ਸੋਹਿਲਾ ਸਾਹਿਬ ਦਾ ਪਾਠ ਜ਼ਿੰਦਗੀ ਦੇ ਵਿੱਚ ਅਗਵਾਈ ਲੈਣ ਵਾਸਤੇ ਹੈ। ਉਹਦੇ ਵਿੱਚ ਜੋ ਲਿਖਿਆ ਹੋਇਆ ਉਹ ਮੰਨਣ ਵਾਸਤੇ ਹੈ, ਉਹ ਮੰਤਰ ਜਾਪ ਨਹੀਂ ਹੈ। ਗੁਰਬਾਣੀ ਨੂੰ ਮੰਤਰ ਜਾਪ ਨਾ ਬਣਾਓ, ਜ਼ਿੰਦਗੀ ਦੀ ਅਗਵਾਈ ਦਾ ਸੋਮਾ ਬਣਾਓ। ਇਹਦੇ ਤੋਂ ਸੇਧ ਲਓ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ। ਸਵਾਲ ਨੰਬਰ 169 ਭਾਈ ਸੁਖਜੀਤ ਸਿੰਘ ਹੁਸ਼ਿਆਰਪੁਰ ਤੋਂ। ਇਹਨਾਂ ਦਾ ਸਵਾਲ ਹੈ ਕਿ ਬੁੱਧ ਧਰਮ ਅਤੇ ਸਿੱਖ ਧਰਮ ਵਿੱਚ ਕੀ ਅੰਤਰ ਹੈ? ਜਿਵੇਂ ਜਿਵੇਂ ਗੁਰਬਾਣੀ ਦਾ ਅਧਿਐਨ ਮੈਂ ਕਰਦਾ ਗਿਆ, ਗੁਰਬਾਣੀ 'ਚੋਂ ਬਹੁਤ ਕੁਝ ਸਿੱਖਿਆ। ਨਵੀਆਂ ਵੀ ਅਤੇ ਪੁਰਾਤਨ ਸਮੇਂ ਦੀਆਂ ਪਰੰਪਰਾਵਾਂ ਵੀ, ਦੂਜੀਆਂ ਗਲਤ ਪਰੰਪਰਾਵਾਂ ਦਾ ਖੰਡਨ ਵੀ ਗੁਰਬਾਣੀ ਦੇ ਵਿੱਚ ਬਹੁਤ ਹੋਇਆ। ਜ਼ਿੰਦਗੀ ਕਿਵੇਂ ਜਿਉਣੀ ਹੈ, ਇਨਸਾਨ ਨੇ ਵਿਕਾਸ ਕਿਵੇਂ ਕਰਨਾ ਹੈ, ਅਕਲਮੰਦ ਕਿਵੇਂ ਬਣਨਾ ਹੈ, ਵਿੱਦਿਆ ਹਾਸਲ ਕਰਨ ਦੀ ਕਿਉਂ ਜ਼ਰੂਰਤ ਹੈ ਤੇ ਬਹਾਦਰ ਕਿਵੇਂ ਬਣਨਾ ਹੈ। ਬਹੁਤ ਸਾਰੇ ਪੱਖ ਜਿਹੜੇ ਜ਼ਿੰਦਗੀ ਦੇ ਨੇ ਉਹ ਗੁਰੂ ਸਾਹਿਬ ਨੇ ਸੰਸਾਰ ਦੇ ਸਨਮੁਖ ਰੱਖ ਕੇ ਬਹੁਤ ਵੱਡਾ ਪਰਉਪਕਾਰ ਕੀਤਾ। 500 550 ਸਾਲ ਪਹਿਲਾਂ ਇੰਨੀਆਂ ਉੱਤਮ ਦਰਜੇ ਦੀਆਂ ਗਿਆਨਵਾਨ ਗੱਲਾਂ ਲਿਖ ਕੇ ਸੰਭਾਲ ਕੇ ਆਮ ਸਮਾਜ ਤੱਕ ਪੁੱਜਦੀਆਂ ਕਰ ਦਿੱਤੀਆਂ। ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਮਾਜ ਨੂੰ। ਅਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉੱਥੇ ਰੁਕ ਜਾਣਾ, ਉਹਨਾਂ ਨੂੰ ਤਾਂ ਪੜ੍ਹਨਾ ਹੈ, ਵਿਚਾਰਨਾ ਹੈ। ਵਿੱਦਿਆ ਦੇ ਰਾਹ ਸਾਨੂੰ ਜੇ ਇੱਕ ਟੀਚਰ ਜਿਹੜਾ ਊੜਾ ਐੜਾ ਸਿਖਾਉਂਦਾ ਹੈ, ਉਹਦੀ ਮਹਾਨਤਾ ਹੈ ਕਿ ਉਹਨੇ ਸਾਨੂੰ ਅੱਖਰਾਂ ਦੀ ਪਛਾਣ ਕਰਾ ਦਿੱਤੀ। ਅੱਗੋਂ ਮੁਹਾਰਨੀ ਅਗਲੇ ਤੋਂ ਸਿੱਖ ਲੈਣੀ ਹੈ। ਜਿਹਨੇ ਮੁਹਾਰਨੀ ਸਾਨੂੰ ਪੜ੍ਹਾ ਦਿੱਤੀ, ਉਹ ਫਿਰ ਅੱਖਰਾਂ ਦਾ ਜੋੜ ਤੋੜ ਕਰਨਾ ਉਹ ਅਗਲੇ ਤੋਂ, ਦੂਜੇ ਤੀਜੇ ਟੀਚਰ ਤੋਂ ਸਿੱਖ ਲੈਣਾ। ਇਸੇ ਤਰ੍ਹਾਂ ਵਿੱਦਿਅਕ ਯੋਗਤਾ ਅੱਗੇ ਤੋਂ ਅੱਗੇ ਚੱਲਦੀ ਰਹਿਣੀ ਚਾਹੀਦੀ ਹੈ। ਜਿਵੇਂ ਗੁਰਬਾਣੀ ਨੇ ਸਾਨੂੰ ਵਿੱਦਿਆ ਦੇ ਰਾਹ ਪਾ ਦਿੱਤਾ, ਗਿਆਨ ਦੇ ਰਾਹ ਪਾ ਦਿੱਤਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉੱਥੇ ਰੁਕ ਜਾਣਾ, ਠਹਿਰ ਜਾਣਾ। ਗੁਰਬਾਣੀ ਦੇ ਵਿੱਚ ਜਿਹੜੀਆਂ ਗਲਤ ਪਰੰਪਰਾਵਾਂ ਨੇ ਬ੍ਰਾਹਮਣ ਨੇ ਪਾਈਆਂ ਨੇ, ਵੇਦਾਂ 'ਚ, ਪੁਰਾਣਿਕ ਗ੍ਰੰਥਾਂ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਕਿ ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਅਤੇ ਪੁਜਾਰੀ ਤਬਕੇ ਨੂੰ ਗੁਰਬਾਣੀ ਨੇ ਬਿਲਕੁਲ ਪ੍ਰਵਾਨ ਨਹੀਂ ਕੀਤਾ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਜੋ ਕੱਟੜਤਾ ਸੀ ਅਤੇ ਉਹਨੂੰ ਵੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਅਤੇ ਜੈਨ ਧਰਮ ਦੇ ਵਿੱਚ ਜੋ ਅੰਧ ਵਿਸ਼ਵਾਸ ਸੀ, ਜਿਵੇਂ ਫੋਲ ਫਦੀਹਤ, ਮੂੰਹ ਲੈਣ ਪੜਾਸਾ, ਪਾਣੀ ਦੇਖ ਸਗਾਹੀ, ਉਹਨਾਂ ਦਾ ਗੰਦਗੀ ਆਦਿਕ ਫਰੋਲ ਕੇ ਤੀਲਿਆਂ ਨਾਲ ਉਹਦੇ ਵਿੱਚੋਂ ਬਦਬੂ ਮੂੰਹ ਨੂੰ ਆਉਣੀ, ਨੱਕ ਨੂੰ ਆਉਣੀ, ਉਹਦੀ ਵੀ ਸਖਤ ਆਲੋਚਨਾ ਕੀਤੀ ਗਈ ਹੈ। ਲੰਮੇ ਸ਼ਬਦ ਗੁਰਬਾਣੀ 'ਚ ਜੈਨੀਆਂ ਦੀਆਂ ਗਲਤ ਪਰੰਪਰਾਵਾਂ ਦੇ ਵਿਰੁੱਧ ਵੀ ਲਿਖੇ ਹੋਏ ਨੇ। ਹੋਰ ਜਿਹੜਾ ਕਿਤੇ ਰਾਜਨੀਤੀ ਦੇ ਵਿੱਚ ਗਲਤ ਹੋ ਰਿਹਾ, ਸਮਾਜ ਦੇ ਵਿੱਚ ਗਲਤੀਆਂ ਹੋ ਰਹੀਆਂ ਨੇ, ਗੁਰੂ ਸਾਹਿਬ ਨੇ ਉਹਨਾਂ ਦਾ ਥਾਂ ਥਾਂ 'ਤੇ ਖੰਡਨ ਕੀਤਾ। ਪਰ ਸਾਰਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਪੜ੍ਹ ਕੇ ਵੇਖ ਲੈਣਾ, ਤੁਹਾਨੂੰ ਬੁੱਧ ਧਰਮ ਦਾ ਖੰਡਨ ਕਿਤੇ ਵੀ ਨਹੀਂ ਮਿਲੇਗਾ। ਗੁਰੂ ਸਾਹਿਬ ਨੇ ਭਾਵੇਂ ਕਿ ਬੁੱਧ ਧਰਮ ਦੀ ਪ੍ਰਸ਼ੰਸਾ ਤਾਂ ਨਹੀਂ ਕੀਤੀ ਕਿਤੇ ਵੀ, ਕਿਉਂਕਿ ਉਦੋਂ ਬੁੱਧ ਧਰਮ ਖਾਤਮੇ ਦੇ ਨੇੜੇ ਸੀ ਅਤੇ ਭਾਰਤ ਦੇ ਵਿੱਚੋਂ ਲਗਭਗ ਅਲੋਪ ਹੋਣ ਵਾਂਗ ਸੀ। ਇਹ ਬਾਹਰ ਚੀਨ ਦੇ ਵਿੱਚ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਜਾਪਾਨ ਅਤੇ ਹੋਰਨਾਂ ਕੁਝ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਚੱਲ ਰਿਹਾ ਸੀ। ਲੰਕਾ ਦੇ ਵਿੱਚ ਵੀ ਇਹਦੀ ਪਛਾਣ ਹੈਗੀ ਸੀ, ਪਰ ਭਾਰਤ ਦੇ ਵਿੱਚ ਬਹੁਤ ਕੁਝ ਇਹਦੀ ਸੰਖਿਆ ਮੰਨਣ ਵਾਲਿਆਂ ਦੀ ਘਟ ਗਈ ਸੀ। ਇਹਨਾਂ ਦੇ ਪੁਜਾਰੀ ਬਹੁਤ ਘੱਟ ਰਹਿ ਗਏ ਸੀ।
ਤੇ ਵਿਦਿਆ ਦਾ ਉਦੋਂ ਪਸਾਰ ਹੈ ਨਹੀਂ ਸੀ। ਲੋਕਾਂ ਤੱਕ ਬੁੱਧ ਧਰਮ ਦਾ ਗਿਆਨ ਦੇਣ ਦੇ ਹੋਰ ਕੋਈ ਸਾਧਨ ਨਹੀਂ ਸੀ। ਪੁਜਾਰੀਆਂ ਦੇ ਰਾਹੀਂ ਹੀ ਇਹ ਲੋਕਾਂ ਤੱਕ ਬੁੱਧ ਧਰਮ ਦਾ ਗਿਆਨ ਪਹੁੰਚਦਾ ਸੀ। ਬਾਕੀਆਂ ਧਰਮਾਂ ਦਾ ਵੀ ਇਹੀ ਤਰੀਕਾ ਸੀ ਆਪਣਾ ਪੱਖ ਲੋਕਾਂ ਦੇ ਅੱਗੇ ਰੱਖਣ ਦਾ। ਸੋ ਬੁੱਧ ਧਰਮ ਦੀ ਗੁਰੂ ਸਾਹਿਬ ਨੇ ਨਾ ਭਗਤਾਂ ਨੇ ਕਿਧਰੇ ਖੰਡਨ ਨਹੀਂ ਕੀਤਾ, ਅਤੇ ਉਹਨਾਂ ਦਾ ਖੰਡਨ ਨਾ ਕਰਨਾ ਇਹ ਸਵੀਕਾਰ ਕਰ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਬੁੱਧ ਧਰਮ ਦੇ ਜੋ ਅਸੂਲ ਸੀ ਉਹਦੇ ਵਿੱਚ ਗੁਰੂ ਸਾਹਿਬ ਨੂੰ, ਗੁਰਬਾਣੀ ਰਚੇਤਾ ਮਹਾਂਪੁਰਖਾਂ ਨੂੰ ਕੋਈ ਬੁਰਾਈ ਕਿਤੇ ਵੀ ਨਜ਼ਰ ਨਹੀਂ ਆਈ। ਇਹ ਵੱਖਰੀ ਗੱਲ ਹੈ ਕਿ ਉਹ ਬੁੱਧ ਧਰਮ ਉਦੋਂ ਅੰਤਮ ਸਵਾਸਾਂ ਵਾਲੀ ਗੱਲ 'ਤੇ ਪਹੁੰਚਿਆ ਹੋਇਆ ਸੀ, ਅਤੇ ਬ੍ਰਾਹਮਣ ਪੁਜਾਰੀ ਨੇ ਅਤੇ ਇੱਥੋਂ ਦੇ ਰਾਜੇ ਮਹਾਰਾਜਿਆਂ ਨੇ, ਇੱਥੋਂ ਦੀ ਰਾਜਨੀਤੀ ਨੇ ਉਹਨਾਂ ਨੂੰ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਸੀ। ਬਹੁਤ ਕੁਝ ਬੁੱਧ ਧਰਮ ਦਾ ਅਤੇ ਸਿੱਖ ਧਰਮ ਦਾ ਆਪਸ ਦੇ ਵਿੱਚ ਮਿਲਦਾ ਜੁਲਦਾ। ਇਹ ਕੋਈ ਬਹੁਤ ਜ਼ਿਆਦਾ ਵਿਰੋਧ ਦੀ, ਟਕਰਾਓ ਦੀ ਗੱਲ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ। ਬਲਕਿ ਜਿਹੜਾ ਰੱਬ ਬਾਰੇ ਗੱਲ ਅੱਜ ਚੱਲੀ ਹੋਈ ਹੈ, ਕੁਝ ਪ੍ਰਚਾਰਕ ਕਹਿੰਦੇ ਨੇ ਰੱਬ ਕਿਤੇ ਵੱਖਰੀ ਥਾਂ 'ਤੇ ਬੈਠਾ ਹੈ, ਅਤੇ ਕੁਝ ਪ੍ਰਚਾਰਕ ਕਹਿੰਦੇ ਨੇ ਕਿ ਰੱਬ ਕੁਦਰਤ ਦੇ ਵਿੱਚ ਹੀ ਸਮਾਇਆ ਹੋਇਆ ਹੈ। ਗੁਰਬਾਣੀ ਦੇ ਵਿੱਚੋਂ ਦੋਵੇਂ ਤਰ੍ਹਾਂ ਦੇ ਹਵਾਲੇ ਵੀ ਸਾਡੇ ਪ੍ਰਚਾਰਕ ਦੇ ਦਿੰਦੇ ਨੇ, ਅਤੇ ਅੱਜ ਤੋਂ ਲਗਭਗ 2500 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਸਾਫ਼ ਹੀ ਕਹਿ ਦਿੱਤਾ ਸੀ ਕਿ ਮੈਨੂੰ ਰੱਬ ਬਾਰੇ ਨਾ ਪੁੱਛਿਆ ਜਾਵੇ, ਮੈਂ ਰੱਬ ਬਾਰੇ ਕੁਝ ਵੀ ਨਹੀਂ ਬੋਲਣਾ, ਮੈਂ ਰੱਬ ਬਾਰੇ ਨਹੀਂ ਜਾਣਦਾ, ਮੈਂ ਏਡੀ ਵੱਡੀ ਹਸਤੀ ਬਾਰੇ ਦੱਸ ਨਹੀਂ ਸਕਦਾ। 2500 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਰੱਬ ਦਾ ਕਿਤੇ ਆਪਣੀ ਰਚਨਾ ਵਿੱਚ ਜ਼ਿਕਰ ਤੱਕ ਨਹੀਂ ਕੀਤਾ। ਉਹਨੇ ਬਾਰ-ਬਾਰ ਇਹੀ ਆਖਿਆ ਕਿ ਧਰਤੀ ਦੇ ਉੱਤੇ ਰਹਿਣਾ, ਜਿਉਣਾ ਸਿੱਖ ਲਓ, ਚੰਗੇ ਇਨਸਾਨ ਬਣ ਜਾਓ, ਇੱਥੋਂ ਦੀ ਜਿਹੜੀਆਂ ਹੋਰ ਗਲਤੀਆਂ ਤੁਸੀਂ ਕਰ ਰਹੇ ਹੋ ਉਹਨਾਂ ਤੋਂ ਮੁਕਤ ਹੋ ਜਾਓ, ਬ੍ਰਾਹਮਣਵਾਦ ਦਾ ਜੂੜਾ ਆਪਣੇ ਗਲੋਂ ਉਤਾਰ ਦਿਓ, ਭੈਣਾਂ ਭਰਾਵਾਂ ਵਾਂਗੂ ਜਾਤ ਪਾਤ ਨੂੰ ਤੋੜ ਕੇ ਰਲ ਮਿਲ ਕੇ ਰਹਿਣਾ ਸਿੱਖ ਲਓ, ਅਤੇ ਰੱਬ ਬਾਰੇ ਮੈਨੂੰ ਕਦੀ ਨਾ ਪੁੱਛਿਓ, ਮੈਂ ਤਾਂ ਇਨਸਾਨਾਂ ਬਾਰੇ ਗੱਲਾਂ ਕਰਿਆ ਕਰਦਾ। ਇਨਸਾਨ ਨੂੰ ਚੰਗਾ ਇਨਸਾਨ, ਸਹੀ ਮਾਇਨਿਆਂ 'ਚ ਮਨੁੱਖ ਕਿਵੇਂ ਬਣਾਇਆ ਜਾ ਸਕਦਾ ਹੈ, ਮੈਂ ਤਾਂ ਇਹੋ ਹੀ ਵੱਧ ਤੋਂ ਵੱਧ ਗੱਲਾਂ ਕਰਾਂਗਾ। ਰੱਬ ਬਾਰੇ ਮੈਂ ਕਦੀ ਕੋਈ ਗੱਲ ਨਹੀਂ ਕਰਾਂਗਾ। ਅਤੇ ਮਹਾਤਮਾ ਬੁੱਧ ਨੇ ਸਾਰੀ ਉਮਰ ਰੱਬ ਬਾਰੇ ਕੋਈ ਗੱਲ ਨਹੀਂ ਕੀਤੀ, ਕੋਈ ਦਾਅਵਾ ਨਹੀਂ ਕੀਤਾ। ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮਹਾਤਮਾ ਬੁੱਧ ਨੇ ਕੀਤੀਆਂ ਸਨ, ਉਹਨਾਂ ਦੇ ਪੈਰੋਕਾਰਾਂ ਨੇ ਉਹ ਨੋਟ ਕੀਤੀਆਂ, ਅਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਛਪਦੀਆਂ ਰਹੀਆਂ ਨੇ। ਬੁੱਧ ਧਰਮ ਦਾ ਅਤੇ ਸਿੱਖ ਧਰਮ ਦਾ ਆਪਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਂਝ ਹੈ, ਮੇਲ ਮਿਲਾਪ ਹੈ। ਘੱਟੋ ਘੱਟ ਗੁਰਬਾਣੀ 'ਚ ਇਹਦੀ ਆਲੋਚਨਾ ਕਿਤੇ ਵੀ ਨਹੀਂ ਹੋਈ। ਸਵਾਲ ਨੰਬਰ 170 ਭਾਈ ਹਰਵੰਤ ਸਿੰਘ ਮਲੇਸ਼ੀਆ ਤੋਂ। ਇਹਨਾਂ ਨੇ ਸਵਾਲ ਕੀਤਾ ਕਿ ਕਿਸੇ ਅਪਰਾਧੀ ਨੂੰ ਕਾਨੂੰਨੀ ਦਾਅ ਪੇਚ ਵਰਤ ਕੇ ਬਚਾਉਣਾ ਚੰਗੀ ਗੱਲ ਹੈ? ਵਕੀਲ ਤਾਂ ਪੈਸੇ ਲੈ ਕੇ ਕੰਮ ਕਰ ਰਹੇ ਹੁੰਦੇ ਹਨ, ਇਸ ਦੇ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ? ਗੁਰੂ ਸਵਾਰਿਓ, ਇਹ ਬਹੁਤ ਵੱਡਾ ਸਵਾਲ ਹੈ। ਹਰ ਇੱਕ ਬੰਦਾ ਇਸ ਦੀ ਤਹਿ ਤੱਕ ਨਹੀਂ ਪਹੁੰਚ ਸਕਦਾ, ਪਰ ਫਿਰ ਵੀ ਜਿਤਨੀ ਕੁ ਮੇਰੀ ਸਮਝ ਹੈ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਲੱਗਿਆ। ਪਹਿਲੀ ਗੱਲ ਤਾਂ ਇਹ ਫੈਸਲਾ ਕੌਣ ਕਰੇ ਕਿ ਇਹ ਅਪਰਾਧੀ ਹੈ ਅਤੇ ਇਹ ਬਿਲਕੁਲ ਨਿਰਾਪਰਾਧ ਹੈ, ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਦਾ ਫੈਸਲਾ ਕੌਣ ਕਰੇ? ਆਪਣੇ ਘਰਾਂ ਤੋਂ ਸ਼ੁਰੂ ਕਰ ਲਓ। ਆਪਣੇ ਪਰਿਵਾਰ ਦੇ ਮੈਂਬਰ ਨੂੰ, ਇੱਕੋ ਮੈਂਬਰ ਨੂੰ ਕੁਝ ਪਰਿਵਾਰ ਦੇ ਮੈਂਬਰ ਕਹਿ ਰਹਿੰਦੇ ਨੇ ਇਹ ਠੀਕ ਹੈ, ਦੂਜੇ ਕਹਿ ਰਹੇ ਹੁੰਦੇ ਨੇ ਇਹ ਗਲਤ ਹੈ। ਕੌਣ ਫੈਸਲਾ ਕਰੇ? ਉੱਥੇ ਜਾਂ ਤਾਂ ਪੰਚਾਇਤ ਕੋਲੇ ਜਾਂਦੇ ਆ, ਜਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਕੋਲੇ ਜਾਂਦੇ ਆ, ਜਾਂ ਫਿਰ ਪੁਲਿਸ ਕੋਲੇ ਜਾਂਦੇ ਆ, ਫਿਰ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ। ਜੇ ਆਪੋ ਧਾਪੀ ਨਾਲ ਕੋਈ ਫੈਸਲੇ ਆਪਾਂ ਕਰਨ ਲੱਗ ਜਾਈਏ ਕਿ ਇਹ ਠੀਕ ਹੈ, ਇਹ ਗਲਤ ਹੈ, ਇਹ ਅਪਰਾਧੀ ਹੈ, ਇਹ ਦੁੱਧ ਧੋਤਾ ਹੈ, ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਸਾਡੀ ਕਿੰਨੀ ਕੁ ਸਮਝ ਹੈ, ਕਿਹੋ ਜਿਹੇ ਸਾਡੇ ਫੈਸਲੇ ਹੋਣਗੇ। ਰਹੀ ਗੱਲ ਇੱਦੋਂ ਅਗਲੇ ਮਸਲਿਆਂ ਦੀ, ਜਦੋਂ ਵੀ ਕੋਈ ਕਾਨੂੰਨੀ ਦਾਅ ਪੇਚ ਵਰਤ ਕੇ ਵਕੀਲ ਕਿਸੇ ਅਪਰਾਧੀ ਨੂੰ ਬਚਾਉਂਦਾ ਹੈ, ਇਹ ਅੱਜ ਲੋਕਤੰਤਰ ਦੇ ਵਿੱਚ ਸਾਰੀ ਦੁਨੀਆ ਨੇ ਅਪਣਾਇਆ ਹੋਇਆ ਨਿਯਮ ਹੈ ਕਿ ਹਰ ਇੱਕ ਬੰਦੇ ਨੂੰ ਆਪਣਾ ਪੱਖ ਰੱਖਣ ਦੀ ਆਗਿਆ ਦਿੱਤੀ ਜਾਵੇ। ਜੇ ਕਿਸੇ ਨੂੰ ਪੱਖ ਰੱਖਣ ਦੀ ਇਜਾਜ਼ਤ ਹੀ ਨਾ ਦਿੱਤੀ ਗਈ ਤੇ ਫਿਰ ਹੋ ਸਕਦਾ ਹੈ ਉਹਦਾ ਕਸੂਰ ਹੀ ਕੋਈ ਨਾ ਹੋਵੇ, ਦੂਜੀ ਧਿਰ ਨੇ ਬੇਕਸੂਰੇ ਨੂੰ ਉਹਨੂੰ ਕਸੂਰਵਾਰ ਠਹਿਰਾ ਦਿੱਤਾ ਹੋਵੇ ਅਤੇ ਉਹਦੇ 'ਤੇ ਮੁਕੱਦਮਾ ਚਲਾ ਦਿੱਤਾ ਹੋਵੇ ਅਤੇ ਇਸ ਤਰ੍ਹਾਂ ਉਹਨੂੰ ਫਾਂਸੀ ਟੰਗ ਦਿੱਤਾ ਜਾਵੇ ਜਾਂ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ, ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਵੇ, ਉਹਨੂੰ ਆਪ ਆਪਣਾ ਪੱਖ ਰੱਖਣ ਦਾ, ਬੋਲਣ ਦਾ, ਵਕੀਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਅਤੇ ਇਹ ਤਾਂ ਉਦੋਂ ਵੀ ਵੱਡਾ ਅਪਰਾਧ ਹੈ। ਜਿਹੜੇ ਇਹ ਸਮਝਦੇ ਨੇ ਭੈਣ ਭਰਾ ਕਿ ਉਹ ਤਾਂ ਅਪਰਾਧੀ ਹੈ, ਪਰ ਗੱਲ ਮੁੜ ਕੇ ਉੱਥੇ ਹੀ ਆਉਂਦੀ ਹੈ ਕਿ ਅਪਰਾਧੀ ਹੋਣ ਦਾ
ਹੱਕ ਕਿਹਦੇ ਕੋਲ ਹੈ ਇਹ ਦੱਸਣ ਦਾ ਕਿ ਇਹ ਬੰਦਾ ਅਪਰਾਧੀ ਹੈ ਅਤੇ ਕੌਣ ਜ਼ਿੰਮੇਵਾਰ ਹੈ ਇਸ ਫੈਸਲੇ ਦਾ ਕਿ ਇਹਨੂੰ ਮੈਂ ਦੋਸ਼ੀ ਠਹਿਰਾਵਾਂ ਕਿ ਬਰੀ ਕਰ ਦਿਆਂ। ਹੁਣ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ। ਜਦੋਂ ਵੱਡੇ ਵੱਡੇ ਇਨਕਲਾਬ ਆਏ ਨੇ ਦੁਨੀਆ ਦੇ ਵਿੱਚ ਤਾਂ ਉਦੋਂ ਜਿਹੜਾ ਬੰਦਾ ਵੀ ਇਨਕਲਾਬ ਦੇ ਰਾਹ 'ਤੇ ਚੱਲਦਾ ਸੀ, ਸਰਕਾਰ ਦੇ ਰਾਜ ਪਲਟੇ ਵਾਸਤੇ ਕੰਮ ਕਰ ਰਿਹਾ ਸੀ, ਸਰਕਾਰ ਦੀਆਂ ਜਾਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਸੀ, ਉਹਨਾਂ ਨੂੰ ਅਪਰਾਧੀ ਜਾਣ ਕੇ ਥਾਂ ਥਾਂ 'ਤੇ ਫਾਂਸੀਆਂ ਦਿੱਤੀਆਂ ਗਈਆਂ, ਗੋਲੀਆਂ ਮਾਰੀਆਂ ਗਈਆਂ, ਤਸੀਹੇ ਦਿੱਤੇ ਗਏ, ਜੇਲ੍ਹਾਂ 'ਚ ਸਾੜਿਆ ਗਿਆ। ਪਰ ਜੇ ਕਿਤੇ ਉਹੀ ਬਾਗੀ ਲੋਕ ਸਮਾਂ ਪਾ ਕੇ ਰਾਜ ਪਲਟਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਦੇ ਸੰਗੀ ਸਾਥੀ ਸਾਰੇ ਅਪਰਾਧਾਂ ਤੋਂ ਬਰੀ ਹੋ ਜਾਂਦੇ ਨੇ, ਜੇਲ੍ਹਾਂ 'ਚੋਂ ਨਿਕਲ ਜਾਂਦੇ ਨੇ, ਅਤੇ ਜਿਹੜੇ ਲੇਖੇ ਲੱਗ ਗਏ ਉਹਨਾਂ ਨੂੰ ਸ਼ਹੀਦ ਮੰਨ ਲਿਆ ਜਾਂਦਾ ਹੈ ਅਤੇ ਉਹਨਾਂ ਦੀਆਂ ਯਾਦਾਂ ਉਸਾਰੀਆਂ ਜਾਂਦੀਆਂ ਨੇ। ਜਿਨ੍ਹਾਂ ਨੇ ਪਹਿਲੀ ਹਕੂਮਤ ਵਾਲਿਆਂ ਨੇ ਜਾਤੀਆਂ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਲਾਹਣਤਾਂ ਪੈਂਦੀਆਂ ਨੇ, ਫਟਕਾਰਾਂ ਪੈਂਦੀਆਂ ਨੇ, ਤਿਰਸਕਾਰ ਹੁੰਦਾ ਹੈ। ਸਾਰਾ ਦੇਸ਼ ਉਹਨਾਂ ਨੂੰ ਬੇਅੰਤ ਅਪਮਾਨਿਤ ਕਰਦਾ ਹੈ। ਜਦੋਂ ਵੀ ਕਿਤੇ ਕੋਈ ਬੋਲਦਾ ਹੈ, ਕੋਈ ਕਵਿਤਾ ਲਿਖਦਾ ਹੈ, ਕੋਈ ਫਿਲਮ ਬਣਾਉਂਦਾ ਹੈ, ਕੋਈ ਕਹਾਣੀ ਲਿਖਦਾ ਹੈ, ਉਦੋਂ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਕਿ ਪਹਿਲਿਆਂ ਨੇ ਬਹੁਤ ਜ਼ੁਲਮ ਕੀਤੇ। ਪਰ ਜੇ ਕਿਤੇ ਬਗਾਵਤ ਕਰਨ ਵਾਲੀ ਧਿਰ ਕੋਲੇ ਉਨੀ ਤਾਕਤ ਨਾ ਹੋਵੇ, ਉਨੀ ਸਿਆਣਪ ਦਾਓ ਪੇਚ ਨਾ ਹੋਣ, ਉਨੀ ਬਹੁਸੰਮਤੀ ਆਪਣੇ ਨਾਲ ਜੋੜ ਨਾ ਸਕੇ ਹੋਣ, ਤਾਂ ਉਸ ਵਕਤ ਜੇ ਉਹ ਹਾਰ ਜਾਣ, ਪਹਿਲਾਂ ਹਕੂਮਤ ਕਰ ਰਹੀ ਧਿਰ ਉਹਨਾਂ ਨੂੰ ਹਰਾ ਦੇਵੇ ਤਾਂ ਉਹ ਸਾਰੇ ਬਾਗੀ ਹੁੰਦੇ ਨੇ। ਉਹਨਾਂ ਨੂੰ ਫਾਂਸੀ ਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ, ਸਾਰੀ ਉਮਰ ਵਾਸਤੇ ਜੇਲ੍ਹਾਂ 'ਚ ਸੜਨ ਵਾਸਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਸਿਰਾਂ ਦੇ ਮੁੱਲ ਤੱਕ ਵੀ ਪਾ ਦਿੱਤੇ ਜਾਂਦੇ ਨੇ ਕਿਉਂਕਿ ਉਹ ਕਮਜ਼ੋਰ ਨੇ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਸਿੱਖ ਘਰ ਘਾਟ ਛੱਡ ਕੇ ਜੰਗਲਾਂ 'ਚ ਚਲੇ ਗਏ ਅਤੇ ਸਿੱਖਾਂ ਨੂੰ ਅਪਰਾਧੀ, ਸਿੱਖਾਂ ਨੂੰ ਬੇਅੰਤ ਕਮੀਣੇ, ਘਟੀਆ, ਕੁੱਤੇ ਆਦਿਕ ਆਖ ਕੇ ਅਪਮਾਨਿਤ ਕੀਤਾ ਗਿਆ। ਪਰ ਲਗਾਤਾਰ ਦੀ ਜੱਦੋ-ਜਹਿਦ ਤੋਂ ਬਾਅਦ ਹੌਲੀ ਹੌਲੀ ਸਿੱਖਾਂ ਨੇ ਤਾਕਤ ਪਕੜੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਉਹਨਾਂ ਨੇ ਸਥਾਪਿਤ ਕਰ ਲਈ ਅਤੇ ਫਿਰ ਸਿੱਖ ਬਣ ਗਏ ਸਰਦਾਰ, ਸਿੱਖ ਬਣ ਗਏ ਜ਼ਮੀਨਾਂ ਦੇ ਮਾਲਕ, ਸਿੱਖ ਬਣ ਗਏ ਬਾਦਸ਼ਾਹ। ਅਤੇ ਜਿਹੜੇ ਬਾਕੀ ਲੋਕ ਸੀ ਸਿੱਖਾਂ ਨੂੰ ਬਾਗੀ ਠਹਿਰਾਉਂਦੇ ਸੀ, ਉਹ ਕੁਝ ਦੇਸ਼ ਛੱਡ ਕੇ ਚਲੇ ਗਏ, ਕੁਛ ਨੇ ਹਾਰ ਮੰਨ ਲਈ ਅਤੇ ਕੁਝ ਸਿੱਖਾਂ ਦੇ ਨੌਕਰ ਲੱਗ ਗਏ। ਅਤੇ ਇਸ ਤਰ੍ਹਾਂ ਜਿਹੜੇ ਕੱਲ੍ਹ ਬਾਗੀ ਸੀ, ਜਿਨ੍ਹਾਂ ਦੇ ਕੱਲ੍ਹ ਸਿਰਾਂ ਦੇ ਮੁੱਲ ਪਏ ਹੋਏ ਸੀ, ਸਮਾਂ ਪਾ ਕੇ ਉਹ ਬਾਦਸ਼ਾਹ ਬਣ ਗਏ। ਤਾਂ ਅਸੀਂ ਬਾਗੀ ਕਿਹਨੂੰ ਆਖੀਏ ਅਤੇ ਹਕੂਮਤ ਕਰਨ ਵਾਲਾ ਸੱਚਾ ਇਨਸਾਨ ਕਿਹਨੂੰ ਆਖੀਏ, ਇਹ ਫੈਸਲਾ ਕਰਨਾ ਬਹੁਤ ਔਖਾ ਹੈ। ਇਹ ਕਹਿ ਲਈਏ ਤਕੜੇ ਦਾ ਸੱਤੀ ਬੀਹੀ 100। ਇੱਥੋਂ ਤੱਕ ਇੰਗਲਿਸ਼ ਦੇ ਵਿੱਚ ਇੱਕ ਮੁਹਾਵਰਾ ਰੂਪ ਗੱਲ ਪ੍ਰਚਲਿਤ ਹੈ, ਬੌਸ ਇਜ਼ ਆਲਵੇਜ਼ ਰਾਈਟ, ਭਾਵ ਕਿ ਤਾਕਤਵਰ ਧਿਰ ਹਮੇਸ਼ਾ ਠੀਕ ਹੁੰਦੀ ਹੈ ਕਿਉਂਕਿ ਉਹਨੂੰ ਆਪਣੀ ਤਾਕਤ ਦੇ ਕਾਰਨ ਸਾਰੇ ਕੰਮ ਕਰਨ ਦਾ ਹੱਕ ਪ੍ਰਾਪਤ ਹੋਇਆ ਹੁੰਦਾ ਹੈ। ਉਹਦੇ ਅੱਗੇ ਕੋਈ ਬੋਲ ਨਹੀਂ ਸਕਦਾ, ਕੋਈ ਅੜ ਨਹੀਂ ਸਕਦਾ, ਅਤੇ ਜੇ ਕੋਈ ਬੋਲੇਗਾ, ਅੜੇਗਾ ਤਾਂ ਉਹਨੂੰ ਕਰਾਰੀ ਸਜ਼ਾ ਦਿੱਤੀ ਜਾਵੇਗੀ। ਅਤੇ ਇਸੇ ਤਰ੍ਹਾਂ ਜਦੋਂ ਸਿੱਖ ਹਾਰ ਗਏ, ਅੰਗਰੇਜ਼ਾਂ ਦਾ ਰਾਜ ਆ ਗਿਆ ਤਾਂ ਸਿੱਖ ਫਿਰ ਗੁਲਾਮ ਬਣ ਗਏ। ਉਦੋਂ ਉਹਨਾਂ ਦੀ ਹਕੂਮਤ ਨਹੀਂ ਸੀ ਚੱਲਦੀ, ਉਦੋਂ ਅੰਗਰੇਜ਼ਾਂ ਦੀ ਹਕੂਮਤ ਚੱਲਦੀ ਸੀ। ਇਸੇ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਹਕੂਮਤ ਉਹਨਾਂ ਨੂੰ ਬਾਗੀ ਕਹਿੰਦੀ ਸੀ ਅਤੇ ਸਿੱਖ ਉਹਨਾਂ ਨੂੰ ਸ਼ਹੀਦ ਮੰਨਦੇ ਨੇ। ਗੁਰੂ ਅਰਜਨ ਸਾਹਿਬ ਨੂੰ ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਬੇਅੰਤ ਸਤਿਕਾਰ ਨਾਲ ਅਸੀਂ ਯਾਦ ਕਰਦੇ ਹਾਂ, ਪਰ ਉਸ ਸਮੇਂ ਦੀ ਹਕੂਮਤ ਵਾਸਤੇ ਉਹ ਬਾਗੀ ਸਨ, ਉਹ ਅਪਰਾਧੀ ਸਨ, ਉਹਨਾਂ ਨੂੰ ਬੇਅੰਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਸਾਰੇ ਮੰਨਦੇ ਹਾਂ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ, ਉਹਨਾਂ ਨੂੰ ਵੀ ਅਨੇਕ ਬਹਾਨੇ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਹਕੂਮਤਾਂ ਜਿਸ ਪਾਸੇ ਕੰਮ ਕਰਨਾ ਚਾਹੁੰਦੀਆਂ ਨੇ ਉਹ ਦੂਜੀ ਧਿਰ ਨੂੰ ਉਹਦੇ ਵਿਰੋਧ ਵਿੱਚ ਖੜ੍ਹਾ ਹੋਣ ਨਹੀਂ ਦੇਣਗੀਆਂ ਕਦੇ ਵੀ। ਬਾਗੀ ਧਿਰਾਂ ਨੂੰ ਹਮੇਸ਼ਾ ਕੁਚਲਿਆ ਜਾਂਦਾ ਹੈ, ਜਾਂ ਤਾਂ ਬਾਗੀ ਧਿਰ ਜੇਤੂ ਬਣ ਜਾਵੇ ਅਤੇ ਜਾਂ ਫਿਰ ਉਹਨਾਂ ਅੱਗੇ ਹਥਿਆਰ ਸੁੱਟ ਦੇਵੇ। ਅਤੇ ਇਸ ਤਰ੍ਹਾਂ ਇਹ ਟਕਰਾਓ ਦੁਨੀਆ ਦੇ ਵਿੱਚ ਲੰਮੇ ਸਮੇਂ ਤੱਕ ਚੱਲਦੇ ਆਏ ਨੇ ਅਤੇ ਬਹੁਤ ਕਤਲੋ ਗਾਰਤ ਹੋਈ ਹੈ। ਅੰਤ ਨੂੰ ਹੌਲੀ ਹੌਲੀ ਜਿਵੇਂ ਜਿਵੇਂ ਮਾਨਸਿਕ ਵਿਕਾਸ ਹੋਇਆ, ਸਮਾਜਾਂ ਦੇ ਵਿੱਚ ਵਿੱਦਿਆ ਆਈ ਹੈ, ਦੇਸ਼ਾਂ ਦੇ ਸਿਆਣੇ ਲੋਕਾਂ ਨੇ ਇਹ ਇਕੱਠ ਕਰਕੇ, ਮੀਟਿੰਗਾਂ ਕਰਕੇ, ਸੈਮੀਨਾਰ ਕਰਕੇ, ਲੇਖ ਲਿਖ ਕੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕੀਤੇ ਨੇ। ਫਿਰ ਲੋਕਤੰਤਰੀ ਢੰਗ ਅਪਣਾਇਆ ਗਿਆ ਜਿਹਦੇ ਵਿੱਚ ਸਰਕਾਰ ਵੀ
ਤਲਵਾਰ ਦੇ ਗੋਲੀ ਦੇ ਜ਼ੋਰ ਨਾਲ ਨਹੀਂ ਬਦਲੇਗੀ, ਬਲਕਿ ਲੋਕਾਂ ਦੀ ਬਹੁਤ ਸੰਮਤੀ ਲੈ ਕੇ ਵੋਟਾਂ ਪਵਾ ਕੇ ਬਦਲੇਗੀ। ਅਤੇ ਫਿਰ ਜਿਹੜੀ ਨਵੀਂ ਸਰਕਾਰ ਬਹੁਤ ਸੰਮਤੀ ਵਾਲੀ ਆਉਂਦੀ ਹੈ, ਉਹ ਦੇਸ਼ ਦੇ ਬਣਾਏ ਸੰਵਿਧਾਨ ਅਨੁਸਾਰ ਚੱਲਣ ਦਾ ਪੂਰਾ ਵਚਨ ਦਿੰਦੀ ਹੈ। ਅਤੇ ਜਿਹੜਾ ਸੰਵਿਧਾਨ ਬਣਿਆ ਹੁੰਦਾ ਕਿਸੇ ਦੇਸ਼ ਦਾ, ਉਹ ਸੰਵਿਧਾਨ ਹੈ ਉਹ ਸਾਰਿਆਂ 'ਤੇ ਲਾਗੂ ਕਰਨ ਦਾ ਸਰਕਾਰ ਉਪਰਾਲਾ ਕਰਦੀ ਹੈ, ਪੁਲਿਸ ਦੇ ਰਾਹੀਂ, ਅਦਾਲਤਾਂ ਦੇ ਰਾਹੀਂ। ਜੇ ਕਿਸੇ ਨੂੰ ਕੋਈ ਮੁਸ਼ਕਲ ਹੈ, ਉਹ ਅਦਾਲਤ ਦੇ ਵਿੱਚ ਅਪੀਲ ਕਰ ਸਕਦਾ ਹੈ, ਅਖਬਾਰਾਂ ਦੇ ਵਿੱਚ ਆਪਣਾ ਪੱਖ ਰੱਖ ਸਕਦਾ ਹੈ, ਵੱਡੇ ਵੱਡੇ ਸੈਮੀਨਾਰਾਂ 'ਚ, ਇਕੱਠਾਂ 'ਚ ਉਹ ਬੋਲ ਕੇ ਆਪਣੀ ਦੁੱਖ ਤਕਲੀਫ ਬਿਆਨ ਕਰ ਸਕਦਾ ਹੈ। ਅੱਜ ਮੀਡੀਏ ਦਾ ਯੁੱਗ ਹੈ, ਮੀਡੀਏ ਦੇ ਰਾਹੀਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦਾ ਹੈ। ਜੇ ਉਹ ਆਪ ਕੁਝ ਨਾ ਕਰ ਸਕੇ ਤਾਂ ਉਹ ਕੁਝ ਫੀਸ ਦੇ ਕੇ ਵਕੀਲ ਦੇ ਰਾਹੀਂ ਆਪਣਾ ਪੱਖ ਰੱਖ ਸਕਦਾ ਹੈ। ਤੋ ਇਸ ਤਰ੍ਹਾਂ ਜੇ ਕਿਤੇ ਇਹ ਮੰਨ ਲਈਏ ਕਿ ਅਪਰਾਧੀ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਵਕੀਲ ਤਾਂ ਪੈਸੇ ਲੈਂਦਾ ਹੈ। ਬਾਹਰਲੇ ਅਗਾਂਹ ਵਧੂ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਮਾफ़ ਕਰ ਦਿੱਤੀ ਹੈ, ਕਿਸੇ ਨੂੰ ਵੀ ਫਾਂਸੀ ਨਹੀਂ ਲਾਉਂਦੇ। ਕਿਉਂ? ਬਹੁਤ ਵਾਰੀ ਅਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਕਿ ਜਿਹੜੇ ਨੂੰ ਅਪਰਾਧੀ ਸਮਝ ਕੇ ਫਾਂਸੀ ਲਾ ਦਿੱਤਾ ਗਿਆ, ਬਾਅਦ ਦੇ ਵਿੱਚ ਇਹੋ ਜਿਹੇ ਸਬੂਤ ਸਾਹਮਣੇ ਆ ਜਾਂਦੇ ਨੇ ਉਸਨੇ ਤਾਂ ਅਪਰਾਧ ਕੀਤਾ ਹੀ ਨਹੀਂ, ਸਾਰੇ ਗਵਾਹ ਝੂਠੇ ਭੁਗਤ ਗਏ, ਸਬੂਤ ਝੂਠੇ ਸਨ ਅਤੇ ਉਹਨੂੰ ਗਲਤ ਜੱਜਮੈਂਟ 'ਤੇ ਜੱਜ ਨੇ ਫਾਂਸੀ ਦਾ ਹੁਕਮ ਦੇ ਦਿੱਤਾ। ਪਰ ਜਦੋਂ ਫਾਂਸੀ ਲੱਗ ਹੀ ਗਿਆ ਅਤੇ ਉਹ ਸੱਚਾ ਸਾਬਤ ਹੋ ਗਿਆ, ਫਿਰ ਉਹਨੇ ਵਾਪਸ ਮੁੜ ਕੇ ਨਹੀਂ ਆਉਣਾ, ਉਹਦੀ ਜਾਨ ਲੇਖੇ ਲੱਗ ਗਈ ਹੈ। ਇਸ ਕਰਕੇ ਉਹਨਾਂ ਨੇ ਫਾਂਸੀ ਦੀ ਸਜ਼ਾ ਬੰਦ ਕਰ ਦਿੱਤੀ ਹੈ। ਅਤੇ ਇਸੇ ਕਰਕੇ ਹਰ ਇੱਕ ਬੰਦੇ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਵਕੀਲ ਭਾਵੇਂ ਪੈਸੇ ਲੈ ਕੇ ਕੰਮ ਕਰਦਾ ਹੈ, ਪਰ ਜੇ ਕਿਤੇ ਜਿਹੜਾ ਬੰਦਾ ਅਪਰਾਧੀ ਗਰਦਾਨਿਆ ਗਿਆ ਉਹਨੂੰ ਆਪ ਜੱਜ ਦੇ ਅੱਗੇ ਬੋਲਣਾ ਨਹੀਂ ਆਉਂਦਾ, ਕਾਨੂੰਨੀ ਦਾਓ ਪੇਚ ਉਹਨੂੰ ਨਹੀਂ ਆਉਂਦੇ, ਤਾਂ ਆਪਣੇ ਵਕੀਲ ਦੇ ਰਾਹੀਂ ਭਾਵੇਂ ਫੀਸ ਦੇ ਕੇ ਹੀ ਸਹੀ ਉਹ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਰੱਖ ਸਕਦਾ ਹੈ। ਹੁਣ ਰਹੀ ਪੈਸਿਆਂ ਦੀ ਗੱਲ, ਅਸੀਂ ਡਾਕਟਰਾਂ ਕੋਲੋਂ ਇਲਾਜ ਵੀ ਪੈਸੇ ਦੇ ਕੇ ਕਰਵਾਉਣਾ। ਫਿਰ ਕੀ ਇਹ ਮੰਨ ਲਈਏ ਕਿ ਡਾਕਟਰ ਤਾਂ ਪੈਸੇ ਲੈਂਦਾ, ਇਲਾਜ ਪਤਾ ਨਹੀਂ ਠੀਕ ਕਰੇਗਾ ਕਿ ਗਲਤ ਕਰੇਗਾ? ਇਹ ਦੇਸ਼ ਦੇ ਕਾਨੂੰਨ ਨਿਯਮ ਹੁੰਦੇ ਨੇ ਅਤੇ ਡਾਕਟਰ ਨੇ ਭਾਵੇਂ ਪੈਸੇ ਲੈਂਦਾ ਕਿਉਂਕਿ ਉਹਨੇ ਪੜ੍ਹਾਈ ਕੀਤੀ ਹੈ, ਆਪਣਾ ਬਹੁਤ ਸਾਰਾ ਕੀਮਤੀ ਸਮਾਂ ਇਸ ਪਾਸੇ ਖਰਚ ਕੀਤਾ ਹੈ, ਮੈਡੀਕਲ ਸਾਇੰਸ ਪੜ੍ਹੀ ਹੈ, ਇਲਾਜ ਕਰਨ ਦੇ ਲਾਇਕ ਬਣਿਆ ਅਤੇ ਉਹਨੇ ਫੀਸ ਤਾਂ ਆਪਣੀ ਲੈਣੀ ਹੈ ਅਤੇ ਇਲਾਜ ਸਾਡਾ ਕਰਾਉਣਾ ਉਹਦੇ ਕੋਲੋਂ ਫਰਜ਼ ਬਣਦਾ ਹੈ। ਇਸੇ ਤਰ੍ਹਾਂ ਟੀਚਰ ਹੈ, ਪ੍ਰੋਫੈਸਰ ਹੈ ਅਤੇ ਉਹਨਾਂ ਕੋਲੋਂ ਅਸੀਂ ਪੜ੍ਹਨ ਜਾਂਦੇ ਹਾਂ, ਤਨਖਾਹ ਤਾਂ ਉਹ ਲੈਂਦਾ, ਫੀਸਾਂ ਸਾਤੋਂ ਲੈਂਦਾ, ਪਰ ਪੜ੍ਹਾਈ ਤਾਂ ਚੰਗੀ ਕਰਵਾ ਰਹੇ ਆ ਨਾ। ਜੇ ਉਹ ਆਪਾਂ ਕਹਿ ਦਈਏ ਉਹ ਤਾਂ ਤਨਖਾਹ ਲੈਂਦਾ, ਉਹ ਪੜ੍ਹਾਈ ਚੰਗੀ ਕਿਵੇਂ ਕਰਾਵੇਗਾ? ਨਹੀਂ, ਉਹ ਦੇਸ਼ ਦੇ ਬਣਾਏ ਸੰਵਿਧਾਨ ਦੇ ਮੁਤਾਬਕ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਉਂਦਾ, ਅੱਗੇ ਵਧਣ ਦੇ ਤੌਰ ਤਰੀਕੇ ਸਮਝਾਉਂਦਾ, ਜ਼ਿੰਦਗੀ 'ਚ ਕਾਨੂੰਨ ਦੀ ਪਾਲਣਾ ਕਰਨੀ, ਸਭਕ ਤਰੀਕੇ ਨਾਲ ਜਿਉਣਾ, ਇਤਿਹਾਸ ਅਤੇ ਰਾਜਨੀਤੀ, ਮੈਡੀਕਲ ਸਾਇੰਸ ਅਤੇ ਹੋਰ ਤਰ੍ਹਾਂ ਦੀਆਂ ਪੜ੍ਹਾਈਆਂ ਉਹ ਪੜ੍ਹਾਉਂਦਾ ਵਿਦਿਆਰਥੀਆਂ ਨੂੰ, ਭਾਵੇਂ ਕਿ ਉਹ ਤਨਖਾਹ ਦੇ ਤੌਰ 'ਤੇ ਪੈਸੇ ਲੈ ਰਹੇ ਹੈ। ਤਾਂ ਇਸੇ ਤਰ੍ਹਾਂ ਵਕੀਲਾਂ ਦਾ ਵੀ ਆਪਣੀ ਥਾਂ 'ਤੇ ਮਹੱਤਵਪੂਰਨ ਯੋਗਦਾਨ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਵਕੀਲ ਤਾਂ ਪੈਸੇ ਲੈ ਕੇ ਕੇਸ ਲੜਦੇ ਨੇ, ਪਰ ਉਹ ਕਾਨੂੰਨ ਦੇ ਮਾਹਰ ਹੁੰਦੇ ਨੇ। ਹਰੇਕ ਬੰਦੇ ਨੂੰ ਆਪਣਾ ਪੱਖ ਵਕੀਲ ਦੇ ਰਾਹੀਂ ਅਦਾਲਤ ਦੇ ਵਿੱਚ ਰੱਖਣ ਦਾ ਅਧਿਕਾਰ ਹੈ ਅਤੇ ਇਹਦੇ ਤੋਂ ਬਿਨਾਂ ਐਵੇਂ ਕੋਈ ਚਾਰ ਬੰਦੇ ਕਹਿ ਦੇਣ ਇਹ ਤਾਂ ਦੋਸ਼ੀ ਹੈ, ਫਿਰ ਤਾਂ ਕਿਸੇ ਨੂੰ ਵੀ ਜਦੋਂ ਮਰਜ਼ੀ ਅੱਗ ਲਾ ਕੇ ਸਾੜ ਦਿਓ, ਚੁਰਾਹੇ 'ਚ ਖੜ੍ਹਾ ਕਰਕੇ ਕੁੱਟ ਕੇ ਮਾਰ ਦਿਓ ਜਾਂ ਉਹਨੂੰ ਫਾਂਸੀ ਲਟਕਾ ਦਿਓ। ਅਤੇ ਬਹੁਤ ਸਾਰੇ ਪਛੜੇ ਹੋਏ ਇਲਾਕਿਆਂ 'ਚ ਭਾਰਤ ਦੇ ਵਿੱਚ ਅੱਜ ਵੀ ਇਹ ਆਪੋ ਧਾਪੀ ਦੇ ਨਾਲ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਕਈ ਵਾਰੀ ਅੱਗਾਂ ਲਾਈਆਂ ਜਾਂਦੀਆਂ ਨੇ, ਕਈ ਵਾਰੀ ਔਰਤਾਂ ਨੂੰ ਬੇਅੰਤ ਅਪਮਾਨਿਤ ਤਰੀਕੇ ਦੇ ਨਾਲ ਮਾਰ ਦਿੱਤਾ ਜਾਂਦਾ ਹੈ। ਇਹ ਸਾਰਾ ਕੁਝ ਅਦਾਲਤਾਂ ਤੋਂ ਬਾਹਰ ਹੋ ਰਿਹਾ ਹੈ ਅਤੇ ਅਦਾਲਤਾਂ ਨੂੰ ਇਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ, ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ। ਕੁਝ ਇੱਕ ਖਾਪ ਪੰਚਾਇਤਾਂ ਅਜਿਹੀਆਂ ਬਣੀਆਂ ਹੋਈਆਂ ਨੇ, ਜੇ ਕਿਤੇ ਕੋਈ ਸ਼ਿਕਾਇਤ ਹੋ ਜਾਵੇ ਕਿ ਇਹਨੇ ਖਾਪ ਪੰਚਾਇਤ ਦਾ ਮਤਲਬ ਹੈ ਕਿ ਆਪਣੇ ਪਿੰਡ ਦੀ ਢੰਗ ਤਰੀਕੇ ਨਾਲ ਨਿਯਮ ਉਹਨਾਂ ਨੇ ਘੜੇ ਹੁੰਦੇ ਨੇ ਅਤੇ ਆਪਣੀ ਮਰਜ਼ੀ ਦੇ ਪੁਰਾਤਨ ਨਿਯਮ ਲਾਗੂ ਕਰਕੇ ਕਿਸੇ ਵੀ ਬੰਦੇ ਨੂੰ ਉਹਦੇ ਤੋਂ ਬਾਹਰ ਨਹੀਂ ਜਾਣ ਦਿੰਦੇ। ਜੇ ਕੋਈ ਬਾਹਰ ਜਾ ਕੇ ਉਹਦੇ ਤੋਂ ਬਾਗੀ ਹੁੰਦਾ ਤਾਂ ਉਹਨੂੰ ਜਿਹੜੀ ਮਨਮਾਨੀ ਦੀ ਸਜ਼ਾ ਦੇ ਦਿੰਦੇ ਨੇ। ਕਈ ਵਾਰੀ ਕੋਰੜੇ ਮਾਰ ਦੇਣੇ ਜਾਂ ਪਿੰਡ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਘੁਮਾ ਦੇਣਾ ਜਾਂ ਪਿੰਡ ਛੱਡ ਕੇ ਚਲੇ ਜਾਣ ਵਾਸਤੇ ਹੁਕਮ ਦੇ ਦੇਣਾ, ਇਹ ਬਹੁਤ ਕੁਝ ਇਹੋ ਜਿਹਾ ਵਾਪਰਿਆ ਹੋਇਆ ਅਤੇ ਅਦਾਲਤਾਂ ਨੇ ਇਹਨਾਂ ਨੂੰ ਰੋਕਣ ਵਾਸਤੇ ਕਾਫੀ ਸਾਰੇ ਉਪਰਾਲੇ ਕੀਤੇ ਨੇ, ਪਰ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਹੈ। ਤੋ ਇਹ ਅਸੀਂ
ਆਪਣੇ ਤੌਰ 'ਤੇ ਫੈਸਲਾ ਨਾ ਕਰੀਏ ਕਿ ਵਕੀਲ ਤਾਂ ਪੈਸੇ ਲੈਂਦੇ ਨੇ, ਪਰ ਇਹ ਜ਼ਰੂਰ ਧਿਆਨ ਰੱਖੀਏ ਕਿ ਇਸ ਤੋਂ ਬਿਨਾਂ ਹੋਰ ਕੋਈ ਸਾਡੇ ਕੋਲੇ ਅੱਜ ਮੌਜੂਦਾ ਸਮੇਂ ਦੇ ਵਿੱਚ ਢੰਗ ਨਹੀਂ ਹੈ, ਤਰੀਕਾ ਨਹੀਂ ਹੈ ਜਿਹਦੇ ਰਾਹੀਂ ਅਸੀਂ ਇਨਸਾਫ ਪ੍ਰਾਪਤ ਕਰ ਸਕੀਏ। ਇਹ ਬਿਲਕੁਲ ਠੀਕ ਹੈ ਕਿ ਜਿਹਦੇ ਹੱਥ 'ਚ ਰਾਜਸੀ ਤਾਕਤ ਹੈ ਉਹ ਆਪਣੇ ਹੱਕ ਦੇ ਵਿੱਚ ਬਹੁਤ ਕੁਝ ਭੁਗਤਾ ਲੈਂਦਾ ਹੈ, ਪਰ ਇਦੋਂ ਸਿਵਾਏ ਹੋਰ ਕੋਈ ਨਿਯਮ ਕਾਨੂੰਨ ਹੈ ਵੀ ਨਹੀਂ ਹੈ। ਅਸੀਂ ਯਤਨ ਇਹ ਕਰੀਏ, ਜੇ ਸਾਨੂੰ ਸਰਕਾਰ ਨਾਲ ਕੋਈ ਰੋਸ ਹੈ ਤਾਂ ਆਪਣੇ ਲੋਕਾਂ 'ਚ ਪ੍ਰਚਾਰ ਕਰੀਏ, ਆਪਣੀ ਬਹੁ ਗਿਣਤੀ ਬਣਾਈਏ, ਆਪਣੇ ਲੋਕਾਂ ਨੂੰ ਦੱਸੀਏ ਕਿ ਸਾਡੇ ਨਾਲ ਆਹ ਜਾਤੀਆਂ ਹੋਈਆਂ ਨੇ, ਅਤੇ ਫਿਰ ਬਹੁ ਗਿਣਤੀ ਦੇ ਨਾਲ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਣ ਦਾ ਉਪਰਾਲਾ ਕਰੀਏ, ਜਾਂ ਚੱਲ ਰਹੀ ਸਰਕਾਰ ਦੇ ਨਾਲ ਸਹਿਯੋਗ ਕਰਕੇ ਉਹ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਯਤਨ ਕਰੀਏ, ਤਾਂ ਕਿ ਸਾਡੇ ਨਾਲ ਹੋਈਆਂ ਜਾਤੀਆਂ ਉਹ ਰੁਕ ਜਾਣ ਅਤੇ ਅੱਗੇ ਵਾਸਤੇ ਅਸੀਂ ਆਪਣੇ ਹੱਕ ਲੈਣ ਦੇ ਸਮਰੱਥ ਬਣ ਸਕੀਏ। ਸੋ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ। ਜਿਹਦੇ ਹੱਥ 'ਚ ਤਾਕਤ ਹੁੰਦੀ ਹੈ ਉਹੀ ਸਾਰੇ ਇਹ ਕੰਮ ਕਰਦਾ ਹੈ, ਅਤੇ ਅੱਗੇ ਤੋਂ ਧਿਆਨ ਰੱਖਿਆ ਜਾਵੇ। ਸਵਾਲ ਨੰਬਰ 170 ਭਾਈ ਹਰਵੰਤ ਸਿੰਘ ਮਲੇਸ਼ੀਆ ਤੋਂ। ਇਹਨਾਂ ਨੇ ਸਵਾਲ ਕੀਤਾ ਕਿ ਕਿਸੇ ਅਪਰਾਧੀ ਨੂੰ ਕਾਨੂੰਨੀ ਦਾਅ ਪੇਚ ਵਰਤ ਕੇ ਬਚਾਉਣਾ ਚੰਗੀ ਗੱਲ ਹੈ? ਵਕੀਲ ਤਾਂ ਪੈਸੇ ਲੈ ਕੇ ਕੰਮ ਕਰ ਰਹੇ ਹੁੰਦੇ ਹਨ, ਇਸ ਦੇ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ? ਗੁਰੂ ਸਵਾਰਿਓ, ਇਹ ਬਹੁਤ ਵੱਡਾ ਸਵਾਲ ਹੈ। ਹਰ ਇੱਕ ਬੰਦਾ ਇਸ ਦੀ ਤਹਿ ਤੱਕ ਨਹੀਂ ਪਹੁੰਚ ਸਕਦਾ, ਪਰ ਫਿਰ ਵੀ ਜਿਤਨੀ ਕੁ ਮੇਰੀ ਸਮਝ ਹੈ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਲੱਗਿਆ। ਪਹਿਲੀ ਗੱਲ ਤਾਂ ਇਹ ਫੈਸਲਾ ਕੌਣ ਕਰੇ ਕਿ ਇਹ ਅਪਰਾਧੀ ਹੈ ਅਤੇ ਇਹ ਬਿਲਕੁਲ ਨਿਰਪਰਾਧ ਹੈ, ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਦਾ ਫੈਸਲਾ ਕੌਣ ਕਰੇ? ਆਪਣੇ ਘਰਾਂ ਤੋਂ ਸ਼ੁਰੂ ਕਰ ਲਓ। ਆਪਣੇ ਪਰਿਵਾਰ ਦੇ ਮੈਂਬਰ ਨੂੰ, ਇੱਕੋ ਮੈਂਬਰ ਨੂੰ ਕੁਝ ਪਰਿਵਾਰ ਦੇ ਮੈਂਬਰ ਕਹਿ ਰਹਿੰਦੇ ਨੇ ਇਹ ਠੀਕ ਹੈ, ਦੂਜੇ ਕਹਿ ਰਹੇ ਹੁੰਦੇ ਨੇ ਇਹ ਗਲਤ ਹੈ। ਕੌਣ ਫੈਸਲਾ ਕਰੇ? ਉੱਥੇ ਜਾਂ ਤਾਂ ਪੰਚਾਇਤ ਕੋਲੇ ਜਾਂਦੇ ਆ, ਜਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਕੋਲੇ ਜਾਂਦੇ ਆ, ਜਾਂ ਫਿਰ ਪੁਲਿਸ ਕੋਲੇ ਜਾਂਦੇ ਆ, ਫਿਰ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ। ਜੇ ਆਪੋ ਧਾਪੀ ਨਾਲ ਕੋਈ ਫੈਸਲੇ ਆਪਾਂ ਕਰਨ ਲੱਗ ਜਾਈਏ ਕਿ ਇਹ ਠੀਕ ਹੈ, ਇਹ ਗਲਤ ਹੈ, ਇਹ ਅਪਰਾਧੀ ਹੈ, ਇਹ ਦੁੱਧ ਧੋਤਾ ਹੈ, ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਸਾਡੀ ਕਿੰਨੀ ਕੁ ਸਮਝ ਹੈ, ਕਿਹੋ ਜਿਹੇ ਸਾਡੇ ਫੈਸਲੇ ਹੋਣਗੇ। ਰਹੀ ਗੱਲ ਇਦੋਂ ਅਗਲੇ ਮਸਲਿਆਂ ਦੀ, ਜਦੋਂ ਵੀ ਕੋਈ ਕਾਨੂੰਨੀ ਦਾਅ ਪੇਚ ਵਰਤ ਕੇ ਵਕੀਲ ਕਿਸੇ ਅਪਰਾਧੀ ਨੂੰ ਬਚਾਉਂਦਾ ਹੈ, ਇਹ ਅੱਜ ਲੋਕਤੰਤਰ ਦੇ ਵਿੱਚ ਸਾਰੀ ਦੁਨੀਆ ਨੇ ਅਪਣਾਇਆ ਹੋਇਆ ਨਿਯਮ ਹੈ ਕਿ ਹਰ ਇੱਕ ਬੰਦੇ ਨੂੰ ਆਪਣਾ ਪੱਖ ਰੱਖਣ ਦੀ ਆਗਿਆ ਦਿੱਤੀ ਜਾਵੇ। ਜੇ ਕਿਸੇ ਨੂੰ ਪੱਖ ਰੱਖਣ ਦੀ ਇਜਾਜ਼ਤ ਹੀ ਨਾ ਦਿੱਤੀ ਗਈ ਤੇ ਫਿਰ ਹੋ ਸਕਦਾ ਹੈ ਉਹਦਾ ਕਸੂਰ ਹੀ ਕੋਈ ਨਾ ਹੋਵੇ, ਦੂਜੀ ਧਿਰ ਨੇ ਬੇਕਸੂਰੇ ਨੂੰ ਉਹਨੂੰ ਕਸੂਰਵਾਰ ਠਹਿਰਾ ਦਿੱਤਾ ਹੋਵੇ ਅਤੇ ਉਹਦੇ 'ਤੇ ਮੁਕੱਦਮਾ ਚਲਾ ਦਿੱਤਾ ਹੋਵੇ, ਅਤੇ ਇਸ ਤਰ੍ਹਾਂ ਉਹਨੂੰ ਫਾਂਸੀ ਟੰਗ ਦਿੱਤਾ ਜਾਵੇ ਜਾਂ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ, ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਵੇ, ਉਹਨੂੰ ਆਪ ਆਪਣਾ ਪੱਖ ਰੱਖਣ ਦਾ, ਬੋਲਣ ਦਾ, ਵਕੀਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਅਤੇ ਇਹ ਤਾਂ ਉਦੋਂ ਵੀ ਵੱਡਾ ਅਪਰਾਧ ਹੈ। ਜਿਹੜੇ ਇਹ ਸਮਝਦੇ ਨੇ ਭੈਣ ਭਰਾ ਕਿ ਉਹ ਤਾਂ ਅਪਰਾਧੀ ਹੈ, ਪਰ ਗੱਲ ਮੁੜ ਕੇ ਉੱਥੇ ਹੀ ਆਉਂਦੀ ਹੈ ਕਿ ਅਪਰਾਧੀ ਹੋਣ ਦਾ ਹੱਕ ਕਿਹਦੇ ਕੋਲ ਹੈ ਇਹ ਦੱਸਣ ਦਾ ਕਿ ਇਹ ਬੰਦਾ ਅਪਰਾਧੀ ਹੈ, ਅਤੇ ਕੌਣ ਜ਼ਿੰਮੇਵਾਰ ਹੈ ਇਸ ਫੈਸਲੇ ਦਾ ਕਿ ਇਹਨੂੰ ਮੈਂ ਦੋਸ਼ੀ ਠਹਿਰਾਵਾਂ ਕਿ ਬਰੀ ਕਰ ਦਿਆਂ। ਹੁਣ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ। ਜਦੋਂ ਵੱਡੇ ਵੱਡੇ ਇਨਕਲਾਬ ਆਏ ਨੇ ਦੁਨੀਆ ਦੇ ਵਿੱਚ, ਤਾਂ ਉਦੋਂ ਜਿਹੜਾ ਬੰਦਾ ਵੀ ਇਨਕਲਾਬ ਦੇ ਰਾਹ 'ਤੇ ਚੱਲਦਾ ਸੀ, ਸਰਕਾਰ ਦੇ ਰਾਜ ਪਲਟੇ ਵਾਸਤੇ ਕੰਮ ਕਰ ਰਿਹਾ ਸੀ, ਸਰਕਾਰ ਦੀਆਂ ਜਾਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਸੀ, ਉਹਨਾਂ ਨੂੰ ਅਪਰਾਧੀ ਜਾਣ ਕੇ ਥਾਂ ਥਾਂ 'ਤੇ ਫਾਂਸੀਆਂ ਦਿੱਤੀਆਂ ਗਈਆਂ, ਗੋਲੀਆਂ ਮਾਰੀਆਂ ਗਈਆਂ, ਤਸੀਹੇ ਦਿੱਤੇ ਗਏ, ਜੇਲ੍ਹਾਂ 'ਚ ਸਾੜਿਆ ਗਿਆ। ਪਰ ਜੇ ਕਿਤੇ ਉਹੀ ਬਾਗੀ ਲੋਕ ਸਮਾਂ ਪਾ ਕੇ ਰਾਜ ਪਲਟਾ ਕਰਨ ਦੇ ਵਿੱਚ ਕਾਮਯਾਬ ਹੋ ਗਏ, ਤਾਂ ਉਹਨਾਂ ਦੇ ਸੰਗੀ ਸਾਥੀ ਸਾਰੇ ਅਪਰਾਧਾਂ ਤੋਂ ਬਰੀ ਹੋ ਜਾਂਦੇ ਨੇ, ਜੇਲ੍ਹਾਂ 'ਚੋਂ ਨਿਕਲ ਜਾਂਦੇ ਨੇ, ਅਤੇ ਜਿਹੜੇ ਲੇਖੇ ਲੱਗ ਗਏ ਉਹਨਾਂ ਨੂੰ ਸ਼ਹੀਦ ਮੰਨ ਲਿਆ ਜਾਂਦਾ ਹੈ, ਅਤੇ ਉਹਨਾਂ ਦੀਆਂ ਯਾਦਾਂ ਉਸਾਰੀਆਂ ਜਾਂਦੀਆਂ ਨੇ। ਜਿਨ੍ਹਾਂ ਨੇ ਪਹਿਲੀ ਹਕੂਮਤ ਵਾਲਿਆਂ ਨੇ ਜਾਤੀਆਂ ਕੀਤੀਆਂ ਹੁੰਦੀਆਂ ਨੇ, ਉਹਨਾਂ ਨੂੰ ਲਾਹਣਤਾਂ ਪੈਂਦੀਆਂ ਨੇ, ਫਟਕਾਰਾਂ ਪੈਂਦੀਆਂ ਨੇ, ਤਿਰਸਕਾਰ ਹੁੰਦਾ ਹੈ, ਸਾਰਾ ਦੇਸ਼ ਉਹਨਾਂ ਨੂੰ ਬੇਅੰਤ ਅਪਮਾਨਿਤ ਕਰਦਾ ਹੈ। ਜਦੋਂ ਵੀ ਕਿਤੇ ਕੋਈ ਬੋਲਦਾ ਹੈ, ਕੋਈ ਕਵਿਤਾ ਲਿਖਦਾ ਹੈ, ਕੋਈ ਫਿਲਮ ਬਣਾਉਂਦਾ ਹੈ, ਕੋਈ ਕਹਾਣੀ ਲਿਖਦਾ ਹੈ, ਉਦੋਂ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ ਕਿ ਪਹਿਲਿਆਂ ਨੇ ਬਹੁਤ ਜ਼ੁਲਮ ਕੀਤੇ। ਪਰ ਜੇ ਕਿਤੇ ਬਗਾਵਤ ਕਰਨ ਵਾਲੀ ਧਿਰ ਕੋਲੇ ਉਨੀ ਤਾਕਤ ਨਾ ਹੋਵੇ, ਉਨੀ ਸਿਆਣਪ ਦਾਅ ਪੇਚ ਨਾ ਹੋਣ, ਉਨੀ ਬਹੁਸੰਮਤੀ ਆਪਣੇ ਨਾਲ ਜੋੜ ਨਾ ਸਕੇ ਹੋਣ, ਤਾਂ ਉਸ ਵਕਤ ਜੇ ਉਹ ਹਾਰ ਜਾਣ
ਪਹਿਲਾਂ ਹਕੂਮਤ ਕਰ ਰਹੀ ਧਿਰ ਉਹਨਾਂ ਨੂੰ ਹਰਾ ਦੇਵੇ ਤਾਂ ਉਹ ਸਾਰੇ ਬਾਗੀ ਹੁੰਦੇ ਨੇ, ਉਹਨਾਂ ਨੂੰ ਫਾਂਸੀ ਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ, ਸਾਰੀ ਉਮਰ ਵਾਸਤੇ ਜੇਲ੍ਹਾਂ 'ਚ ਸੜਨ ਵਾਸਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਸਿਰਾਂ ਦੇ ਮੁੱਲ ਤੱਕ ਵੀ ਪਾ ਦਿੱਤੇ ਜਾਂਦੇ ਨੇ ਕਿਉਂਕਿ ਉਹ ਕਮਜ਼ੋਰ ਨੇ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਸਿੱਖ ਘਰ ਘਾਟ ਛੱਡ ਕੇ ਜੰਗਲਾਂ 'ਚ ਚਲੇ ਗਏ ਅਤੇ ਸਿੱਖਾਂ ਨੂੰ ਅਪਰਾਧੀ, ਸਿੱਖਾਂ ਨੂੰ ਬੇਅੰਤ ਕਮੀਣੇ, ਘਟੀਆ, ਕੁੱਤੇ ਆਦਿਕ ਆਖ ਕੇ ਅਪਮਾਨਿਤ ਕੀਤਾ ਗਿਆ। ਪਰ ਲਗਾਤਾਰ ਦੀ ਜੱਦੋ ਜਹਿਦ ਤੋਂ ਬਾਅਦ ਹੌਲੀ ਹੌਲੀ ਸਿੱਖਾਂ ਨੇ ਤਾਕਤ ਪਕੜੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਉਹਨਾਂ ਨੇ ਸਥਾਪਿਤ ਕਰ ਲਈ ਅਤੇ ਫਿਰ ਸਿੱਖ ਬਣ ਗਏ ਸਰਦਾਰ, ਸਿੱਖ ਬਣ ਗਏ ਜ਼ਮੀਨਾਂ ਦੇ ਮਾਲਕ, ਸਿੱਖ ਬਣ ਗਏ ਬਾਦਸ਼ਾਹ। ਅਤੇ ਜਿਹੜੇ ਬਾਕੀ ਲੋਕ ਸੀ ਸਿੱਖਾਂ ਨੂੰ ਬਾਗੀ ਠਹਿਰਾਉਂਦੇ ਸੀ, ਉਹ ਕੁਝ ਦੇਸ਼ ਛੱਡ ਕੇ ਚਲੇ ਗਏ, ਕੁਛ ਨੇ ਹਾਰ ਮੰਨ ਲਈ ਅਤੇ ਕੁਝ ਸਿੱਖਾਂ ਦੇ ਨੌਕਰ ਲੱਗ ਗਏ। ਅਤੇ ਇਸ ਤਰ੍ਹਾਂ ਜਿਹੜੇ ਕੱਲ੍ਹ ਬਾਗੀ ਸੀ, ਜਿਨ੍ਹਾਂ ਦੇ ਕੱਲ੍ਹ ਸਿਰਾਂ ਦੇ ਮੁੱਲ ਪਏ ਹੋਏ ਸੀ, ਸਮਾਂ ਪਾ ਕੇ ਉਹ ਬਾਦਸ਼ਾਹ ਬਣ ਗਏ। ਤਾਂ ਅਸੀਂ ਬਾਗੀ ਕਿਹਨੂੰ ਆਖੀਏ ਅਤੇ ਹਕੂਮਤ ਕਰਨ ਵਾਲਾ ਸੱਚਾ ਇਨਸਾਨ ਕਿਹਨੂੰ ਆਖੀਏ, ਇਹ ਫੈਸਲਾ ਕਰਨਾ ਬਹੁਤ ਔਖਾ ਹੈ। ਇਹ ਕਹਿ ਲਈਏ ਤਕੜੇ ਦਾ ਸੱਤੀ ਬੀਹੀ 100। ਇੱਥੋਂ ਤੱਕ ਇੰਗਲਿਸ਼ ਦੇ ਵਿੱਚ ਇੱਕ ਮੁਹਾਵਰਾ ਰੂਪ ਗੱਲ ਪ੍ਰਚਲਿਤ ਹੈ, ਬੌਸ ਇਜ਼ ਆਲਵੇਜ਼ ਰਾਈਟ, ਭਾਵ ਕਿ ਤਾਕਤਵਰ ਧਿਰ ਹਮੇਸ਼ਾ ਠੀਕ ਹੁੰਦੀ ਹੈ ਕਿਉਂਕਿ ਉਹਨੂੰ ਆਪਣੀ ਤਾਕਤ ਦੇ ਕਾਰਨ ਸਾਰੇ ਕੰਮ ਕਰਨ ਦਾ ਹੱਕ ਪ੍ਰਾਪਤ ਹੋਇਆ ਹੁੰਦਾ ਹੈ। ਉਹਦੇ ਅੱਗੇ ਕੋਈ ਬੋਲ ਨਹੀਂ ਸਕਦਾ, ਕੋਈ ਅੜ ਨਹੀਂ ਸਕਦਾ, ਅਤੇ ਜੇ ਕੋਈ ਬੋਲੇਗਾ, ਅੜੇਗਾ ਤਾਂ ਉਹਨੂੰ ਕਰਾਰੀ ਸਜ਼ਾ ਦਿੱਤੀ ਜਾਵੇਗੀ। ਅਤੇ ਇਸੇ ਤਰ੍ਹਾਂ ਜਦੋਂ ਸਿੱਖ ਹਾਰ ਗਏ, ਅੰਗਰੇਜ਼ਾਂ ਦਾ ਰਾਜ ਆ ਗਿਆ, ਤਾਂ ਸਿੱਖ ਫਿਰ ਗੁਲਾਮ ਬਣ ਗਏ। ਉਦੋਂ ਉਹਨਾਂ ਦੀ ਹਕੂਮਤ ਨਹੀਂ ਸੀ ਚੱਲਦੀ, ਉਦੋਂ ਅੰਗਰੇਜ਼ਾਂ ਦੀ ਹਕੂਮਤ ਚੱਲਦੀ ਸੀ। ਇਸੇ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਹਕੂਮਤ ਉਹਨਾਂ ਨੂੰ ਬਾਗੀ ਕਹਿੰਦੀ ਸੀ ਅਤੇ ਸਿੱਖ ਉਹਨਾਂ ਨੂੰ ਸ਼ਹੀਦ ਮੰਨਦੇ ਨੇ। ਗੁਰੂ ਅਰਜਨ ਸਾਹਿਬ ਨੂੰ ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਬੇਅੰਤ ਸਤਿਕਾਰ ਨਾਲ ਅਸੀਂ ਯਾਦ ਕਰਦੇ ਹਾਂ, ਪਰ ਉਸ ਸਮੇਂ ਦੀ ਹਕੂਮਤ ਵਾਸਤੇ ਉਹ ਬਾਗੀ ਸਨ, ਉਹ ਅਪਰਾਧੀ ਸਨ, ਉਹਨਾਂ ਨੂੰ ਬੇਅੰਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਸਾਰੇ ਮੰਨਦੇ ਹਾਂ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ, ਉਹਨਾਂ ਨੂੰ ਵੀ ਅਨੇਕ ਬਹਾਨੇ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਹਕੂਮਤਾਂ ਜਿਸ ਪਾਸੇ ਕੰਮ ਕਰਨਾ ਚਾਹੁੰਦੀਆਂ ਨੇ, ਉਹ ਦੂਜੀ ਧਿਰ ਨੂੰ ਉਹਦੇ ਵਿਰੋਧ ਵਿੱਚ ਖੜ੍ਹਾ ਹੋਣ ਨਹੀਂ ਦੇਣਗੀਆਂ ਕਦੇ ਵੀ। ਬਾਗੀ ਧਿਰਾਂ ਨੂੰ ਹਮੇਸ਼ਾ ਕੁਚਲਿਆ ਜਾਂਦਾ ਹੈ, ਜਾਂ ਤਾਂ ਬਾਗੀ ਧਿਰ ਜੇਤੂ ਬਣ ਜਾਵੇ ਅਤੇ ਜਾਂ ਫਿਰ ਉਹਨਾਂ ਅੱਗੇ ਹਥਿਆਰ ਸੁੱਟ ਦੇਵੇ। ਅਤੇ ਇਸ ਤਰ੍ਹਾਂ ਇਹ ਟਕਰਾਓ ਦੁਨੀਆ ਦੇ ਵਿੱਚ ਲੰਮੇ ਸਮੇਂ ਤੱਕ ਚੱਲਦੇ ਆਏ ਨੇ ਅਤੇ ਬਹੁਤ ਕਤਲੋ ਗਾਰਤ ਹੋਈ ਹੈ। ਅੰਤ ਨੂੰ ਹੌਲੀ ਹੌਲੀ ਜਿਵੇਂ ਜਿਵੇਂ ਮਾਨਸਿਕ ਵਿਕਾਸ ਹੋਇਆ, ਸਮਾਜਾਂ ਦੇ ਵਿੱਚ ਵਿੱਦਿਆ ਆਈ ਹੈ, ਦੇਸ਼ਾਂ ਦੇ ਸਿਆਣੇ ਲੋਕਾਂ ਨੇ ਇਹ ਇਕੱਠ ਕਰਕੇ, ਮੀਟਿੰਗਾਂ ਕਰਕੇ, ਸੈਮੀਨਾਰ ਕਰਕੇ, ਲੇਖ ਲਿਖ ਕੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕੀਤੇ ਨੇ। ਫਿਰ ਲੋਕਤੰਤਰੀ ਢੰਗ ਅਪਣਾਇਆ ਗਿਆ, ਜਿਹਦੇ ਵਿੱਚ ਸਰਕਾਰ ਵੀ ਤਲਵਾਰ ਦੇ ਗੋਲੀ ਦੇ ਜ਼ੋਰ ਨਾਲ ਨਹੀਂ ਬਦਲੇਗੀ, ਬਲਕਿ ਲੋਕਾਂ ਦੀ ਬਹੁਤ ਸੰਮਤੀ ਲੈ ਕੇ ਵੋਟਾਂ ਪਵਾ ਕੇ ਬਦਲੇਗੀ। ਅਤੇ ਫਿਰ ਜਿਹੜੀ ਨਵੀਂ ਸਰਕਾਰ ਬਹੁਤ ਸੰਮਤੀ ਵਾਲੀ ਆਉਂਦੀ ਹੈ, ਉਹ ਦੇਸ਼ ਦੇ ਬਣਾਏ ਸੰਵਿਧਾਨ ਅਨੁਸਾਰ ਚੱਲਣ ਦਾ ਪੂਰਾ ਵਚਨ ਦਿੰਦੀ ਹੈ। ਅਤੇ ਜਿਹੜਾ ਸੰਵਿਧਾਨ ਬਣਿਆ ਹੁੰਦਾ ਕਿਸੇ ਦੇਸ਼ ਦਾ, ਉਹ ਸੰਵਿਧਾਨ ਹੈ, ਉਹ ਸਾਰਿਆਂ 'ਤੇ ਲਾਗੂ ਕਰਨ ਦਾ ਸਰਕਾਰ ਉਪਰਾਲਾ ਕਰਦੀ ਹੈ, ਪੁਲਿਸ ਦੇ ਰਾਹੀਂ, ਅਦਾਲਤਾਂ ਦੇ ਰਾਹੀਂ। ਜੇ ਕਿਸੇ ਨੂੰ ਕੋਈ ਮੁਸ਼ਕਲ ਹੈ, ਉਹ ਅਦਾਲਤ ਦੇ ਵਿੱਚ ਅਪੀਲ ਕਰ ਸਕਦਾ ਹੈ, ਅਖਬਾਰਾਂ ਦੇ ਵਿੱਚ ਆਪਣਾ ਪੱਖ ਰੱਖ ਸਕਦਾ ਹੈ, ਵੱਡੇ ਵੱਡੇ ਸੈਮੀਨਾਰਾਂ 'ਚ, ਇਕੱਠਾਂ 'ਚ ਉਹ ਬੋਲ ਕੇ ਆਪਣੀ ਦੁੱਖ ਤਕਲੀਫ ਬਿਆਨ ਕਰ ਸਕਦਾ ਹੈ। ਅੱਜ ਮੀਡੀਏ ਦਾ ਯੁੱਗ ਹੈ, ਮੀਡੀਏ ਦੇ ਰਾਹੀਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦਾ ਹੈ। ਜੇ ਉਹ ਆਪ ਕੁਝ ਨਾ ਕਰ ਸਕੇ ਤਾਂ ਉਹ ਕੁਝ ਫੀਸ ਦੇ ਕੇ ਵਕੀਲ ਦੇ ਰਾਹੀਂ ਆਪਣਾ ਪੱਖ ਰੱਖ ਸਕਦਾ ਹੈ। ਤੋ ਇਸ ਤਰ੍ਹਾਂ ਜੇ ਕਿਤੇ ਇਹ ਮੰਨ ਲਈਏ ਕਿ ਅਪਰਾਧੀ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਵਕੀਲ ਤਾਂ ਪੈਸੇ ਲੈਂਦਾ, ਬਾਹਰਲੇ ਅਗਾਂਹ ਵਧੂ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਮਾफ़ ਕਰ ਦਿੱਤੀ ਹੈ, ਕਿਸੇ ਨੂੰ ਵੀ ਫਾਂਸੀ ਨਹੀਂ ਲਾਉਂਦੇ। ਕਿਉਂ? ਬਹੁਤ ਵਾਰੀ ਅਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਕਿ ਜਿਹੜੇ ਨੂੰ ਅਪਰਾਧੀ ਸਮਝ ਕੇ ਫਾਂਸੀ ਲਾ ਦਿੱਤਾ ਗਿਆ, ਬਾਅਦ ਦੇ ਵਿੱਚ ਇਹੋ ਜਿਹੇ ਸਬੂਤ ਸਾਹਮਣੇ ਆ ਜਾਂਦੇ ਨੇ ਉਸਨੇ ਤਾਂ ਅਪਰਾਧ ਕੀਤਾ ਹੀ ਨਹੀਂ, ਸਾਰੇ ਗਵਾਹ ਝੂਠੇ ਭੁਗਤ ਗਏ, ਸਬੂਤ ਝੂਠੇ ਸਨ ਅਤੇ ਉਹਨੂੰ ਗਲਤ ਜੱਜਮੈਂਟ 'ਤੇ ਜੱਜ ਨੇ ਫਾਂਸੀ ਦਾ ਹੁਕਮ ਦੇ ਦਿੱਤਾ। ਪਰ ਜਦੋਂ ਫਾਂਸੀ ਲੱਗ ਹੀ ਗਿਆ
ਤੇ ਉਹ ਸੱਚਾ ਸਾਬਤ ਹੋ ਗਿਆ, ਫਿਰ ਉਹਨੇ ਵਾਪਸ ਮੁੜ ਕੇ ਨਹੀਂ ਆਉਣਾ, ਉਹਦੀ ਜਾਨ ਲੇਖੇ ਲੱਗ ਗਈ ਹੈ। ਇਸ ਕਰਕੇ ਉਹਨਾਂ ਨੇ ਫਾਂਸੀ ਦੀ ਸਜ਼ਾ ਬੰਦ ਕਰ ਦਿੱਤੀ ਹੈ। ਤੇ ਇਸੇ ਕਰਕੇ ਹਰ ਇੱਕ ਬੰਦੇ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਵਕੀਲ ਭਾਵੇਂ ਪੈਸੇ ਲੈ ਕੇ ਕੰਮ ਕਰਦਾ ਹੈ, ਪਰ ਜੇ ਕਿਤੇ ਜਿਹੜਾ ਬੰਦਾ ਅਪਰਾਧੀ ਗਰਦਾਨਿਆ ਗਿਆ ਉਹਨੂੰ ਆਪ ਜੱਜ ਦੇ ਅੱਗੇ ਬੋਲਣਾ ਨਹੀਂ ਆਉਂਦਾ, ਕਾਨੂੰਨੀ ਦਾਅ ਪੇਚ ਉਹਨੂੰ ਨਹੀਂ ਆਉਂਦੇ, ਤਾਂ ਆਪਣੇ ਵਕੀਲ ਦੇ ਰਾਹੀਂ ਭਾਵੇਂ ਫੀਸ ਦੇ ਕੇ ਹੀ ਸਹੀ ਉਹ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਰੱਖ ਸਕਦਾ ਹੈ। ਹੁਣ ਰਹੀ ਪੈਸਿਆਂ ਦੀ ਗੱਲ, ਅਸੀਂ ਡਾਕਟਰਾਂ ਕੋਲੋਂ ਇਲਾਜ ਵੀ ਪੈਸੇ ਦੇ ਕੇ ਕਰਵਾਉਣਾ। ਫਿਰ ਕੀ ਇਹ ਮੰਨ ਲਈਏ ਕਿ ਡਾਕਟਰ ਤਾਂ ਪੈਸੇ ਲੈਂਦਾ, ਇਲਾਜ ਪਤਾ ਨਹੀਂ ਠੀਕ ਕਰੇਗਾ ਕਿ ਗਲਤ ਕਰੇਗਾ? ਇਹ ਦੇਸ਼ ਦੇ ਕਾਨੂੰਨ ਨਿਯਮ ਹੁੰਦੇ ਨੇ, ਤੇ ਡਾਕਟਰ ਨੇ ਭਾਵੇਂ ਪੈਸੇ ਲੈਂਦਾ ਕਿਉਂਕਿ ਉਹਨੇ ਪੜ੍ਹਾਈ ਕੀਤੀ ਹੈ, ਆਪਣਾ ਬਹੁਤ ਸਾਰਾ ਕੀਮਤੀ ਸਮਾਂ ਇਸ ਪਾਸੇ ਖਰਚ ਕੀਤਾ ਹੈ, ਮੈਡੀਕਲ ਸਾਇੰਸ ਪੜ੍ਹੀ ਹੈ, ਇਲਾਜ ਕਰਨ ਦੇ ਲਾਇਕ ਬਣਿਆ, ਤੇ ਉਹਨੇ ਫੀਸ ਤਾਂ ਆਪਣੀ ਲੈਣੀ ਹੈ, ਤੇ ਇਲਾਜ ਸਾਡਾ ਕਰਾਉਣਾ ਉਹਦੇ ਕੋਲੋਂ ਫਰਜ਼ ਬਣਦਾ ਹੈ। ਇਸੇ ਤਰ੍ਹਾਂ ਟੀਚਰ ਹੈ, ਪ੍ਰੋਫੈਸਰ ਹੈ, ਤੇ ਉਹਨਾਂ ਕੋਲੋਂ ਅਸੀਂ ਪੜ੍ਹਨ ਜਾਂਦੇ ਹਾਂ, ਤਨਖਾਹ ਤਾਂ ਉਹ ਲੈਂਦਾ, ਫੀਸਾਂ ਸਾਤੋਂ ਲੈਂਦਾ, ਪਰ ਪੜ੍ਹਾਈ ਤਾਂ ਚੰਗੀ ਕਰਵਾ ਰਹੇ ਆ ਨਾ। ਜੇ ਉਹ ਆਪਾਂ ਕਹਿ ਦਈਏ ਉਹ ਤੇ ਤਨਖਾਹ ਲੈਂਦਾ, ਉਹ ਪੜ੍ਹਾਈ ਚੰਗੀ ਕਿਵੇਂ ਕਰਾਵੇਗਾ? ਨਹੀਂ, ਉਹ ਦੇਸ਼ ਦੇ ਬਣਾਏ ਸੰਵਿਧਾਨ ਦੇ ਮੁਤਾਬਕ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਉਂਦਾ, ਅੱਗੇ ਵਧਣ ਦੇ ਤੌਰ ਤਰੀਕੇ ਸਮਝਾਉਂਦਾ, ਜ਼ਿੰਦਗੀ 'ਚ ਕਾਨੂੰਨ ਦੀ ਪਾਲਣਾ ਕਰਨੀ, ਸਭਕ ਤਰੀਕੇ ਨਾਲ ਜਿਉਣਾ, ਇਤਿਹਾਸ ਤੇ ਰਾਜਨੀਤੀ, ਮੈਡੀਕਲ ਸਾਇੰਸ ਅਤੇ ਹੋਰ ਤਰ੍ਹਾਂ ਦੀਆਂ ਪੜ੍ਹਾਈਆਂ ਉਹ ਪੜ੍ਹਾਉਂਦਾ ਵਿਦਿਆਰਥੀਆਂ ਨੂੰ, ਭਾਵੇਂ ਕਿ ਉਹ ਤਨਖਾਹ ਦੇ ਤੌਰ 'ਤੇ ਪੈਸੇ ਲੈ ਰਹੇ ਹੈ। ਤਾਂ ਇਸੇ ਤਰ੍ਹਾਂ ਵਕੀਲਾਂ ਦਾ ਵੀ ਆਪਣੀ ਥਾਂ 'ਤੇ ਮਹੱਤਵਪੂਰਨ ਯੋਗਦਾਨ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਵਕੀਲ ਤਾਂ ਪੈਸੇ ਲੈ ਕੇ ਕੇਸ ਲੜਦੇ ਨੇ, ਪਰ ਉਹ ਕਾਨੂੰਨ ਦੇ ਮਾਹਰ ਹੁੰਦੇ ਨੇ। ਹਰੇਕ ਬੰਦੇ ਨੂੰ ਆਪਣਾ ਪੱਖ ਵਕੀਲ ਦੇ ਰਾਹੀਂ ਅਦਾਲਤ ਦੇ ਵਿੱਚ ਰੱਖਣ ਦਾ ਅਧਿਕਾਰ ਹੈ, ਤੇ ਇਹਦੇ ਤੋਂ ਬਿਨਾਂ ਐਵੇਂ ਕੋਈ ਚਾਰ ਬੰਦੇ ਕਹਿ ਦੇਣ ਇਹ ਤਾਂ ਦੋਸ਼ੀ ਹੈ, ਫਿਰ ਤਾਂ ਕਿਸੇ ਨੂੰ ਵੀ ਜਦੋਂ ਮਰਜ਼ੀ ਅੱਗ ਲਾ ਕੇ ਸਾੜ ਦਿਓ, ਚੁਰਾਹੇ 'ਚ ਖੜ੍ਹਾ ਕਰਕੇ ਕੁੱਟ ਕੇ ਮਾਰ ਦਿਓ, ਜਾਂ ਉਹਨੂੰ ਫਾਂਸੀ ਲਟਕਾ ਦਿਓ। ਤੇ ਬਹੁਤ ਸਾਰੇ ਪਛੜੇ ਹੋਏ ਇਲਾਕਿਆਂ 'ਚ ਭਾਰਤ ਦੇ ਵਿੱਚ ਅੱਜ ਵੀ ਇਹ ਆਪੋ ਧਾਪੀ ਦੇ ਨਾਲ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਕਈ ਵਾਰੀ ਅੱਗਾਂ ਲਾਈਆਂ ਜਾਂਦੀਆਂ ਨੇ, ਕਈ ਵਾਰੀ ਔਰਤਾਂ ਨੂੰ ਬੇਅੰਤ ਅਪਮਾਨਿਤ ਤਰੀਕੇ ਦੇ ਨਾਲ ਮਾਰ ਦਿੱਤਾ ਜਾਂਦਾ ਹੈ। ਇਹ ਸਾਰਾ ਕੁਝ ਅਦਾਲਤਾਂ ਤੋਂ ਬਾਹਰ ਹੋ ਰਿਹਾ ਹੈ, ਤੇ ਅਦਾਲਤਾਂ ਨੂੰ ਇਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ, ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ। ਕੁਝ ਇੱਕ ਖਾਪ ਪੰਚਾਇਤਾਂ ਅਜਿਹੀਆਂ ਬਣੀਆਂ ਹੋਈਆਂ ਨੇ, ਜੇ ਕਿਤੇ ਕੋਈ ਸ਼ਿਕਾਇਤ ਹੋ ਜਾਵੇ ਕਿ ਇਹਨੇ ਖਾਪ ਪੰਚਾਇਤ ਦਾ ਮਤਲਬ ਹੈ ਕਿ ਆਪਣੇ ਪਿੰਡ ਦੀ ਢੰਗ ਤਰੀਕੇ ਨਾਲ ਨਿਯਮ ਉਹਨਾਂ ਨੇ ਘੜੇ ਹੁੰਦੇ ਨੇ, ਤੇ ਆਪਣੀ ਮਰਜ਼ੀ ਦੇ ਪੁਰਾਤਨ ਨਿਯਮ ਲਾਗੂ ਕਰਕੇ ਕਿਸੇ ਵੀ ਬੰਦੇ ਨੂੰ ਉਹਦੇ ਤੋਂ ਬਾਹਰ ਨਹੀਂ ਜਾਣ ਦਿੰਦੇ। ਜੇ ਕੋਈ ਬਾਹਰ ਜਾ ਕੇ ਉਹਦੇ ਤੋਂ ਬਾਗੀ ਹੁੰਦਾ ਤਾਂ ਉਹਨੂੰ ਜਿਹੜੀ ਮਨਮਾਨੀ ਦੀ ਸਜ਼ਾ ਦੇ ਦਿੰਦੇ ਨੇ। ਕਈ ਵਾਰੀ ਕੋਰੜੇ ਮਾਰ ਦੇਣੇ, ਜਾਂ ਪਿੰਡ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਘੁਮਾ ਦੇਣਾ, ਜਾਂ ਪਿੰਡ ਛੱਡ ਕੇ ਚਲੇ ਜਾਣ ਵਾਸਤੇ ਹੁਕਮ ਦੇ ਦੇਣਾ। ਇਹ ਬਹੁਤ ਕੁਝ ਇਹੋ ਜਿਹਾ ਵਾਪਰਿਆ ਹੋਇਆ, ਤੇ ਅਦਾਲਤਾਂ ਨੇ ਇਹਨਾਂ ਨੂੰ ਰੋਕਣ ਵਾਸਤੇ ਕਾਫੀ ਸਾਰੇ ਉਪਰਾਲੇ ਕੀਤੇ ਨੇ, ਪਰ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਹੈ। ਤੋ ਇਹ ਅਸੀਂ ਆਪਣੇ ਤੌਰ 'ਤੇ ਫੈਸਲਾ ਨਾ ਕਰੀਏ ਕਿ ਵਕੀਲ ਤਾਂ ਪੈਸੇ ਲੈਂਦੇ ਨੇ, ਪਰ ਇਹ ਜ਼ਰੂਰ ਧਿਆਨ ਰੱਖੀਏ ਕਿ ਇਸ ਤੋਂ ਬਿਨਾਂ ਹੋਰ ਕੋਈ ਸਾਡੇ ਕੋਲੇ ਅੱਜ ਮੌਜੂਦਾ ਸਮੇਂ ਦੇ ਵਿੱਚ ਢੰਗ ਨਹੀਂ ਹੈ, ਤਰੀਕਾ ਨਹੀਂ ਹੈ ਜਿਹਦੇ ਰਾਹੀਂ ਅਸੀਂ ਇਨਸਾਫ ਪ੍ਰਾਪਤ ਕਰ ਸਕੀਏ। ਇਹ ਬਿਲਕੁਲ ਠੀਕ ਹੈ ਕਿ ਜਿਹਦੇ ਹੱਥ 'ਚ ਰਾਜਸੀ ਤਾਕਤ ਹੈ ਉਹ ਆਪਣੇ ਹੱਕ ਦੇ ਵਿੱਚ ਬਹੁਤ ਕੁਝ ਭੁਗਤਾ ਲੈਂਦਾ, ਪਰ ਇਦੋਂ ਸਿਵਾਏ ਹੋਰ ਕੋਈ ਨਿਯਮ ਕਾਨੂੰਨ ਹੈ ਵੀ ਨਹੀਂ ਹੈ। ਅਸੀਂ ਯਤਨ ਇਹ ਕਰੀਏ, ਜੇ ਸਾਨੂੰ ਸਰਕਾਰ ਨਾਲ ਕੋਈ ਰੋਸ ਹੈ ਤਾਂ ਆਪਣੇ ਲੋਕਾਂ 'ਚ ਪ੍ਰਚਾਰ ਕਰੀਏ, ਆਪਣੀ ਬਹੁ ਗਿਣਤੀ ਬਣਾਈਏ, ਆਪਣੇ ਲੋਕਾਂ ਨੂੰ ਦੱਸੀਏ ਕਿ ਸਾਡੇ ਨਾਲ ਆਹ ਜਾਤੀਆਂ ਹੋਈਆਂ ਨੇ, ਤੇ ਫਿਰ ਬਹੁ ਗਿਣਤੀ ਦੇ ਨਾਲ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਣ ਦਾ ਉਪਰਾਲਾ ਕਰੀਏ, ਜਾਂ ਚੱਲ ਰਹੀ ਸਰਕਾਰ ਦੇ ਨਾਲ ਸਹਿਯੋਗ ਕਰਕੇ ਉਹ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਯਤਨ ਕਰੀਏ, ਤਾਂ ਕਿ ਸਾਡੇ ਨਾਲ ਹੋਈਆਂ ਜਾਤੀਆਂ ਉਹ ਰੁਕ ਜਾਣ ਤੇ ਅੱਗੇ ਵਾਸਤੇ ਅਸੀਂ ਆਪਣੇ ਹੱਕ ਲੈਣ ਦੇ ਸਮਰੱਥ ਬਣ ਸਕੀਏ। ਸੋ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ, ਜਿਹਦੇ ਹੱਥ 'ਚ ਤਾਕਤ ਹੁੰਦੀ ਹੈ ਉਹੀ ਸਾਰੇ ਇਹ ਕੰਮ ਕਰਦਾ, ਤੇ ਅੱਗੇ ਤੋਂ ਧਿਆਨ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤਿ ਗਿਆਨ TV ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ ਤੇ ਭੇਜ ਸਕਦੇ ਹੋ, ਤੇ ਉਹ ਨੰਬਰ
ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।